ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਖਿਆਲ ਹੈ ਕਿ ਸਾਰਿਆਂ ਨੇ ਚਾਹ ਪਾਣੀ ਛਕ ਲਿਆ, ਤਾਜ਼ਾ ਹੋ ਚੁੱਕੇ ਹਾਂ, ਫਰੈਸ਼। ਇਸ ਕਰਕੇ ਹੁਣ ਜਿੰਨਾ ਕੁ ਚਿਰ ਆਪਾਂ ਗੱਲਬਾਤ ਕਰਨੀ ਹੈ, ਸਾਰੀ ਬਿਰਤੀ ਗੱਲਬਾਤ 'ਤੇ ਇਕਾਗਰ ਕਰੀਏ। ਕੋਈ ਅਜਿਹੀ ਹਰਕਤ, ਕੋਈ ਇਹੋ ਜਿਹੀ ਕਾਰਵਾਈ ਹੁਣ ਨਾ ਹੋਵੇ। ਖਾਸ ਕਰਕੇ ਜਿਹੜੇ ਫੋਨ ਹੈ, ਮੋਬਾਈਲ ਫੋਨ, ਉਹ ਜਿਹਨੇ ਅਜੇ ਸਾਈਲੈਂਟ ਮੋਡ 'ਤੇ ਨਹੀਂ ਲਾਏ ਤਾਂ ਮੇਰੀ ਬੇਨਤੀ ਹੈ ਸਨਿਮਰ ਕੇ ਉਹਨੂੰ ਸਾਈਲੈਂਟ ਮੋਡ 'ਤੇ ਲਾ ਲਓ, ਕਿਉਂਕਿ ਜੇ ਇੱਕ ਵੀ ਬੈਲ ਵਿੱਚ ਵੱਜ ਗਈ, ਸਮਝ ਲਓ ਆਪਣੀ ਜਿਹੜੀ ਗੱਲਬਾਤ ਹੈ ਉਹ ਸਾਰੀ ਇਕਾਗਰਤਾ, ਉਹ ਸਵਾਦ ਕਿਰਕਰਾ ਹੋ ਜਾਊਗਾ। ਵਿਚਾਰਾਂ ਗੰਭੀਰ ਕਰਨੀਆਂ, ਆਪਾਂ ਕੋਈ ਉਸ ਤਰ੍ਹਾਂ ਸ਼ੁਗਲ ਦੀ ਗੱਲ ਨਹੀਂ ਕਰਨੀ। ਕੌਮ ਉੱਤੇ ਕੀ ਕੁਛ ਵਾਪਰਿਆ ਤੇ ਅੱਗੇ ਕੀ ਕੁਛ ਵਾਪਰਨ ਜਾ ਰਿਹਾ ਹੈ। ਅਜੇ ਕਈ ਵਾਰ ਸਾਨੂੰ ਇਹ ਹੁੰਦਾ ਜਿਵੇਂ ਉਹ ਫੇਜ਼ ਖਤਮ ਹੈ ਹੁਣ, ਬਸ ਉਹ ਇਕੱਲਾ ਅਤੀਤ ਨਹੀਂ, ਉਹ ਸਾਡਾ ਵਰਤਮਾਨ ਵੀ ਹੈ ਤੇ ਉਹਦਾ ਪਰਛਾਵਾਂ, ਬੜਾ ਡਰਾਉਣਾ ਪਰਛਾਵਾਂ ਸਾਡੇ ਭਵਿੱਖ 'ਤੇ ਵੀ ਪੈ ਰਿਹਾ। ਸੋ ਇਸ ਕਰਕੇ ਆਪਾਂ ਜਿੰਨਾ ਕੁ ਚਿਰ ਵਿਚਾਰਾਂ ਕਰਨੀਆਂ ਉਹ ਪੂਰੇ ਇਕਾਗਰ ਚਿੱਤ ਹੋ ਕੇ ਪੂਰੀ ਗੰਭੀਰਤਾ ਨਾਲ ਕਰੀਏ। ਸਰਦਾਰ ਜਸਪਾਲ ਸਿੰਘ ਨੇ ਕੁਛ ਹੱਡ ਬੀਤੀਆਂ, ਕੁਛ ਜੱਗ ਬੀਤੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਮੁੱਖ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਸਿੱਖ ਕੌਮ ਦਾ ਅਕਸ ਕਿਵੇਂ ਵਿਗਾੜਿਆ ਗਿਆ ਪ੍ਰੈਸ ਦੇ ਰਾਹੀਂ। ਪ੍ਰੈਸ ਦੇ ਰੋਲ 'ਤੇ ਉਹਨਾਂ ਨੇ ਫੋਕਸ ਕੀਤਾ। ਘੱਲੂਘਾਰੇ ਦੀ ਅਸੀਂ ਗੱਲ ਕਰਦੇ ਹਾਂ। ਘੱਲੂਘਾਰੇ ਦਾ ਮਤਲਬ ਇਹ ਹੈ ਜਦੋਂ ਕੋਈ ਬਹੁਤ ਵੱਡਾ ਜ਼ੁਲਮ, ਵੱਡੀ ਪੱਧਰ ਦਾ ਕਤਲੇਆਮ ਕਿਸੇ ਕੌਮ ਦਾ ਹੁੰਦਾ, ਜਿਹਨੂੰ ਅੱਜ ਦੀ ਅਸੀਂ ਮਾਡਰਨ ਈਡੀਅਮ 'ਚ ਨਸਲਕੁਸ਼ੀ ਵੀ ਕਹਿ ਦਿੰਦੇ ਹਾਂ, ਜੈਨੋਸਾਈਡ। ਜਦੋਂ ਮਨੁੱਖਤਾ ਦਾ ਇੱਕ ਵਰਗ ਮਨੁੱਖਤਾ ਦੇ ਦੂਜੇ ਵਰਗ ਦਾ ਨਸਲਕੁਸ਼ੀ ਕਰਦਾ ਹੈ, ਕਤਲੋਗਾਰਤ ਕਰਦਾ ਹੈ, ਤਾਂ ਮਨ 'ਚ ਨਫ਼ਰਤ ਹੋਣੀ ਬਹੁਤ ਜ਼ਰੂਰੀ ਹੈ। ਨਫ਼ਰਤ ਤੋਂ ਬਿਨਾਂ ਏਡੀ ਵੱਡੀ ਪੱਧਰ 'ਤੇ ਇਹ ਕਾਰੋਬਾਰ ਨਹੀਂ ਹੋ ਸਕਦਾ। ਸੋ ਇੱਕ ਨਫ਼ਰਤ ਹੋਣੀ ਬਹੁਤ ਜ਼ਰੂਰੀ ਹੈ। ਇੱਕ ਅੱਜ ਦੇ ਯੁੱਗ 'ਚ ਜਿੰਨੀਆਂ ਵੀ ਨਸਲਕੁਸ਼ੀਆਂ ਹੋ ਰਹੀਆਂ, ਉਹ ਵਾਈਲਡ ਪੈਸ਼ਨ 'ਚੋਂ ਨਹੀਂ, ਜਿਵੇਂ ਪਹਿਲਾਂ ਹੁੰਦਾ ਸੀ, ਜਿਹਨੂੰ ਅਸੀਂ ਅਥਰੇ ਮਨੋਵੇਗ ਕਹਿ ਲਈਏ, ਵੀ ਬੰਦੇ ਦੇ ਅੰਦਰ ਕੋਈ ਹੁੱਲ ਉੱਠੀ, ਝੱਲ ਉੱਠਿਆ, ਦੂਜੇ ਨੂੰ ਮਾਰਤਾ। ਨਾਦਰ ਸ਼ਾਹ ਨੇ ਦਿੱਲੀ ਦੇ ਵਿੱਚ ਜੋ ਜ਼ੁਲਮ ਕੀਤੇ ਸੀ, ਉਹ ਵਾਈਲਡ ਪੈਸ਼ਨ 'ਚੋਂ ਕੀਤੇ। ਦਿੱਲੀ ਲੁੱਟਣੀ ਹੈ, ਲੋਕਾਂ 'ਤੇ ਦਹਿਸ਼ਤ ਪਾਉਣੀ ਹੈ। ਉਸ ਮੌਕੇ ਦਸਤੂਰ ਸੀ ਕਿ ਆਪਦਾ ਖੌਫ ਪੈਦਾ ਕਰ ਦਿਓ। ਉਹਦੇ 'ਚ ਕੋਈ ਵੱਡੀ ਯੋਜਨਾ, ਕੋਈ ਵੱਡੀ ਗਿਣਤੀ ਮਿਣਤੀ, ਇਸ ਤਰ੍ਹਾਂ ਦੀ ਗੱਲ ਨਹੀਂ ਸੀ ਹੁੰਦੀ। ਮੌਕੇ 'ਤੇ ਮਨ 'ਚੋਂ ਉੱਠਦੀਆਂ ਸੀ ਗੱਲਾਂ, ਜਿਵੇਂ ਆਪਾਂ ਪਿੰਡਾਂ 'ਚ ਹੁਣ ਵੀ ਦੇਖਦੇ ਹਾਂ। ਬੰਦੇ ਕਈ ਵਾਰ ਮੌਕੇ 'ਤੇ ਹਾਲਾਤ ਇਹੋ ਜਿਹਾ ਬਣਿਆ ਤੇ ਕਤਲ ਹੋ ਗਿਆ, ਆਪਦੀਆਂ ਉਹਨਾਂ ਗੱਲਾਂ 'ਤੇ ਕਾਬੂ ਨਾ ਰਹਿ ਸਕਿਆ। ਪਰ ਜਦੋਂ ਵੱਡੀ ਪੱਧਰ 'ਤੇ ਉੱਤੇ ਕਤਲੇਆਮ ਕਰਨਾ, ਜਿੱਥੇ ਨਫ਼ਰਤ ਜ਼ਰੂਰੀ ਹੈ ਮਨ 'ਚ, ਕਿਉਂਕਿ ਨਹੀਂ ਜ਼ਮੀਰ ਇੰਨਾ ਬੋਝ ਨਹੀਂ ਚੱਲ ਸਕਦੀ। ਕੁਛ ਵੀ ਹੈ, ਭਾਵੇਂ ਕੋਈ ਪੁਲਿਸ ਦਾ ਅਫਸਰ ਹੈ, ਭਾਵੇਂ ਫੌਜ ਵਾਲੇ ਹੈ, ਜਾਂ ਇੱਕ ਵਰਗ ਹੈ, ਜਦੋਂ ਦੂਜੇ ਵਰਗ ਨੂੰ ਗਿਣ ਮਿੱਥ ਕੇ ਤਰੀਕੇ ਨਾਲ ਬਕਾਇਦਾ ਮਾਰਦਾ ਹੈ, ਤਾਂ ਉਹ ਨਫ਼ਰਤ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਉਹ ਇੱਕ ਪਹਿਲਾ ਫੇਜ਼ ਹੁੰਦਾ ਹੈ ਕਿ ਜਿਹਤੇ ਹਮਲਾ ਕਰਨਾ ਉਹਦੇ ਖਿਲਾਫ ਇੱਕ ਨਫ਼ਰਤ ਪੈਦਾ ਕਰ ਦਿਓ, ਤਾਂ ਕਿ ਉਹ ਜੋ ਚਾਹੁੰਦੇ ਨੇ ਕਿ ਉਹ ਜਿਸ ਤਰੀਕੇ ਦਾ ਕਤਲੇਆਮ ਕਰਨਾ ਹੈ ਅਸੀਂ, ਉਹ ਪੂਰਾ ਹੋ ਸਕੇ, ਕੋਈ ਝਿਜਕ ਨਾ ਆਵੇ ਮਨ 'ਚ। ਪਹਿਲੇ ਸਮਿਆਂ ਦੇ ਵਿੱਚ ਨਫ਼ਰਤ ਦਾ ਆਧਾਰ ਆਪਾਂ ਨੂੰ ਪਤਾ ਧਰਮ ਹੁੰਦਾ ਸੀ। 19ਵੀਂ ਸਦੀ ਤੋਂ ਪਹਿਲਾਂ ਜਾਂ 18ਵੀਂ ਸਦੀ ਤੱਕ ਜੋ ਸੰਸਾਰ ਦੇ ਵਿੱਚ ਵੱਡੇ ਕਤਲੇਆਮ ਹੋਏ ਆ, ਆਪਾਂ ਨੂੰ ਪਤਾ ਉਹ ਧਰਮ ਦੇ ਆਧਾਰ 'ਤੇ ਹੋਏ ਆ। ਇਸਲਾਮ ਤੇ ਈਸਾਈਅਤ ਦੀਆਂ ਜੰਗਾਂ ਬਹੁਤ ਲੰਮੀਆਂ ਚੱਲੀਆਂ, ਪਰ ਅੱਜ ਜਿਹੜੇ ਕਤਲੇਆਮ ਹੁੰਦੇ ਆ ਉਹ ਸਿੱਧੇ ਧਰਮ ਦੇ ਆਧਾਰ 'ਤੇ ਨਹੀਂ ਹੁੰਦੇ। ਧਰਮ ਦਾ ਐਲੀਮੈਂਟ ਹੁੰਦਾ ਉਹਦੇ 'ਚ ਬਹੁਤ ਮਹੱਤਵਪੂਰਨ, ਉਹਦਾ ਆਧਾਰ ਕੋਈ ਹੋਰ ਸਿਰਜਿਆ ਜਾਂਦਾ। ਇਸ ਕਰਕੇ ਜਦੋਂ ਧਰਮ ਦੇ ਆਧਾਰ 'ਤੇ ਕਤਲੇਆਮ ਹੁੰਦੇ ਸੀ, ਤਾਂ ਜਿਹੜਾ ਵਿਕਟਮ ਹੈ, ਵਿਕਟਮ ਜਿਹੜਾ ਧਰਮ ਹੈ ਜਿਹਦੇ ਉੱਤੇ ਹਮਲਾ ਹੋ ਰਿਹਾ ਹੈ, ਉਸ 'ਚੋਂ ਕੋਈ ਵਰਗ ਹਮਲਾਵਰ ਨਾਲ ਨਹੀਂ ਸੀ ਖੜਦਾ। ਐਵੇਂ ਕੀ ਕਹਿਣਾ, ਕੋਈ ਗਿਣਤੀ ਦੇ ਬੰਦੇ ਜਿਨ੍ਹਾਂ ਦਾ ਕੋਈ ਇਮਾਨ ਨਹੀਂ ਹੁੰਦਾ, ਬਹੁਤ ਗਿਣਤੀ ਦੇ ਬੰਦੇ ਇਹ ਹੁੰਦੇ ਸੀ ਜਿਹੜੇ ਆਪਾਂ ਕਹੀਏ ਮੁਗਲਾਂ ਦੇ ਸਾਰੇ ਪੀੜ ਦੇ ਵਿੱਚ ਆਪਾਂ ਨੂੰ ਕੋਈ ਸਿੱਖ ਇਹੋ ਜਿਹਾ ਨਹੀਂ ਮਿਲਦਾ ਜਿਹੜਾ ਉਸ ਕਤਲੇਆਮ ਦੇ ਵਿੱਚ ਉਹਨਾਂ ਹਮਲਾਵਰਾਂ ਨਾਲ ਜਾ ਖੜਿਆ ਹੋਵੇ। ਸੋ ਉੱਥੇ ਜੇ ਕੋਈ ਜਾਂਦਾ ਵੀ ਸੀ ਤਾਂ ਉਹ ਆਪਾਂ ਕਹਿ ਸਕਦੇ ਹਾਂ ਕਿ ਬੰਦੇ ਮੇਨ ਜਿਹਦਾ ਇਮਾਨ ਨਹੀਂ ਸੀ ਕੋਈ ਹੁੰਦਾ। ਅੱਜ ਦੀ ਅਸੀਂ ਜੋ ਪਿਕਚਰ ਦੇਖ ਰਹੇ ਹਾਂ, ਕਿਤੇ ਵੀ ਦੇਖ ਰਹੇ ਹਾਂ, ਭਾਵੇਂ ਇਰਾਕ 'ਚ ਵਾਪਰਦਾ, ਭਾਵੇਂ ਪਾਕਿਸਤਾਨ 'ਚ ਵਾਪਰਦਾ, ਭਾਵੇਂ ਹਿੰਦੁਸਤਾਨ 'ਚ ਵਾਪਰਿਆ, ਇਹਦੇ 'ਚ ਅਜੀਬ ਗੱਲ ਇਹ ਹੋ ਰਹੀ ਹੈ ਕਿ ਜਿਹੜਾ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਵਰਗ ਹੈ, ਉਹਦੇ ਵਿੱਚੋਂ ਵੀ ਇੱਕ ਵਰਗ ਉਸ ਜ਼ਾਲਮ ਤੇ ਹਮਲਾਵਰ ਧਿਰ ਨਾਲ ਜਾ ਕੇ ਖੜਦਾ ਹੈ। ਇਹਦਾ ਆਧਾਰ ਕੀ ਹੈ? ਬਸ ਜੇ ਅਸੀਂ ਇਹ ਸਮਝੀਏ ਗੱਲ, ਤਾਂ ਸਾਨੂੰ ਸਾਰੀ ਕਹਾਣੀ ਸਮਝ ਆ ਜਾਊਗੀ। ਜਿੱਥੇ ਪਹਿਲੇ ਸਮੇਂ 'ਚ ਗੱਲ ਈਮਾਨ ਦੀ ਹੁੰਦੀ ਸੀ ਬੰਦੇ ਦੀ, ਕਿ ਜਿਹਦਾ ਈਮਾਨ ਨਹੀਂ ਉਹੀ ਅਜਿਹੀ ਕਾਰਵਾਈ ਕਰ ਸਕਦਾ ਹੈ, ਅੱਜ ਕੱਲਾ ਈਮਾਨ ਨਹੀਂ, ਅੱਜ ਗਿਆਨ ਦੇ ਨਾਲ ਉਹਦਾ ਸੰਬੰਧ ਜੁੜਦਾ ਜਾ, ਕਿਉਂਕਿ ਸਾਡੀ ਸੋਚਣ ਦੀ ਆਦਤ ਅਜੇ ਪੁਰਾਣੀ ਬਣੀ ਹੋਈ ਹੈ। ਇਸ ਕਰਕੇ ਜਦੋਂ ਅਸੀਂ ਅਜਿਹੀ ਕੋਈ ਹਰਕਤ ਦੇਖਦੇ ਹਾਂ ਕਿਸੇ ਬੰਦੇ ਦੀ ਵੀ, ਸਿੱਖ ਉੱਠ ਕੇ ਸਿੱਖਾਂ ਦੇ ਕਾਤਲਾਂ ਨਾਲ ਜਾ ਕੇ ਭਾਈਵਾਲੀ ਪਾਉਂਦਾ ਹੈ, ਤਾਂ ਅਸੀਂ ਸਿਰਫ ਉਹਦੇ ਈਮਾਨ ਦੀ ਗੱਲ ਹੀ ਕਰਦੇ ਹਾਂ ਵੀ ਉਹ ਵਿਕ ਗਿਆ, ਉਹਦੀ ਜ਼ਮੀਰ ਨਹੀਂ।
ਇਸ ਤਰ੍ਹਾਂ ਦੀਆਂ ਗੱਲਾਂ। ਸੋ ਗੱਲ ਇੰਨੀ ਸਿੰਪਲ ਨਹੀਂ। ਅੱਜ ਕਿਹੜੀਆਂ ਗੱਲਾਂ ਜਿਹੜੀਆਂ ਉਹਨਾਂ ਨੂੰ ਪ੍ਰੇਰਿਤ ਕਰਦੀਆਂ, ਜਿਹਦੇ ਨਾਲ ਉਹ ਜਸਟੀਫਾਈ ਕਰਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕੋਈ ਬਹੁਤ ਨੇਕ ਕਾਰਜ ਕਰ ਰਹੇ ਹਾਂ। ਕਿਉਂਕਿ ਜੇ ਜ਼ੁਲਮ ਵੀ ਕਰਨਾ, ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਬਹੁਤ ਬੁਰਾ ਕੰਮ ਵੀ ਕਰਨਾ ਹੈ ਤਾਂ ਤੁਹਾਨੂੰ ਇਹ ਜੱਚਣਾ ਚਾਹੀਦਾ ਮੈਂ ਨੇਕ ਕੰਮ ਕਰ ਰਿਹਾ, ਨਹੀਂ ਆਤਮਾ ਨੇ ਇੰਨਾ ਭਾਰ ਨਹੀਂ ਚੱਲਣਾ। ਇਸ ਕਰਕੇ ਉਹਦੀ ਜਸਟੀਫਿਕੇਸ਼ਨ ਹੁੰਦੀ ਹੈ, ਉਹਦੀ ਕਵਰ ਅਪ ਹੁੰਦੀ ਹੈ। ਸੋ ਉਹ ਕਿਹੜੀ ਗੱਲ ਹੈ ਜਿਹਦੇ ਆਧਾਰ ਤੇ ਅੱਜ ਨਫ਼ਰਤ ਫੈਲਾਈ ਜਾਂਦੀ ਹੈ ਦੂਜਿਆਂ ਦੇ ਖਿਲਾਫ? ਉਹ ਧਰਮ ਨਹੀਂ, ਉਹ ਵਿਚਾਰਧਾਰਾ। ਇੱਕ ਅਜਿਹੀ ਵਿਚਾਰਧਾਰਾ ਲੋਕਾਂ ਦੇ ਮਨਾਂ ਦੇ ਵਿੱਚ ਪੈਦਾ ਕੀਤੀ ਜਾਂਦੀ, ਉਹਦਾ ਥਾਂ ਬਣਾਇਆ ਜਾਂਦਾ ਹੈ, ਜਿਹਦੇ 'ਚ ਜਿਹੜਾ ਬੰਦਾ ਉਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਜਾਂ ਜਿਹਦਾ ਕਰਮ ਕੋਈ ਐਕਟ ਉਦੋਂ ਉਲਟ ਜਾ ਰਿਹਾ ਹੈ, ਉਹਦੇ ਖਿਲਾਫ ਮਨ ਦੇ ਵਿੱਚ ਨਫ਼ਰਤ ਪੈਦਾ ਹੁੰਦੀ ਹੈ, ਉਸ ਤੇ ਜ਼ੁਲਮ ਕੀਤਾ ਜਾਂਦਾ ਹੈ, ਉਹਨੂੰ ਮਾਰਨਾ ਵੀ ਜਾਇਜ਼ ਸਮਝਿਆ ਜਾਂਦਾ। ਕਿਉਂਕਿ ਇਤਿਹਾਸ 'ਚ ਇਹ ਕਦੇ ਨਹੀਂ ਹੋਇਆ। ਦਰਬਾਰ ਸਾਹਿਬ ਤੇ ਹਮਲੇ ਹੋਏ ਨੇ ਪਹਿਲਾਂ ਵੀ, 5 ਹਮਲੇ 18ਵੀਂ ਸਦੀ 'ਚ ਉੱਪਰੋਂ ਥੱਲੇ ਹੋਏ ਨੇ, ਪਰ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਦਰਬਾਰ ਸਾਹਿਬ ਤੇ ਹਮਲਾ ਹੋ ਰਿਹਾ ਹੋਵੇ ਤੇ ਉਹਦੇ ਵਿੱਚ ਫੌਜ ਦੇ ਵਿੱਚ ਵੀ ਤੇ ਸਿਵਲ ਅਫਸਰਾਂ 'ਚ ਵੀ ਸਿੱਖ ਸ਼ਾਮਲ ਹੋਣ, ਜਿਹੜੀ ਸਰਗਰਮੀ ਨਾਲ ਉਹਦੇ ਵਿੱਚ ਸਹਿਯੋਗ ਕਰ ਰਹੇ ਹੋਣ। ਜਿਹੜੀ ਗੱਲ ਕਦੇ ਕਲਪੀ ਵੀ ਨਹੀਂ ਸੀ ਜਾ ਸਕਦੀ ਵੀ ਕੋਈ ਸਿੱਖ ਆਪਦੇ ਗੁਰੂ ਦੇ ਘਰ ਤੇ ਹਮਲਾ ਕਰਨ ਲਈ ਤਿਆਰ ਹੋ ਜਾਊਗਾ। ਤੇ ਹਮਲਾ ਵੀ ਕਿਸ ਕਿਸਮ ਦਾ, ਜਿਸ ਕਿਸਮ ਦੀ ਪਲੈਨਿੰਗ ਨਾਲ ਕੀਤਾ ਗਿਆ, ਜਿਸ ਕਿਸਮ ਦੀ ਫਰੇਬ ਜਿੰਨਾ ਉਹਦੇ 'ਚ ਵਰਤਿਆ ਗਿਆ, ਜਿਸ ਕਿਸਮ ਦਾ ਜ਼ੁਲਮ ਕੀਤਾ ਗਿਆ, ਜ਼ੁਲਮ ਨੂੰ ਢੱਕਣ ਕਰਨ ਵਾਸਤੇ ਜਿੰਨਾ ਫਿਰ ਝੂਠ ਬੋਲਿਆ ਗਿਆ, ਉਹ ਸਾਰੇ ਕੁਛ ਚੋਂ ਬੰਦੇ ਉਹਨਾਂ ਦੇ ਨਾਲ ਚੱਲੇ। ਇਹ ਗੱਲ ਕੋਈ ਛੋਟੀ ਨਹੀਂ ਤੇ ਸਾਡੇ ਕੋਲ ਇਹਦਾ ਕੋਈ ਕਨਵਿੰਸਿੰਗ ਆਨਸਰ ਹੋਣਾ ਚਾਹੀਦਾ, ਜਵਾਬ ਹੋਣਾ ਚਾਹੀਦਾ ਕਿ ਇਹ ਗੱਲ ਕਿਉਂ ਵਾਪਰ ਗਈ। ਜੇ ਅਸੀਂ ਇਹ ਕਹਿਤਾ ਕਿ ਉਹ ਬੰਦੇ ਬੜੇ ਜੀ ਇਮਾਨ ਦੇ ਕੱਚੇ ਸੀ, ਕੱਲੀ ਇੰਨੀ ਗੱਲ ਨਹੀਂ। ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਉਧਰ ਲੈ ਗਈ? ਅੱਜ ਵੀ ਸਾਡੇ ਨਾਲ ਜੋ ਕੁਝ ਵਾਪਰ ਰਿਹਾ ਹੈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਕੌਮ ਇੱਕ ਪਾਸੇ ਹੈ। ਕੌਮ ਦੇ ਵਿੱਚ ਬੜੀਆਂ ਵੰਡੀਆਂ ਪਈਆਂ, ਕੋਈ RSS ਨਾਲ ਜਾ ਕੇ ਰਲ ਰਿਹਾ, ਕੋਈ ਕਾਂਗਰਸ ਨਾਲ ਰਲ ਰਿਹਾ, ਬਾਕੀ ਜਿਹੜੇ ਸਾਡੇ ਆਰਮਡ ਫੋਰਸਿਸ ਦੇ ਵਿੱਚ ਬੰਦੇ ਨੇ ਉਹ ਸਾਰੀ ਸਟੇਟ ਨਾਲ ਖੜੇ ਨੇ। ਸਿੱਖਾਂ ਦਾ ਕੋਈ ਵੀ ਕਾਜ ਆਵੇ, ਕੋਈ ਗੱਲ ਆਵੇ, ਉਹ ਹਮਲਾ ਕਰਨ ਲਈ, ਜ਼ੁਲਮ ਕਰਨ ਲਈ ਪੂਰੇ ਤਿਆਰ ਹੋ ਜਾਂਦੇ। ਸੋ ਇਸ ਕਰਕੇ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਇਹ ਕਿਤਾਬ ਲਿਖਣੀ ਪਈ, ਤੀਜੇ ਘੱਲੂਘਾਰੇ ਤੋਂ ਬਾਅਦ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ। ਪਹਿਲੇ ਘੱਲੂਘਾਰਿਆਂ ਵੇਲੇ ਇਹ ਗੱਲ ਦੀ ਲੋੜ ਨਹੀਂ ਸੀ। ਉੱਥੇ ਗਿਆਨ ਦਾ ਰੋਲ, ਸਿਧਾਂਤ ਦਾ ਰੋਲ ਬਹੁਤਾ ਨਹੀਂ ਸੀ। ਉਹ ਇੱਕ ਧਾਰਮਿਕ ਨਫ਼ਰਤ ਤੇ ਬੈਰ ਵਿਰੋਧ ਸੀ ਜਿਹੜਾ ਪ੍ਰਗਟ ਹੋਇਆ। ਇੱਥੇ ਹੁਣ ਸਿੱਧੀ ਧਰਮ ਦੀ ਗੱਲ ਨਹੀਂ। ਜੇ ਸਿੱਧੀ ਧਰਮ ਦੀ ਗੱਲ ਹੋਵੇ ਤਾਂ ਕਮਿਊਨਿਸਟ, ਜਿਨ੍ਹਾਂ ਦਾ ਧਰਮ ਹੀ ਕੋਈ ਨਹੀਂ, ਉਹ ਸਰਕਾਰ ਨਾਲ ਇਸ ਪੱਧਰ ਦੇ ਉੱਤੇ ਕੋਲੈਬੋਰੇਟ ਕਿਉਂ ਕਰਨ? ਸਿੱਖਾਂ ਦਾ ਕਿੱਡਾ ਵੱਡਾ ਹਿੱਸਾ ਜਿਹਦਾ ਦੈਟ ਵੇ ਹਿੰਦੂ ਧਰਮ ਨਾਲ ਕੋਈ ਤਾਲੁਕ ਨਹੀਂ, ਉਹ ਸਰਕਾਰ ਦੇ ਨਾਲ ਕਿਉਂ ਇਸ ਤਰ੍ਹਾਂ ਦੀ ਭਿਆਲੀ ਪਾਵੇ? ਸੋ ਇਹ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹ ਕਿਹੜੀ ਗੱਲ ਸੀ। ਇਸ ਕਿਤਾਬ ਦੇ ਵਿੱਚ ਜੇ ਤੁਸੀਂ ਦੇਖੋਗੇ, ਫਰੋਲੋਗੇ ਕਿਤਾਬ ਨੂੰ, ਤਾਂ ਗੱਲ ਇਹੀ ਕੀਤੀ ਗਈ ਹੈ ਕਿ ਇੱਕ ਪਾਸੇ ਹਥਿਆਰਾਂ ਦਾ ਰੋਲ ਹੁੰਦਾ ਕਿ ਕਿਸੇ ਇੱਕ ਵਰਗ ਨੇ ਦੂਜੇ ਵਰਗ ਨੂੰ ਦਬਾਉਣਾ ਹੈ, ਉਹ ਤੇ ਦਹਿਸ਼ਤ ਪਾਉਣੀ ਹੈ, ਤਾਂ ਉਹਦੀ ਆਰਮਡ ਮਾਈਟ, ਉਹਦੀ ਹਥਿਆਰਬੰਦ ਤਾਕਤ ਕਿੰਨੀ। ਫੌਜਾਂ ਖੜੀਆਂ ਕੀਤੀਆਂ ਜਾਂਦੀਆਂ, ਪੁਲਿਸ ਖੜੀ ਕੀਤੀ ਜਾਂਦੀ ਹੈ, ਆਰਮਡ, ਬਾਕੀ ਜਿਹੜੇ ਪੈਰਾਮਿਲਟਰੀ ਫੋਰਸ, ਸਾਰਾ ਇੱਕ ਜਿਵੇਂ ਪੂਰਾ ਪੈਰਾਫਰਨੇਲੀਆ ਹੁੰਦਾ ਹੈ। ਕਾਨੂੰਨ ਦਾ ਵੀ ਡਰ ਤੇ ਹਥਿਆਰਬੰਦ ਤਾਕਤਾਂ ਦਾ ਡਰ। ਇੱਕ ਪਾਸੇ ਇਕੱਲੇ ਇੰਨੇ ਨਾਲ ਅੱਜ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਅੱਜ ਦੇ ਯੁੱਗ। ਸੋ ਇਹਦੇ ਵਿੱਚ ਇੱਕ ਗਿਆਨ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਕਿਤਾਬ ਫਰੋਲੋਗੇ ਤਾਂ ਪਹਿਲਾ ਚੈਪਟਰ ਹੀ ਇਹ ਹੈ, ਗਿਆਨ ਗਲਬੇ ਦਾ ਸੰਦ, ਨੌਲੇਜ ਟੂਲ ਆਫ ਡੋਮੀਨੇਸ਼ਨ। ਵੀ ਗਿਆਨ ਟੂਲ ਕਿਵੇਂ ਬਣਦਾ, ਸੰਦ ਕਿਵੇਂ ਬਣਦਾ ਹੈ। ਦੂਜਾ ਚੈਪਟਰ ਹੈ ਸਿੱਖਾਂ ਦਾ ਗਿਆਨਾਤਮਕ ਕਤਲ। ਸਾਨੂੰ ਕਤਲ ਸਿਰਫ ਜਿਸਮਾਨੀ ਦਿਸਦਾ, ਇੱਕ ਉਹਦੀ ਹੋਰ ਡਿਮੈਂਸ਼ਨ ਵੀ ਹੈ, ਸਾਡਾ ਕਿਸ ਤਰ੍ਹਾਂ ਦਾ ਕਤਲ ਹੋਇਆ। ਸੋ ਇਹ ਜਿਹੜਾ ਗਿਆਨ ਦੀ ਗੱਲ ਹੈ, ਕਈ ਵਾਰ ਸਾਨੂੰ ਲੱਗਣ ਲੱਗ ਜਾਂਦਾ ਜਦੋਂ ਇਹ ਕਿਤਾਬ ਆਈ, ਕੁਝ ਥਾਵਾਂ ਦੇ ਉੱਤੋਂ ਬੰਦਿਆਂ ਨੇ ਕਿਹਾ ਜੀ ਐਤਕੀ ਥੋੜਾ ਜਿਹਾ ਵਿਸ਼ਾ ਔਖਾ ਹੈ, ਕਿਉਂਕਿ ਮਨ ਦੇ ਵਿੱਚ ਇੱਕ ਹਊਆ ਬਣ ਗਿਆ ਵੀ ਸਿਧਾਂਤ। ਜਦੋਂ ਸਿਧਾਂਤ ਸ਼ਬਦ ਸੁਣਦੇ ਹਾਂ ਸਾਨੂੰ ਇਹ ਲੱਗਦਾ ਵੀ ਇਹ ਗੱਲ ਥੋੜੀ ਜਿਹੀ ਔਖੀ ਹੈ। ਇਹ ਐਵੇਂ ਖਾਮ-ਖਾ ਦੀਆਂ ਬਣੀਆਂ ਹੋਈਆਂ ਗੱਲਾਂ, ਕੋਈ ਐਡੀ ਔਖੀ ਨਹੀਂ। ਬਣਾ ਦਿੱਤੀਆਂ ਗਈਆਂ ਵਿਦਵਾਨਾਂ ਨੇ ਕਿ ਸਿਧਾਂਤ ਦਾ ਕੰਮ ਕੁਛ ਕੁ ਬੰਦਿਆਂ ਦਾ ਕੰਮ ਹੈ, ਦੂਜੇ ਲੋਕਾਂ ਨੂੰ ਤਾਂ ਕੁਛ ਇਹਦੀ ਸਮਝ ਨਹੀਂ। ਸਮਝ ਆ ਸਕਦੀ ਹੈ, ਬੜੀ ਸੌਖੀ ਸਮਝ ਆ ਸਕਦੀ ਹੈ ਕਿ ਗਿਆਨ ਕੀ ਹੁੰਦਾ ਹੈ, ਗਿਆਨ ਦੀ ਰਚਨਾ ਕਿਵੇਂ ਹੁੰਦੀ ਹੈ, ਤੇ ਫਿਰ ਉਹ ਕਿਹੋ ਜਿਹੇ ਬੰਦੇ ਸਿਰਜਦਾ ਗਿਆਨ। ਬੰਦਾ ਜੋ ਹੈ ਉਹ ਕਿਸੇ ਗਿਆਨ ਦਾ ਹੀ ਸਿਰਜਿਆ ਹੋਇਆ। ਆਪਾਂ ਕਹਿੰਦੇ ਨਾ ਆਹ ਬੰਦੇ ਦਾ ਆਹ ਨਜ਼ਰੀਆ, ਆਹ ਬੰਦੇ ਦਾ ਆਹ ਕਰੈਕਟਰ ਹੈ, ਉਹ ਕਰੈਕਟਰ ਹੋਰ ਕਿਤੋਂ ਉਸ ਤਰ੍ਹਾਂ ਨਹੀਂ ਸਿਰਜੇ ਜਾਂਦੇ। ਉਹ ਹੈ ਕਿ ਤੁਸੀਂ ਕਿਸ ਕਿਸਮ ਦਾ ਗਿਆਨ ਹਾਸਲ ਕਰਦੇ ਹੋ। ਇਹ 'ਚ ਮੈਂ ਬਹੁਤ ਸੌਖੀ ਤਰ੍ਹਾਂ ਆਪਾਂ ਗੱਲ ਸਮਝਣੀ ਹੋਵੇ, ਜਦੋਂ ਅਸੀਂ ਕੋਈ ਇਮਾਰਤ ਉਸਾਰਦੇ ਹਾਂ, ਬਿਲਡਿੰਗ ਉਸਾਰਦੇ ਹਾਂ, ਉਹਦੇ ਜਿਹੜੇ ਬੇਸਿਕ ਯੂਨਿਟ ਹੈ, ਜਿਹਨੂੰ ਅਸੀਂ ਬਿਲਡਿੰਗ ਮਟੀਰੀਅਲ ਕਹਿੰਦੇ ਹਾਂ, ਇੱਟਾਂ ਸੀਮੈਂਟ, ਉਹਦੇ ਨਾਲ ਬਿਲਡਿੰਗ ਖੜੀ ਹੁੰਦੀ। ਇਸੇ ਤਰ੍ਹਾਂ ਗਿਆਨ ਦਾ ਵੀ ਇੱਕ ਬਿਲਡਿੰਗ ਮਟੀਰੀਅਲ ਹੈ ਕਿ ਕੋਈ ਵੀ ਗਿਆਨ ਹੈ ਉਹ ਕਾਹਦੇ ਆਸਰੇ ਬਣਦਾ। ਉਹਦੇ 'ਚ ਕੁਝ ਸ਼ਬਦ, ਕੁਝ ਸੰਕਲਪ, ਕੁਝ ਕੈਟੇਗਰੀ ਜਿਹਨੂੰ ਕਹਿੰਦੇ ਨੇ ਅਕੈਡਮਿਕ ਫੀਲਡ ਵਿੱਚ, ਜਿਹਨੂੰ ਪੰਜਾਬੀ 'ਚ ਸ਼੍ਰੇਣੀਆਂ ਕਹਿ ਸਕਦੇ ਹਾਂ। ਅਸੀਂ ਕੁਝ ਟਰਮਾਂ ਵਰਤਦੇ ਹਾਂ, ਕੋਈ ਸ਼ਬਦ ਵਰਤਦੇ ਹਾਂ। ਹੁਣ ਉਹ ਸਾਰੀ ਗੱਲ ਸ਼ਬਦਾਂ ਦੀ ਖੇਡ ਹੈ। ਸ਼ਬਦਾਂ ਦੇ ਖਾਸ ਅਰਥ ਹੁੰਦੇ ਆ। ਜਦੋਂ ਅਸੀਂ ਉਹ ਸ਼ਬਦ ਵਰਤਦੇ ਹਾਂ ਤਾਂ ਸਾਡੇ ਮਨ 'ਚ ਉਹਨਾਂ ਦਾ ਇੱਕ ਸੰਕਲਪ ਬਣ ਜਾਂਦਾ ਕਿ ਆਹ ਸ਼ਬਦ ਦਾ ਮਤਲਬ ਆਹ ਹੈ। ਹੁਣ ਅੱਜ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਦੋ ਸ਼ਬਦਾਂ ਦੀ, ਜਿਹਤੇ ਸਾਡੀ ਸਾਰੀ ਕੌਮ ਦੀ ਤਕਦੀਰ ਖੜੀ ਹੈ। ਇੱਕ ਦੇਸ਼, ਇੱਕ ਆਜ਼ਾਦੀ। ਹਰ ਕੌਮ ਆਪਣਾ ਦੇਸ਼ ਚਾਹੂ, ਹਰ ਕੌਮ ਆਜ਼ਾਦੀ ਚਾਹੂ। ਉਹਦਾ ਦੇਸ਼ ਕੀ ਹੋਊ, ਉਹਦੀ ਆਜ਼ਾਦੀ ਕੀ ਹੋਊ,
ਉਹ ਇਸ ਤੇ ਨਿਰਭਰ ਕਰਦਾ ਹੈ ਕਿ ਉਹਦੇ ਮਨ 'ਚ ਦੇਸ਼ ਤੋਂ ਮੁਰਾਦ ਕੀ ਹੈ ਤੇ ਆਜ਼ਾਦੀ ਤੋਂ ਭਾਵ ਕੀ। ਅੱਜ ਆਜ਼ਾਦੀ ਦਾ ਸ਼ਬਦ ਇੱਕ ਸਰਬ ਪ੍ਰਵਾਨਿਤ ਬਣਾਤਾ, ਦੁਨੀਆ ਦੇ ਵਿੱਚ ਯੂਨੀਵਰਸਲਾਈਜ਼ ਕਰਤਾ ਕਿ ਪੱਛਮ ਨੇ ਇੱਕ ਆਜ਼ਾਦੀ ਦਾ ਸੰਕਲਪ ਦੇਤਾ ਵੀ ਆਜ਼ਾਦੀ ਤੋਂ ਭਾਵ ਆ, ਜਿਹਨੂੰ ਡੈਮੋਕ੍ਰੇਸੀ ਕਹਿੰਦੇ ਨੇ ਉਹ, ਤੇ ਉਹੀ ਸੰਸਾਰ ਪੱਧਰ ਦੇ ਉੱਤੇ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਹੀ ਦੇਸ਼ ਦਾ ਹੁਣ ਜਦੋਂ ਅਸੀਂ ਦੂਜੇ ਦੇ ਦਿੱਤੇ ਹੋਏ ਸੰਕਲਪ ਗ੍ਰਹਿਣ ਕਰ ਲਾਂਗੇ ਤਾਂ ਸਾਡੀ ਆਪਦੀ ਮੌਲਿਕਤਾ, ਓਰੀਜਨੈਲਿਟੀ, ਓਥੈਂਟਿਸਿਟੀ ਉਹ ਨਹੀਂ ਰਹੂ, ਅਸੀਂ ਉਹਦੇ ਮੁਤਾਬਕ ਢਲ ਜਾਾਂਗੇ। ਇੱਥੇ ਆਪਾਂ ਜਿਹੜੀ ਗੱਲ ਸੋਚਣ ਵਾਲੀ ਅੱਜ ਕਿ ਕੀ ਇਹ ਜਿਹੜਾ ਸਾਨੂੰ ਗਿਆਨ ਦਿੱਤਾ ਗੁਰੂ ਸਾਹਿਬ ਨੇ, ਗਿਆਨ ਪ੍ਰਬੰਧ ਦਿੱਤਾ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ, ਜਿੱਤੇ ਉਹਨਾਂ ਨੇ 10 ਜਾਮਿਆਂ 'ਚ ਅਮਲ ਕਰਕੇ ਠੋਸ ਉਦਾਹਰਨਾਂ ਦੇ ਕੇ ਉਹ ਗੱਲਾਂ ਸਥਾਪਿਤ ਕੀਤੀਆਂ, ਅਸੀਂ ਸੇਧ ਉੱਥੋਂ ਲੈਣੀ ਹੈ ਜਾਂ ਕਿਸੇ ਹੋਰ ਗਿਆਨ ਤੋਂ ਲੈਣੀ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੋਂ ਹੋਰ ਆਪਦਾ ਜਿਹੜਾ ਹੈਗਾ ਪਬਲਿਕ ਜੀਵਨ ਜਾਂ ਜਨਤਕ ਜੀਵਨ ਉਹਦੇ ਮੁਤਾਬਕ ਜਿਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੀ ਉਹ ਮੌਲਿਕਤਾ ਨਹੀਂ ਰਹਿਣੀ, ਉਹ ਨਿਆਰਾਪਣ। ਕਿਉਂਕਿ ਅਸੀਂ ਬਹੁਤ ਇਸ ਗੱਲ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਸਿੱਖ ਧਰਮ ਨਿਆਰਾ ਹੈ। ਅਸੀਂ ਨਿਆਰਿਆਂ ਸੁਪੀਰੀਅਰ ਨਹੀਂ ਸੀ ਕਹਿੰਦੇ, ਇਹ 'ਚ ਕੋਈ ਵੈਲਿਊ ਜੱਜਮੈਂਟ ਦੀ ਗੱਲ ਨਹੀਂ, ਅਸੀਂ ਸੁਪੀਰੀਅਰ ਨਹੀਂ ਸੀ ਕਹਿੰਦੇ, ਅਸੀਂ ਵੱਖਰੇ ਹਾਂ ਬਸ। ਇਹ ਕੋਈ ਰੌਲਾ ਹੀ ਨਹੀਂ ਵੀ ਕੌਣ ਚੰਗਾ ਕੌਣ ਮਾੜਾ। ਸਾਨੂੰ ਜੋ ਸਾਨੂੰ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਸਿਰਜਿਆ ਸੀ ਸਾਨੂੰ ਉਸ ਤਰ੍ਹਾਂ ਰਹਿਣ ਦਿਓ, ਸਾਡੀ ਸਾਰੀ ਵਡਿਆਈ ਉਹਦੇ 'ਚ ਹੈ, ਨਹੀਂ ਤਾਂ ਅਸੀਂ ਦੂਜਿਆਂ ਵਰਗੇ ਬਣ ਜਾਵਾਂਗੇ। ਜੇ ਦੂਜਿਆਂ ਵਰਗੇ ਹੁੰਦੇ ਤਾਂ ਅਸੀਂ ਇੰਨੇ ਫਖਰ ਨਾਲ, ਇੰਨੇ ਗੌਰਵ ਨਾਲ, ਇੰਨੇ ਮਾਣ ਨਾਲ ਆਪਦੇ ਇਤਿਹਾਸ ਦੀ ਗੱਲ ਨਹੀਂ ਸੀ ਕਰ ਸਕਦੇ। ਸਾਡਾ ਇਤਿਹਾਸ ਵੀ ਦੂਜਿਆਂ ਵਰਗਾ ਹੀ ਹੋਣਾ ਸੀ। ਤੇ ਜੇ ਅਸੀਂ ਉਹੋ ਜਿਹਾ ਇਤਿਹਾਸ ਦਿੱਤਾ ਜਿਹੜਾ ਦੁਨੀਆ ਵਾਸਤੇ ਇੱਕ ਚਾਨਣ ਮਨਾ ਰਿਹਾ ਤਾਂ ਅਸੀਂ ਮਾਣ ਉਹ 'ਤੇ ਕਰ ਸਕਦੇ ਹਾਂ। ਤਾਂ ਇਸ ਕਰਕੇ ਕਿ ਸਾਡਾ ਕੋਈ ਨਿਆਰਾਪਣ ਸੀ, ਉਹ ਨਿਆਰਾਪਣ ਕਾਹਤੇ ਖੜਾ ਸੀ, ਉਹਦਾ ਆਧਾਰ ਕੀ ਸੀ, ਉਹ ਸਾਡੇ ਕਬ ਦੇ ਗਿਆਨ ਪ੍ਰਬੰਧ ਤੇ ਖੜਾ ਸੀ। ਉਹ ਗਿਆਨ ਪ੍ਰਬੰਧ ਸਾਨੂੰ 10 ਪਾਤਸ਼ਾਹੀਆਂ ਨੇ ਬਖਸ਼ਿਆ, ਜਿਹਨੂੰ ਫਿਰ ਉਹਨਾਂ ਨੇ ਬਕਾਇਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਕੇ, ਤਾਂ ਕਿ ਜਦੋਂ ਗੁਰੂ ਸਾਹਿਬ ਜਿਸਮਾਨੀ ਰੂਪ 'ਚ ਮੌਜੂਦ ਨਹੀਂ ਹੋਣਗੇ, ਸਿੱਖਾਂ ਦਾ ਇੱਕ ਸਦੀਵੀ ਰਹਿਬਰ ਜਿਹੜਾ ਹਰ ਖੇਤਰ ਦੇ ਵਿੱਚ ਵਿਅਕਤੀਗਤ ਤੋਂ ਲੈ ਕੇ ਕੌਮੀ ਜੀਵਨ ਤੱਕ, ਨਿੱਜੀ ਰਿਸ਼ਤਿਆਂ ਤੋਂ ਲੈ ਕੇ ਰਾਜਨੀਤੀ ਦੇ ਖੇਤਰ ਤੱਕ, ਹਰ ਖੇਤਰ 'ਚ ਉੱਥੋਂ ਰੌਸ਼ਨੀ ਤੇ ਸੇਧ ਮਿਲੂ। ਜਦ ਜਿੰਨਾ ਚਿਰ ਸਿੱਖ ਉੱਥੋਂ ਰੌਸ਼ਨੀ ਤੇ ਸੇਧ ਲਊ, ਸਿੱਖ ਅਜਿੱਤ ਹੈ। ਉੱਥੇ ਗਿਣਤੀ ਨਹੀਂ ਮੈਟਰ ਕਰਦੀ ਕਿ ਸਾਡੀ ਗਿਣਤੀ ਕਿੰਨੀ ਹੈ, ਉਹਦੇ 1.25 ਲੱਖ ਸੇ ਇੱਕ ਲੜਾਉਣ ਵਾਲੀ ਸਪਿਰਿਟ ਹੋਊਗੀ। ਕੋਈ ਕੰਪਲੈਕਸ ਨਹੀਂ ਹੋਊ ਇਨਫੀਰੀਟੀ ਦਾ, ਸਰੀਰਾਂ ਦੀ ਗੱਲ ਹੀ ਕੋਈ ਨਹੀਂ। ਇਹ ਗੱਲ ਜਦੋਂ ਗਿਣਤੀਆਂ ਦਾ ਭੈ ਮੰਨਣ ਲੱਗ ਗਿਆ ਸਿੱਖ, ਜਿਹਦਾ ਮਤਲਬ ਉਹ ਆਪਣੇ ਉਹ ਸੋਮੇ ਨਾਲ ਟੁੱਟ ਚੁੱਕਾ, ਗਿਣਤੀਆਂ ਦੇ ਭੈ ਹੇਠ ਆਇਆ ਸਿੱਖ, ਇਹ ਆਪਾਂ ਨੂੰ ਮੰਨ ਲੈਣਾ ਚਾਹੀਦਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੇ ਇਹੀ ਮਹਿਸੂਸ ਕੀਤਾ ਸੀ ਕਿ ਸਿੱਖ ਬਹੁ ਗਿਣਤੀ ਦਾ ਭੈ ਮੰਨੀ ਬੈਠਾ, ਮਨ ਦੇ ਵਿੱਚ ਕਿਤੇ ਹੈ ਵੀ ਅਸੀਂ ਘੱਟ ਗਿਣਤੀ 'ਚ ਹਾਂ, ਤੇ ਉਹ ਭੈ ਤੇ ਦਬਾਅ ਹੇਠ ਜਿਉਂ ਰਿਹਾ। ਉਹਦੇ 'ਚੋਂ ਕੱਢਣ ਵਾਸਤੇ ਉਹਨਾਂ ਨੇ ਉਹ ਜੰਗ ਲੜੀ ਦਰਬਾਰ ਸਾਹਿਬ ਦੀ ਰੱਖਿਆ ਲਈ। ਅੱਜ ਇੱਥੇ ਇੰਨਾ ਸਮਾਂ ਨਹੀਂ, ਮੈਂ ਉਸ ਗੱਲ ਦੇ ਉੱਤੇ ਆਪਾਂ ਬਹੁਤ 1 ਘੰਟਾ 2 ਘੰਟੇ ਲੱਗ ਸਕਦੇ ਨੇ ਕਿ ਉਹ ਜੰਗ ਕੀ ਸੀ। ਅਸੀਂ ਕਈ ਵਾਰ ਬੜੇ ਸਰਸਰੀ ਨਜ਼ਰ ਨਾਲ ਗੱਲਾਂ ਨੂੰ ਛੱਡ ਜਾਂਦੇ ਜਿਹਦੇ ਅਰਥ ਬਹੁਤ ਡੂੰਘੇ ਨੇ। ਇੱਕ ਲਾਈਨ 'ਚ ਗੱਲ ਖਤਮ ਕਰਨੀ ਹੋਵੇ ਤਾਂ ਸੰਤ ਜਰਨੈਲ ਸਿੰਘ ਨੇ ਸਿੱਖਾਂ ਨੂੰ ਵੀ ਤੇ ਦੁਨੀਆ ਨੂੰ ਵੀ ਇਹ ਦਿਖਾਉਣਾ ਸੀ ਕਿ ਜੰਗਾਂ ਸਰੀਰਾਂ ਨਾਲ ਨਹੀਂ ਲੜੀਆਂ ਜਾਂਦੀਆਂ, ਜੰਗਾਂ ਹਥਿਆਰਾਂ ਨਾਲ ਵੀ ਨਹੀਂ ਲੜੀਆਂ ਜਾਂਦੀਆਂ, ਜੰਗਾਂ ਰੂਹਾਂ ਦੇ ਜ਼ੋਰ ਨਾਲ ਲੜੀਆਂ ਜਾਂਦੀਆਂ। ਇਸ ਕਰਕੇ ਬਹੁਤ ਥੋੜ੍ਹੀ ਗਿਣਤੀ 'ਚ ਹੁੰਦੇ ਹੋਏ ਸਿੱਖਾਂ ਨੇ 18ਵੀਂ ਸਦੀ 'ਚ ਜਦੋਂ ਸਾਹ ਲੈਣ ਵਾਸਤੇ ਵੀ ਹਵਾ ਜ਼ਹਿਰੀਲੀ ਹੋਈ ਪਈ ਸੀ, ਕਿੱਡੀ ਕੁ ਗਿਣਤੀ ਸੀ ਉਦੋਂ ਸਿੱਖਾਂ ਦੀ। ਪੈਰ ਪੈਰ ਤੇ ਖਤਰੇ, ਸਿਰਾਂ ਦੇ ਮੁੱਲ ਪੈ ਰਹੇ ਨੇ, ਰਹਿਣ ਨੂੰ ਕੋਈ ਟਿਕਾਣਾ ਨਹੀਂ, ਜੰਗਲਾਂ 'ਚ ਵਿਚਰ ਰਹੇ ਨੇ, ਨਾ ਭੈ ਮੰਨਿਆ ਨਾ ਕਿਸੇ ਦਬਾਅ ਹੇਠ ਆਏ, ਤੇ ਇੱਕ ਅਜਿਹੇ ਕਾਰਨਾਮੇ ਕੀਤੇ ਜਿਹਨੇ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ। ਸੋ ਇਹ ਜਿਹੜੀ ਅਵਸਥਾ ਸਾਡੀ ਆਈ ਹੈ ਕਿ ਅਸੀਂ ਗਿਣਤੀਆਂ ਦਾ ਭੈ ਮੰਨਣ ਲੱਗ ਗਏ, ਉਹ ਇਸ ਕਰਕੇ ਆਈ ਹੈ ਕਿ ਅਸੀਂ ਉੱਥੋਂ ਟੁੱਟ ਚੁੱਕੇ ਹਾਂ। ਉਹਦੇ ਬੜਾ ਵਿਸਥਾਰ ਕੀਤਾ ਜਾ ਸਕਦਾ ਕਿੱਥੋਂ ਕਿੱਥੋਂ ਅਸੀਂ ਟੁੱਟੇ ਹਾਂ, ਪਰ ਮੈਂ ਅੱਜ ਦੀ ਆਪਾਂ ਗੱਲਬਾਤ 'ਚ ਆਪਾਂ 2 ਸ਼ਬਦਾਂ ਤੇ ਖੜਦੇ ਹਾਂ, ਦੇਸ਼ ਤੇ ਆਜ਼ਾਦੀ। ਕਿਉਂਕਿ ਜਦੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਤਾਂ ਸਿੱਖ ਸਭ ਤੋਂ ਮੂਹਰੇ ਅੱਗੇ ਆਏ ਕਿ ਅਸੀਂ ਦੇਸ਼ ਆਜ਼ਾਦ ਕਰਾਉਣਾ। ਬਸ ਇੱਥੇ ਗੜਬੜ ਪਈ ਸੀ। ਦੇਸ਼ ਤੇ ਆਜ਼ਾਦੀ ਦੋਹਾਂ ਦੇ ਅਰਥ ਆਪਦੇ ਭੁੱਲ ਗਏ। ਆਜ਼ਾਦੀ ਦੇ ਅਰਥ ਜਿਹੜੇ ਉਸ ਮੌਕੇ ਸਮੇਂ ਨੇ ਪ੍ਰਚਲਿਤ ਕਰਤੇ, ਤੇ ਦੇਸ਼ ਦੇ ਅਰਥ ਵੀ। ਹੁਣ 1849 ਤੱਕ ਸਿੱਖਾਂ ਦਾ ਦੇਸ਼ ਕਿਹੜਾ ਸੀ? ਸ਼ਾਹ ਮੁਹੰਮਦ ਜੰਗਨਾਮਾ ਲਿਖਦਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਹਿੰਦ ਤੇ ਪੰਜਾਬ 2 ਅਲੱਗ-ਅਲੱਗ ਐਂਟੀਟੀ ਜਾਂ ਦੋਹਾਂ ਦਾ ਜੰਗ ਹੋ ਰਿਹਾ। ਉਸ ਤੋਂ ਬਾਅਦ ਵੀ ਪ੍ਰੋਫੈਸਰ ਮੋਹਨ ਸਿੰਘ ਕਵਿਤਾ ਲਿਖਦਾ 20ਵੀਂ ਸਦੀ ਦੇ ਵਿੱਚ ਆ ਕੇ ਵੀ, ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਈਓ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀ। ਉਹੀ ਪ੍ਰੋਫੈਸਰ ਮੋਹਨ ਸਿੰਘ ਦੇਸ਼ ਪਿਆਰ ਦੀ ਕਵਿਤਾ ਲਿਖਦਾ ਜਿਹੜੀ ਸਾਡੇ ਛੋਟੇ ਹੁੰਦਿਆਂ ਅਸੀਂ ਸਕੂਲਾਂ ਦੀਆਂ ਕਿਤਾਬਾਂ 'ਚ ਪੜ੍ਹੀ ਸੀ। ਬਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ, ਮੇਰੇ ਦੇਸ਼ ਤੇ ਬਣੀ ਹੈ ਭੀੜ ਭਾਰੀ, ਟੁੱਟ ਪਏ ਨੇ ਬੈਰੀ ਪੰਜਾਬ ਉੱਤੇ। ਪੰਜਾਬ ਦੀ ਰੱਖਿਆ ਲਈ ਮਰ ਰਹੇ ਨੇ। ਪੰਜਾਬ ਦੇਸ਼ ਹੈ, ਤੋ ਦੇਸ਼ ਤੋਂ ਭਾਵ ਦੇਸ਼ ਤੋਂ ਵੱਧ ਜੋ ਉਹਨਾਂ ਦਾ ਹੈਗਾ ਮੁਰਾਦ ਉਹ ਪੰਜਾਬ ਸੀ। ਇਹ ਪੰਜਾਬ ਹਟ ਕੇ ਭਾਰਤ ਕਦੋਂ ਆ ਗਿਆ ਸਾਡੇ ਜਿਹਨ 'ਚ, ਇਹ ਕਹਾਣੀ ਸਮਝਣੀ ਬਹੁਤ ਜ਼ਰੂਰੀ ਹੈ। ਬਸ ਇੱਥੋਂ ਹੀ ਸਾਡੀ ਗੁਲਾਮੀ ਦਾ ਮੁੱਢ ਵੱਜ ਗਿਆ
ਤੇ ਜਿੰਨਾ ਚਿਰ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ, ਅਸੀਂ ਆਜ਼ਾਦੀ ਦੀਆਂ ਗੱਲਾਂ ਕਰੀ ਜਾਵਾਂਗੇ, ਭਰਮ ਪਾਲੀ ਜਾਵਾਂਗੇ ਆਜ਼ਾਦੀ ਦੇ। ਉਹਨਾਂ ਭਰਮਾਂ ਦਾ ਸਾਨੂੰ ਬੜੀ ਮਹਿੰਗੀ ਕੀਮਤ ਤਾਰਨੀ ਪਈ ਆ, ਸਾਨੂੰ ਆਪਦਾ ਅਕਾਲ ਤਖਤ ਢਹਿ ਢੇਰੀ ਕਰਵਾਉਣਾ ਪਿਆ, ਪਰ ਫਿਰ ਵੀ ਨਹੀਂ ਸਮਝੇ। ਹਾਲਾਂਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਇਸ ਤੇ ਗੱਲ ਸਮਝ ਆ ਜਾਣੀ ਚਾਹੀਦੀ ਕਿ ਆਜ਼ਾਦ ਕੌਮਾਂ ਨਾਲ ਅਜਿਹਾ ਵਰਤਾਓ ਨਹੀਂ ਹੁੰਦਾ। ਸੋ ਇਹ ਜਿਹੜੀ ਗੱਲ ਹੈ ਕਿ ਦੇਸ਼ ਭਾਰਤ ਕਦੋਂ ਬਣਿਆ, ਜਦੋਂ ਅੰਗਰੇਜ਼ਾਂ ਨੇ ਇੱਥੇ ਆ ਕੇ ਸਾਰੇ ਦੇਸ਼ ਨੂੰ ਇੱਕ ਮੁੱਠ ਕਰ ਲਿਆ। ਹੁਣ ਉਸੇ ਭਾਰਤ ਦੇ ਵਿੱਚ ਸ਼੍ਰੀਲੰਕਾ ਵੀ ਸੀ, ਉਸੇ ਭਾਰਤ 'ਚ ਬਰਮਾ ਵੀ ਸੀ। 1935 ਤੋਂ ਬਾਅਦ ਬਰਮਾ ਬਣ ਗਿਆ, ਉਹਦਾ ਦੇਸ਼ ਬਦਲ ਗਿਆ। ਇਸੇ ਭਾਰਤ 'ਚ ਜਿਹੜਾ ਅੱਜ ਪਾਕਿਸਤਾਨ ਆ ਉਹ ਵੀ ਇਸੇ ਵਿੱਚ, ਜਿਹਦਾ ਮਤਲਬ ਦੇਸ਼ ਬਦਲਦੇ ਰਹਿੰਦੇ ਨੇ। ਇਹ ਕੋਈ ਭਾਰਤ, ਇਹ ਕੋਈ ਦੇਵੀ ਰਚਨਾ ਨਹੀਂ ਕਿ ਰੱਬ ਨੇ ਇਸ ਭਾਰਤ ਸਿਰਜਤਾ ਅਜਿਹਾ। ਇਹ ਤਾਂ ਮੌਕੇ ਦੀ ਜਿਹੜੀ ਹਕੂਮਤ ਹੈ, ਕਿਹਨੇ ਕਿੰਨੇ ਇਲਾਕੇ ਤੇ ਕਬਜ਼ਾ ਕਰ ਲਿਆ, ਉਹਨੂੰ ਆਪਦਾ ਦੇਸ਼ ਕਹਿਤਾ ਉਹਨਾਂ ਨੇ। ਸੋ ਸਿੱਖ ਦਾ ਜਿਹੜਾ ਸਾਰਾ ਸੰਬੰਧ ਆ, ਇੱਕ ਆਤਮਿਕ ਰਿਸ਼ਤਾ, ਉਹ ਪੰਜਾਬ ਨਾਲ ਜੁੜਿਆ ਹੋਇਆ। ਉਹਦੇ ਦੋ ਕਾਰਨ ਹੈ। ਇੱਕ ਤਾਂ ਇਹ ਕਿ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ, ਖਾਲਸੇ ਦੀ ਸਿਰਜਣਾ ਪੰਜਾਬ ਦੀ ਧਰਤੀ ਤੇ ਹੋਈ। ਦੂਜੀ ਗੱਲ, ਗੁਰੂ ਸਾਹਿਬਾਨ ਨੇ 10 ਪਾਤਸ਼ਾਹੀਆਂ 'ਚ ਜੋ ਕੰਮ ਕੀਤਾ, ਇੱਕ ਨਵਾਂ ਸਮਾਜ, ਨਵਾਂ ਮਨੁੱਖ ਸਿਰਜ ਕੇ ਦਿਖਾਉਣਾ ਸੀ, ਉਹਨੂੰ ਕਰਮ ਖੇਤਰ ਆਪਦਾ ਉਹਨਾਂ ਨੇ ਪੰਜਾਬ ਬਣਾਇਆ। ਹੁਣ ਅੱਜ ਸਾਨੂੰ ਕਈ ਵਾਰ ਕੁਰਾਹੇ ਪਾਉਣ ਵਾਸਤੇ, ਭੁਲੇਖਿਆਂ 'ਚ ਪਾਉਣ ਵਾਸਤੇ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਤਾਂ ਕੋਈ ਦੇਸ਼ ਨਹੀਂ ਸੀ ਜੀ, ਉਹ ਤਾਂ ਸਾਰੇ ਨਾ ਇਕੱਲਾ ਪੰਜਾਬ ਨਹੀਂ ਸੀ, ਉਹ ਤਾਂ ਸਾਰੇ ਹਿੰਦੁਸਤਾਨ 'ਚ ਉਹ ਤਾਂ ਘੁੰਮੇ, ਹਿੰਦੁਸਤਾਨ ਜਗ੍ਹਾ ਜਗ੍ਹਾ ਗਏ, ਇਸ ਕਰਕੇ ਉਹਨਾਂ ਨੇ ਤਾਂ ਕਦੇ ਇਸ ਤਰ੍ਹਾਂ ਦੀ ਸੌੜੀ ਆਪਦੇ ਆਪ ਨੂੰ ਤੰਗ ਦਾਇਰੇ 'ਚ ਬਲਿਆ ਹੀ ਨਹੀਂ। ਪਰ ਅਸੀਂ ਕਹਿੰਦੇ ਇਸੇ ਗੱਲ ਨੂੰ ਹੋਰ ਅੱਗੇ ਲੈ ਕੇ ਜਾਓ, ਹਿੰਦੁਸਤਾਨ ਤੋਂ ਬਾਹਰ ਵੀ ਉਹ ਮੱਕੇ ਮਦੀਨੇ ਤੱਕ ਗਏ, ਬਗਦਾਦ ਤੱਕ ਗਏ, ਤਿੱਬਤ ਤੱਕ ਗਏ। ਫਿਰ ਉਹ ਭਾਰਤ ਦੇਸ਼ ਉਹਨਾਂ ਦਾ ਕਿਵੇਂ ਹੋ ਗਿਆ? ਫਿਰ ਤਾਂ ਇਹ ਮੰਨੋ ਕਿ ਜੋ ਹਕੀਕਤ ਹੈ ਕਿ ਉਹ ਜਗਤ ਗੁਰੂ ਸੀਗੇ। ਉਹਨਾਂ ਦਾ ਜਿਹੜਾ ਉਦੇਸ਼ ਸੀ, ਸਾਰੀ ਮਾਨਵਤਾ ਦਾ ਭਲਾ, ਸਰਬੱਤ ਦਾ ਭਲਾ, ਸਮੁੱਚੀ ਮਾਨਵਤਾ ਦਾ। ਬਾਬੇ ਤਾਰੇ ਚਾਰ ਚੱਕ, ਜਿੱਥੋਂ ਅਸੀਂ ਉਹਨਾਂ ਨੂੰ ਜਗਤ ਗੁਰੂ ਕਹਿੰਦੇ ਆ, ਉਹ ਕਿਸੇ ਦੇਸ਼ ਦੇ ਗੁਰੂ ਨਹੀਂ ਸੀ। ਪਰ ਫਿਰ ਵੀ ਪੰਜਾਬ ਨਾਲ ਇੱਕ ਉਹਨਾਂ ਦਾ ਖਾਸ ਰਿਸ਼ਤਾ ਜੁੜ ਗਿਆ ਕਿ ਇੱਥੇ ਜੋ ਵੀ ਸਿਰਜਣਾ ਕੀਤੀ ਉਹਨਾਂ ਨੇ ਉਹ ਪੰਜਾਬ ਦੀ ਧਰਤੀ ਤੇ ਕੀਤੀ। ਜੋ ਜੰਗਾਂ ਹੋਈਆਂ, ਜੋ ਇਤਿਹਾਸ ਸਿਰਜਿਆ ਗਿਆ, ਉਹ ਫਿਰ ਪੰਜਾਬ ਦੇ ਵਿੱਚ ਹੀ ਸਿਰਜਿਆ ਗਿਆ। ਇਹ ਠੀਕ ਹੈ ਕਿ ਅੱਜ ਸਾਨੂੰ ਕੋਈ ਸਿਗਲੀਗਰ ਸਿੱਖ ਕੋਈ ਕਿਤੇ ਦੂਰ ਦੂਰ ਤੱਕ ਬੈਠੇ ਮਿਲ ਜਾਣਗੇ, ਦੱਖਣ ਦੇ ਵਿੱਚ ਬੈਠੇ ਵੀ ਸਿੱਖ ਮਿਲ ਜਾਣਗੇ, ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਹੀ ਪ੍ਰਚਾਰ ਕੀਤਾ ਉਹਨਾਂ ਨੇ ਉਹ ਪ੍ਰਭਾਵ ਕਬੂਲ ਲਿਆ। ਪਰ ਤੁਸੀਂ ਇੱਕ ਗੱਲ ਸੋਚੋ ਕਿ ਉਦੋਂ ਬਾਅਦ 18ਵੀਂ ਸਦੀ ਦਾ ਜੋ ਸਾਰਾ ਇਤਿਹਾਸ ਹੈ, ਉਹ ਸਿੱਖਾਂ ਦੇ ਵਰਗ ਕਿੱਧਰ ਗਏ, ਉਹਨਾਂ ਦਾ ਰੋਲ ਉਹਦੇ ਵਿੱਚ, ਉਹ ਕਿਵੇਂ ਮਾਰਜਨ ਤੇ ਚਲੇ ਗਏ। ਸੋ ਜਿੱਥੇ ਆਪਦਾ ਕਰਮ ਖੇਤਰ ਬਣਾਇਆ ਗੁਰੂ ਸਾਹਿਬ ਨੇ, ਇੱਥੇ ਹੀ ਉਹਨਾਂ ਨੇ ਨਵੀਂ ਸਿਰਜਣਾ ਕਰਕੇ ਦਿਖਾਈ। ਇਹ ਠੀਕ ਹੈ ਕਿ ਉਹਦੇ ਪ੍ਰਭਾਵ ਦੂਰ ਤੱਕ ਪੈਣਗੇ। ਗੁਰੂ ਨਾਨਕ ਸਾਹਿਬ ਤੋਂ ਮੱਕੇ ਮਦੀਨੇ, ਤਿੱਬਤ, ਬਗਦਾਦ ਤੱਕ ਲੋਕ ਕੈਲ ਹੋਏ ਹੁੰਦੇ ਨੇ ਹਮੇਸ਼ਾ ਹੀ। ਅਸੀਂ ਅੱਜ ਇੱਥੇ ਬੈਠੇ ਕੋਈ ਉਦਾਹਰਨ ਸਿਰਜ ਦਿੰਦੇ ਹਾਂ, ਐਡਮਿੰਟਨ 'ਚ ਬੈਠੇ, ਉਹਦਾ ਦੂਰ ਤੱਕ ਪ੍ਰਭਾਵ ਪਊਗਾ, ਉਹ ਗੱਲ ਵੱਖਰੀ ਹੈ। ਸੋ ਅਸੀਂ ਜੋ ਚੀਜ਼ ਆਪਦੀ ਬਚਾਉਣੀ ਸੀ, ਉਹਦਾ ਸੰਬੰਧ ਪੰਜਾਬ ਨਾਲ ਹੈ। ਸੋ ਇੱਕ ਤਾਂ ਜਿਹੜੀ ਸਾਡੇ ਇਹ ਫਰਕ ਪੈ ਗਿਆ ਕਿ ਅਸੀਂ ਦੇਸ਼ ਜਿਹੜਾ ਪੰਜਾਬ ਦੀ ਬਜਾਏ ਇਹ ਬਣ ਗਿਆ ਕਿ ਭਾਰਤ ਸਾਡਾ ਦੇਸ਼, ਇਹ ਜਿਹਨ 'ਚ ਪੱਕਾ ਬਿਠਾਤਾ। ਦੂਜੀ ਗੱਲ, ਆਜ਼ਾਦੀ। ਸਿੱਖ ਬੜੇ ਸਰਗਰਮੀ ਨਾਲ, ਜੋਸ਼ ਖਰੋਸ਼ ਨਾਲ ਅੱਗੇ ਆਏ ਕਿ ਅਸੀਂ ਦੇਸ਼ ਦੀ ਆਜ਼ਾਦੀ ਲਈ ਲੜਨਾ ਹੈ। ਚੰਗਾ ਜਜ਼ਬਾ ਗੁਰੂ ਸਾਹਿਬ ਨੇ ਭਰਿਆ ਆਜ਼ਾਦੀ ਲਈ। ਪਰ ਇਹ ਉੱਥੇ ਕਿਸੇ ਨੇ ਨਾ ਸੋਚਿਆ ਕਿ ਜੋ ਆਜ਼ਾਦੀ ਦੇ ਅਰਥ ਉਦੋਂ ਦਿੱਤੇ ਜਾ ਰਹੇ ਸੀ, ਕੀ ਗੁਰੂ ਸਾਹਿਬ ਦਾ ਉਦੇਸ਼ ਉਹ ਆਜ਼ਾਦੀ ਸੀ? ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਿ ਮਨੁੱਖ ਨੂੰ ਮੁਕੰਮਲ ਤੌਰ ਤੇ ਆਜ਼ਾਦ ਕਰਨਾ। ਕੋਈ ਵੀ ਵਿਅਕਤੀ ਆਜ਼ਾਦ ਮੁਕੰਮਲ ਤੌਰ ਤੇ ਉਦੋਂ ਹੋਊ ਜਦੋਂ ਉਹ ਨਿਰਭੈ ਤੋਂ, ਭੈ ਤੋਂ ਮੁਕਤ ਹੋ ਜੂ। ਡਰ ਅਧੀਨ ਜਿਉਂ ਰਿਹਾ ਬੰਦਾ ਕੀ ਮੁਕਤ ਹੋ ਸਕਦਾ ਹੈ, ਆਜ਼ਾਦ ਹੋ ਸਕਦਾ ਹੈ? ਸੋ ਆਜ਼ਾਦੀ ਦਾ ਅਰਥ ਸਿਰਫ ਤਨ ਦੀ ਆਜ਼ਾਦੀ ਨਹੀਂ ਸੀ। ਗੁਰੂ ਸਾਹਿਬ ਜਦੋਂ ਆਜ਼ਾਦੀ ਦੀ ਗੱਲ ਕਰਦੇ ਸੀ ਤਾਂ ਉਹਦੇ ਵਿੱਚ ਤਨ ਦੀ ਆਜ਼ਾਦੀ ਦੇ ਨਾਲੋਂ ਨਾਲ ਆਤਮਾ ਦੇ ਬੰਧਨ ਵੀ ਤੋੜਨੇ ਸੀ ਨਾਲ, ਜਿਹੜੇ ਸਾਨੂੰ ਜਕੜੀ ਰੱਖਦੇ ਨੇ। ਵਿਸ਼ੇ ਵਿਕਾਰ, ਮੋਹ ਪਿਆਰ, ਕਾਮ ਕ੍ਰੋਧ ਲੋਭ, ਜੋ ਵੀ ਸਾਨੂੰ ਦੱਸਿਆ ਸਾਰਿਆਂ ਨੂੰ ਪਤਾ ਹੈ। ਹੁਣ ਜਿਹੜੇ ਬੰਦੇ ਦੇ ਮਨ ਦੇ ਵਿੱਚ ਭੈ ਹੈ ਜਾਂ ਦੂਜੇ ਉੱਤੇ ਦਾਬਾ ਪਾਉਣ ਦੀ, ਗਲਬਾ ਪਾਉਣ ਦੀ ਹਵਸ ਪਈ ਹੈ, ਉਹਦੇ ਮਨ ਦੇ ਅੰਦਰ ਕੋਈ ਲਾਲਚ ਹੈ, ਦਬੈਸ਼ ਹੈ, ਨਫ਼ਰਤ ਹੈ, ਉਹ ਆਜ਼ਾਦੀ ਦਾ ਸਮਰਥਕ ਕਿਵੇਂ ਹੋ ਜਾਊਗਾ? ਉਹ ਤਾਂ ਦੂਜੇ ਨੂੰ ਗੁਲਾਮ ਬਣਾਊਗਾ, ਜਾ ਕੇ ਦੂਜੇ ਨੂੰ ਦਬਾ ਕੇ ਰੱਖੂਗਾ, ਦੂਜੇ ਨੂੰ ਭੈ ਦੇਊਗਾ। ਸੋ ਅਸੀਂ ਤਾਂ ਅਜਿਹੇ ਮਨੁੱਖ ਸਿਰਜਣੇ ਸੀ, ਜਿਹੇ ਸਿਰਜੇ ਸੀ ਗੁਰੂ ਸਾਹਿਬ ਨੇ, ਜਿਹੜੇ ਫਿਰ ਲੋਕਾਂ ਦੀਆਂ ਬਹੂ ਬੇਟੀਆਂ ਜਾ ਕੇ ਛਡਾ ਕੇ ਆਉਂਦੇ ਸੀਗੇ। ਕਿੰਨੀ ਤਾਕਤ ਹੈ ਹੱਥ ਦੇ ਵਿੱਚ, ਕਿੱਡੇ ਦਲ ਬਣੇ ਹੋਏ ਨੇ ਹਥਿਆਰਬੰਦ, ਜਿੱਥੋਂ ਤੱਕ ਜਾਂਦੇ ਨੇ ਕੋਈ ਬੈਰੀ ਮੂਹਰੇ ਅੜ ਨਹੀਂ ਸਕਦਾ, ਪਰ ਕਿਤੇ ਵੀ ਜਾ ਕੇ ਗਲਬਾ ਨਹੀਂ ਸਥਾਪਿਤ ਕਰ ਰਹੇ, ਕਿਸੇ ਨੂੰ ਲੁੱਟ ਨਹੀਂ ਰਹੇ, ਕਿਸੇ ਨੂੰ ਡਰਾ ਨਹੀਂ ਰਹੇ, ਕਿਸੇ ਨੂੰ ਧਮਕਾ ਨਹੀਂ ਰਹੇ। ਤੁਸੀਂ ਕਿਸ ਬਦਲੂੜੀ ਪਾਤਸ਼ਾਹੀ ਜੇ ਕਿਤਾਬ ਪੜ੍ਹੀ ਹੋਵੇ, ਉਹਦੇ 'ਚ ਦੇਖੋ ਕਿ ਮਰਹੱਟਿਆਂ ਨੇ ਬੰਗਾਲ ਵਿੱਚ ਜਾ ਕੇ ਜੋ ਕੁਛ ਕੀਤਾ ਉਹ ਪੜ੍ਹਿਆ ਵੀ ਨਹੀਂ ਜਾ ਸਕਦਾ ਵੀ ਇੰਨਾ ਜ਼ੁਲਮ ਵੀ ਕੋਈ ਕਰ ਸਕਦਾ। ਉਹਨਾਂ ਦੇ ਹੱਥ 'ਚ ਵੀ ਹਥਿਆਰ ਆਏ ਸੀ, ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਹਥਿਆਰ ਚੁਕਾਏ ਹੀ ਉਦੋਂ ਜਦੋਂ ਇਹ ਗਰੰਟੀ ਹੋ ਗਈ ਕਿ ਹਥਿਆਰਾਂ ਦੀ ਦੁਰਵਰਤੋਂ ਨਹੀਂ ਹੋਊਗੀ। ਜੰਗਾਂ ਪਹਿਲੇ ਪਾਤਸ਼ਾਹ ਵੀ ਲੜ, ਹਰ ਪਾਤਸ਼ਾਹ ਹਰ ਕੁਛ ਕਰਨ ਦੇ ਸਮਰੱਥ ਸੀ। ਪਹਿਲੇ ਪਾਤਸ਼ਾਹ ਵੀ ਜੰਗ ਲੜ ਸਕਦੇ ਸੀਗੇ, ਉਹ ਵੀ ਹਥਿਆਰ ਚੁਕਾ ਸਕਦੇ ਸੀ, ਪਰ ਨਹੀਂ, ਅਜੇ ਸਿਰਜਣਾ ਕਰਨੀ ਸੀਗੀ ਉਹਨਾਂ ਰੂਹਾਂ ਦੀ ਵੀ ਜਦੋਂ ਉਹਨਾਂ ਦੇ ਹੱਥ 'ਚ ਹਥਿਆਰ ਆਉਣਗੇ
ਤਾਂ ਉਹਨਾਂ ਦੀ ਦੁਰਵਰਤੋਂ ਨਹੀਂ ਹੋਊਗੀ। ਕਿਸੇ ਨੂੰ ਦਬਾਉਣ ਵਾਸਤੇ, ਕਿਸੇ ਨੂੰ ਲੁੱਟਣ ਵਾਸਤੇ, ਕਿਸੇ ਨੂੰ ਸਤਾਉਣ ਵਾਸਤੇ ਨਹੀਂ ਹੋਊ, ਉਹ ਬਚਾਉਣ ਵਾਸਤੇ ਹੋਊ। ਸੋ ਇਹ ਅਰਥ ਸਾਨੂੰ ਦਿੱਤੇ ਆਜ਼ਾਦੀ ਦੇ ਕਿ ਅਜਿਹਾ ਆਜ਼ਾਦ ਮਨੁੱਖ, ਤੇ ਜਦੋਂ ਅਜਿਹੇ ਆਜ਼ਾਦ ਮਨੁੱਖ ਇਕੱਠੇ ਹੋਣਗੇ ਉਹੀ ਆਜ਼ਾਦ ਸਮਾਜ ਹੋਊ। ਦੂਜਾ ਸਮਾਜ ਕਿਵੇਂ ਆਜ਼ਾਦ ਹੋ ਸਕਦਾ ਜਿੱਥੇ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਪਾਲੀਆਂ ਜਾ ਰਹੀਆਂ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਦਬਾਇਆ ਜਾ ਰਿਹਾ, ਉੱਥੇ ਉਹਨੂੰ ਤੁਸੀਂ ਆਜ਼ਾਦ ਕਿਵੇਂ ਕਹਿ ਦਿਓਗੇ? ਸੋ ਇਹ ਬੜੀ ਸੋਚਣ ਵਾਲੀ ਤੇ ਬੜੀ ਮਹੱਤਵਪੂਰਨ ਗੱਲ ਹੈ ਕਿ ਸਾਨੂੰ ਇੰਨਾ ਕੁਛ ਦੇ ਕੇ ਉਹਨਾਂ ਨੇ ਉਦਾਹਰਨਾਂ ਆਪ ਸਿਰਜ ਕੇ ਆਜ਼ਾਦੀ ਦੇ ਅਰਥ ਦੱਸੇ ਸੀ ਕਿ ਆਜ਼ਾਦੀ ਦਾ ਭਾਵ ਆ ਹੈ ਨਿਰਭਉ ਤੇ ਨਿਰਵੈਰ। ਜਦੋਂ ਹਰ ਕਿਸਮ ਦੀ ਮਨ ਵਿੱਚੋਂ ਖਤਮ ਹੋ ਗਈ, ਉਹੀ ਬੰਦੇ ਫਿਰ ਉਸ ਤਰ੍ਹਾਂ ਦਾ ਸਮਾਜ ਸਿਰਜ ਸਕਣਗੇ। ਉਹ ਸਮਾਜ ਸਿਰਜ ਕੇ ਵੀ ਦਿਖਾਇਆ, ਉਹ ਰਾਜ ਵੀ ਸਿਰਜ ਕੇ ਦਿਖਾਇਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਨੂੰ ਪਤਾ ਹੈ ਕਿ ਐਡੀ ਘੱਟ ਗਿਣਤੀ, ਮੇਰੇ ਖਿਆਲ ਸ਼ਾਇਦ 10 ਜਾਂ 11% ਸੀ ਉਦੋਂ, ਜਾਂ 9% ਜਿਹੜਾ ਵੱਡਾ ਪੰਜਾਬ ਰਾਜ ਦਾ ਸੀਗਾ, ਉਹ ਲੋਕਾਂ ਨੂੰ ਕਿਵੇਂ ਮਕਬੂਲ ਹੋ ਗਿਆ। ਕਿਸੇ ਵਿਰੋਧੀ ਨੇ ਵੀ ਇੱਕ ਵੀ ਗੱਲ ਦਰਜ ਨਹੀਂ ਕੀਤੀ ਜਿੱਥੋਂ ਇਹ ਲੱਗੇ ਕਿ ਉਹਨੇ ਲੋਕਾਂ ਦੇ ਉੱਤੇ ਕੋਈ ਜ਼ੁਲਮ ਕੀਤੇ ਹੋਣ। ਇੱਕ ਵੀ ਉਦਾਹਰਨ ਉਹਨੇ ਕਿਸੇ ਪੱਛਮ ਦੇ ਲੋਕਾਂ ਤੋਂ ਨਹੀਂ ਸੀ ਸਿੱਖਿਆ ਇਹ ਵੀ ਜਮਹੂਰੀਅਤ ਕੀ ਹੁੰਦੀ ਹੈ। ਉਹਨੂੰ ਤਾਂ ਜੋ ਗੁਰੂ ਸਾਹਿਬ ਨੇ ਦਿੱਤਾ ਸੀਗਾ, ਉਹਨੇ ਗੁਰਬਾਣੀ ਦੇ ਵਿੱਚੋਂ ਸੁਤੇ ਸਿੱਧੇ ਅਰਥ ਗ੍ਰਹਿਣ ਕੀਤੇ ਸੀ ਕਿ ਸਿੱਖ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ। ਇਹ ਗੱਲਾਂ ਸੀ ਸਾਡੀਆਂ ਵਿਲੱਖਣ, ਸਾਡਾ ਨਿਆਰਾਪਣ। 18ਵੀਂ ਸਦੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਜਦੋਂ ਸਿੱਖਾਂ ਦੀ ਤਾਕਤ ਵਧੀ, ਲਾਹੌਰ ਤੇ ਪਹਿਲੀ ਵਾਰ ਕਬਜ਼ਾ ਕੀਤਾ ਜਦੋਂ ਅਹਿਮਦ ਸ਼ਾਹ ਅਬਦਾਲੀ ਮੁੜ ਗਿਆ, ਤੇ ਕੁਝ ਮਹੀਨੇ ਲਾਹੌਰ ਦੇ ਵਿੱਚ ਸਿੱਖਾਂ ਦਾ ਰਾਜ ਰਿਹਾ, ਲਹਿਣਾ ਸਿੰਘ, ਚੜਤ ਸਿੰਘ ਤੇ ਹੋਰ ਸਾਰੇ ਉਹ ਸਰਦਾਰਾਂ ਦਾ। ਮੁੜ ਕੇ ਜਦੋਂ ਅਹਿਮਦ ਸ਼ਾਹ ਅਬਦਾਲੀ ਮੁੜ ਕੇ ਆਇਆ ਹਮਲਾ ਕਰਨ, ਤਾਂ ਲਾਹੌਰ ਦੇ ਵਿੱਚੋਂ ਹਿੰਦੂਆਂ ਤੇ ਮੁਸਲਮਾਨਾਂ ਦਾ ਜਿਹੜੇ ਪਤਵੰਤੇ ਸੀ, ਜਿਹਨੂੰ ਅਸੀਂ ਐਲੀਟ ਕਹਿ ਦਿੰਦੇ ਹਾਂ, ਉਹ ਇੱਕ ਡੈਲੀਗੇਸ਼ਨ ਲੈ ਕੇ ਬਾਹਰ ਜਾ ਕੇ, ਜੇ ਲਾਹੌਰ 'ਚੋਂ ਬੜਿਆ ਵੀ ਨਹੀਂ ਸੀ, ਉਹਨੂੰ ਜਾ ਕੇ ਉਹਨਾਂ ਨੇ ਫਰਿਆਦ ਕੀਤੀ ਕਿ ਬਾਕੀ ਪੰਜਾਬ ਜੋ ਮਰਜ਼ੀ ਕਰ ਲੈ, ਪਰ ਲਾਹੌਰ ਦੇ ਵਿੱਚ ਸਿੱਖਾਂ ਦੇ ਰਾਜ ਨੂੰ ਨਾ ਬਦਲੀ, ਉੱਥੇ ਸਿੱਖਾਂ ਦਾ ਰਾਜ ਹੀ ਰਹਿਣ ਦੇ। ਉਹ ਕਹਿੰਦੇ ਜ਼ਿੰਦਗੀ 'ਚ ਪਹਿਲੀ ਵਾਰ ਅਸੀਂ ਆਜ਼ਾਦੀ ਮਾਣੀ ਹੈ। ਉਹ ਸਿੱਖ ਜਿਨ੍ਹਾਂ ਉੱਤੇ ਉਸ ਮੌਕੇ ਮੁਗਲਾਂ ਵੱਲੋਂ ਇੰਨੇ ਜ਼ੁਲਮ ਹੋ ਰਹੇ ਸੀ, ਉਹ ਜਦੋਂ ਲਾਹੌਰ 'ਚ ਉਹਨਾਂ ਦੇ ਹੱਥ 'ਚ ਤਾਕਤ ਆਈ ਤਾਂ ਉਹਨਾਂ ਬੰਦਿਆਂ ਨੇ ਆਪ ਕਿਹਾ ਕਿ ਈਦ ਦੇ ਮੌਕੇ ਸਾਨੂੰ ਜਿਵੇਂ ਇਹਨਾਂ ਨੇ ਤੋਹਫੇ ਦਿੱਤੇ ਤੇ ਜਿਵੇਂ ਪਿਆਰ ਦਿਖਾਇਆ, ਵੀ ਇਹ ਤਾਂ ਸਾਨੂੰ ਕਦੇ ਵੀ ਨਹੀਂ ਸੀ ਮਿਲਿਆ। ਹੁਣ ਇਹ ਗੁਣ ਕਿਹਨੇ ਭਰੇ? ਜਦੋਂ ਅਸੀਂ ਸੇਧ ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਤੋਂ, ਸਾਡੇ ਜੀਵਨ ਦੇ ਹਰ ਖੇਤਰ 'ਚ ਅਸੀਂ ਉੱਥੋਂ ਗ੍ਰਹਿਣ ਕਰ, ਆਪਦੇ ਮਨ ਪਿੱਛੇ ਨਹੀਂ ਸੀ ਚੱਲਦੇ। ਮਨ ਤਾਂ ਬੜੀ ਗੁਰੂ ਸਾਹਿਬ ਨੇ ਇਸੇ ਗੱਲੋਂ ਤੋਂ ਸਾਨੂੰ ਵੱਧ ਲਿਆ ਸੀ, ਮਨ ਜੀਤਿਆ ਜਗ ਜੀਤ। ਮਨ ਪਿੱਛੇ ਨਹੀਂ ਜਾਣਾ, ਕਾਬੂ ਕਰਨਾ ਹੈ ਉਹਨਾਂ ਸਾਰੀਆਂ ਜੋ ਵੀ ਸਾਡੇ ਪ੍ਰਵਿਰਤੀਆਂ ਇਸ ਤਰ੍ਹਾਂ ਦੀਆਂ ਉੱਠਦੀਆਂ ਹਨ, ਤਾਂ ਹੀ ਉਹ ਉਦਾਹਰਨ ਕਾਇਮ ਕਰ ਸਕੇ ਸੀ। ਸੋ ਮੈਂ ਹੈਰਾਨ ਹੁੰਨਾ ਕਿ ਬਹੁਤ ਕੁਝ ਲਿਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਬਾਰੇ, ਪਰ ਕਿਤੇ ਇੱਕ ਵੀ ਘਟਨਾ, ਕਿਉਂਕਿ ਜਦੋਂ ਹੱਥ 'ਚ ਤਾਕਤ ਆਈ ਉਦੋਂ ਆਈ ਜਦੋਂ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਕਤਲ ਹੋ ਚੁੱਕੇ ਸੀ ਬਹੁਤ ਬੁਰੀ ਤਰ੍ਹਾਂ। ਸਭ ਨੂੰ ਪਤਾ ਹੈ ਕਿ ਲਾਹੌਰ ਦੇ ਨਕਸ ਚੌਂਕ 'ਚ ਕਿਵੇਂ ਸਾਡੀਆਂ ਜੋ ਸਿੱਖ ਮਾਵਾਂ ਸੀ, ਉਹਨਾਂ ਦੇ ਗਲਾਂ 'ਚ ਬੱਚਿਆਂ ਦੇ ਹਾਰ ਪਾਏ ਗਏ, ਜਾਂ ਵਰਸ਼ਾਂ ਦੇ ਨੋਕਾਂ 'ਤੇ ਉਹਨਾਂ ਦੇ ਬੱਚੇ ਟੰਗੇ ਗਏ, ਸਾਰਾ ਕੁਝ ਹੋਇਆ। ਹੁਣ ਇਹ 'ਚ ਕਿੰਨੀ ਭੜਕਾਹਟ ਹੋ ਸਕਦੀ ਹੈ ਕਿ ਜਦੋਂ ਸਾਡੇ ਹੱਥ 'ਚ ਰਾਜ ਆਇਆ ਤਾਂ ਅਸੀਂ ਬਦਲਾ ਲਵਾਂਗੇ। ਇੱਕ ਵੀ ਘਟਨਾ ਕਿਤੇ ਬਦਲੇ ਦੀ ਨਾ ਹੋਣੀ, ਜਦੋਂ ਗੱਲਾਂ ਇੰਨੀਆਂ ਤਾਜ਼ਾ ਪਈਆਂ ਸੀ। ਅੱਜ ਅਸੀਂ ਦੇਖੋ ਕਿਵੇਂ, ਅੱਜ ਸਾਡਾ ਬਿਹਾਰ ਕੀ ਹੈ। ਇਹ ਸੀ ਸਾਡੀ ਜਿਹੜੀ ਵਿਲੱਖਣਤਾ, ਤੇ ਉਹਦਾ ਕਾਰਨ ਇਹ ਸੀ ਕਿ ਅਸੀਂ ਸੇਧ ਉੱਥੋਂ ਲੈਂਦੇ ਸੀ। ਸੋ ਇਸ ਕਰਕੇ ਇਹ ਗੜਬੜ ਕਦੋਂ ਹੋਈ ਕਿ ਅਸੀਂ ਉਹ ਗੱਲਾਂ ਭੁੱਲ ਗਏ, ਆਜ਼ਾਦੀ ਦੇ ਅਰਥ ਵੀ ਭੁੱਲ ਗਏ, ਦੇਸ਼ ਦੇ ਅਰਥ ਵੀ ਭੁੱਲ ਗਏ। ਕੁਰਬਾਨੀਆਂ ਕੀਤੀਆਂ, ਮਰੇ ਆ, ਤੇ ਉਹ ਬਾਰ-ਬਾਰ ਗਿਣਾਉਂਦੇ ਵੀ ਆ ਵੀ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ, ਪਰ ਉਹਨਾਂ ਕੁਰਬਾਨੀਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜੋ ਤੁਸੀਂ ਆਪਦੇ ਰਾਹ ਤੋਂ ਤਾਂ ਭਟਕ ਗਏ, ਜਿਸ ਰਾਹ ਗੁਰੂ ਨੇ ਪਾਇਆ ਸੀ ਉਹ ਛੱਡ ਕੇ ਕਿਸੇ ਹੋਰ ਰਾਹ ਪੈ ਗਏ। ਉਹ ਤੇ ਤੁਸੀਂ ਉਹਨਾਂ ਤੇ ਆਸਾਨ ਜਤਾਓ ਜਾ ਕੇ, ਕੋਈ ਜਿਵੇਂ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਇਸ ਤਰ੍ਹਾਂ ਸਾਨੂੰ ਤੁਹਾਨੂੰ ਉਮੀਦ ਨਹੀਂ ਸੀ, ਇਹ ਗੱਲ ਨਹੀਂ। ਸੋ ਇਹ ਜਿਹੜਾ ਇੱਥੇ ਮੈਂ ਗੱਲ ਜਿਹੜੀ ਕੀਤੀ ਹੈ ਗਿਆਨ ਦੀ ਗੱਲ, ਵੀ ਇਸ ਤਰ੍ਹਾਂ ਉਹ ਟੂਲ ਬਣਦਾ, ਫਿਰ ਉਹ ਸੰਦ ਬਣਦਾ ਹੈ ਗਲਬੇ ਦਾ। ਜਦੋਂ ਤੁਸੀਂ ਆਪਦਾ ਗਿਆਨ ਛੱਡ ਕੇ ਕਿਸੇ ਹੋਰ ਦਾ ਗਿਆਨ ਗ੍ਰਹਿਣ ਕਰ ਲੈਂਦੇ ਹੋ, ਇਹ ਕੰਮ ਕੀਤਾ ਜਾਂਦਾ ਹੈ ਬੜੇ ਸਟਲ ਢੰਗ ਨਾਲ। ਉਹਦਾ ਨਤੀਜਾ ਕੀ ਹੁੰਦਾ ਜਾ ਕੇ, ਹੁਣ ਜਿਵੇਂ ਦੇਸ਼ ਦੀ ਮੈਂ ਗੱਲ ਕਰਦਾ ਕਿ ਜਦੋਂ ਭਾਰਤ ਦੇਸ਼ ਸਮਝ ਲਿਆ, ਨੰਬਰ 1 ਜਿਸ ਵਿਚਾਰਧਾਰਾ 'ਚੋਂ ਇਹ ਗੱਲ ਨਿਕਲੀ ਦੇਸ਼ ਵਾਲੀ, ਉਹੀ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਜਿਹੜਾ ਦੇਸ਼ ਭਗਤੀ ਹੈ ਜਾਂ ਨੈਸ਼ਨਲਿਜ਼ਮ ਜਾਂ ਰਾਸ਼ਟਰਵਾਦ, ਇਹ ਸੁਪਰੀਮ ਵਰਚੂ, ਸਭ ਤੋਂ ਵੱਡੀ ਗੱਲ ਇਹ ਹੈ। ਦੇਸ਼ ਤੋਂ ਉੱਤੇ ਕੋਈ ਨਹੀਂ। ਹਰ ਨਾਗਰਿਕ ਤੋਂ ਜਿਹੜਾ ਵੀ ਸਿਟੀਜ਼ਨ ਹੈ ਉਸ ਦੇਸ਼ ਦਾ, ਉਹ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਉਹਦੀ ਪਹਿਲੀ ਵਫਾਦਾਰੀ ਦੇਸ਼ ਨਾਲ ਹੈ, ਧਰਮ ਨਾਲ ਨਹੀਂ, ਆਪਦੀ ਜਮਾਤ ਨਾਲ ਨਹੀਂ, ਜਾਤ ਨਾਲ ਨਹੀਂ। ਉਹਦੀ ਜਿਹੜੀ ਸਭ ਤੋਂ ਵੱਡੀ ਆਇਡੈਂਟੀਟੀ ਹੈ, ਉਹ ਪਛਾਣ ਹੈ, ਉਹ ਹੈ ਦੇਸ਼ ਵਾਲੀ, ਅਸੀਂ ਭਾਰਤ। ਸੋ ਇਹ ਕਿਹਾ ਜਾਂਦਾ ਵੀ ਇਹ ਪ੍ਰਵਾਨ ਕਰਵਾਇਆ ਜਾਂਦਾ ਕਿ ਪਹਿਲਾਂ ਮੈਂ ਭਾਰਤੀ ਹਾਂ, ਫਿਰ ਮੈਂ ਸਿੱਖ ਹਾਂ, ਜਾਂ ਹਿੰਦੂ ਹਾਂ, ਜਾਂ ਮੁਸਲਮਾਨ ਹਾਂ, ਜਾਂ ਈਸਾਈ। ਹੁਣ ਜਦੋਂ ਅਸੀਂ ਇਹ ਗੱਲ ਪ੍ਰਵਾਨ ਕਰ ਲਈ ਵੀ ਪਹਿਲਾਂ ਮੈਂ ਭਾਰਤੀ ਹਾਂ, ਫਿਰ ਮੈਂ ਸਿੱਖ ਹਾਂ, ਤੇ ਜੇ ਭਾਰਤੀ ਹੋਣ ਕਰਕੇ ਜਾਂ ਭਾਰਤੀ ਦਿਸਣ ਕਰਕੇ ਜਾਂ ਭਾਰਤ ਮੰਗ ਕਰਦਾ ਹੈ ਕਿ ਸਿੱਖਾਂ ਤੇ ਹਮਲਾ ਕੀਤਾ ਜਾਵੇ ਕਿਉਂਕਿ ਸਿੱਖਾਂ ਤੋਂ ਭਾਰਤ ਨੂੰ ਖਤਰਾ ਹੈ, ਜੇ ਇਹ ਜਚਾ ਦਿੱਤਾ ਜਾਵੇ ਕਿ ਇੱਕ ਧਰਮ ਤੋਂ ਦੇਸ਼ ਨੂੰ ਖਤਰਾ ਹੈ, ਤਾਂ ਉਹ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਜਾਂਦੀ। ਕਿਉਂਕਿ ਤੁਸੀਂ ਇਹ ਮੰਨ ਲਿਆ ਕਿ ਦੇਸ਼ ਉੱਪਰ ਹੈ,
ਧਰਮ। ਕੋਈ ਸਮਾਂ ਸੀ ਜਦੋਂ ਧਰਮ ਲਈ ਲੜਨਾ ਤੇ ਧਰਮ ਲਈ ਮਰਨਾ ਬਹੁਤ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ ਤੇ ਧਰਮ ਲਈ ਸ਼ਹੀਦ ਹੋਏ ਲੋਕ ਪੂਜਨੀਕ ਸਮਝੇ ਜਾਂਦੇ ਸੀ। ਫਿਰ ਸਮੇਂ 'ਚ ਤਬਦੀਲੀ ਆਈ ਕਿ ਧਰਮ ਲਈ ਨਹੀਂ, ਕਿਸੇ ਵਿਚਾਰਧਾਰਾ ਲਈ ਲੜਨਾ ਸਭ ਤੋਂ ਵੱਡੀ ਗੱਲ ਹੈ। ਅਸਲੀ ਸ਼ਹੀਦ ਉਹੀ ਨੇ ਤੇ ਧਰਮ ਲਈ ਲੜਨ ਵਾਲੇ ਉਹ ਇੱਕ ਤੰਗ ਨਜ਼ਰ ਤੇ ਸੌੜੇ, ਫਿਰਕੂ ਕਹਿ ਲਓ, ਕੱਟੜ ਕਹਿ ਲਓ, ਬੜੇ ਸ਼ਬਦ ਘੜਤੇ। ਸੋ ਸਾਡੇ ਸਾਹਮਣੇ ਸ਼ਹਾਦਤ ਦੇ ਅਰਥ ਵੀ ਉਹ ਬਣਾਤੇ ਤੇ ਉਹਦਾ ਸਭ ਤੋਂ ਵੱਡਾ ਬਿੰਬ ਸਾਨੂੰ ਸਿਰਜ ਕੇ ਦੇਤਾ ਸ਼ਹੀਦ ਭਗਤ ਸਿੰਘ, ਵੀ ਜਿਹੜਾ ਧਰਮ ਤੋਂ ਉੱਪਰ ਉੱਠ ਕੇ ਇੱਕ ਵਿਚਾਰਧਾਰਾ ਲਈ ਸ਼ਹੀਦ ਹੋਇਆ। ਪਹਿਲਾਂ ਸਾਡੇ ਵਾਸਤੇ ਜਿਹੜਾ ਸ਼ਹਾਦਤ ਦਾ ਬਿੰਬ ਸੀ ਉਹ ਪੰਜਮ ਪਾਤਸ਼ਾਹ ਸੀ, ਸ਼ਹੀਦਾਂ ਦੇ ਸਰਤਾਜ, ਸ਼ਹੀਦੇ ਆਜਮ। ਉਹ ਸਾਡੇ ਮਨਾਂ ਚੋਂ ਲੱਥ ਗਿਆ। ਅਸੀਂ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਬਣਾ। ਇਹ ਨਹੀਂ ਕਿ ਸ਼ਹੀਦ ਭਗਤ ਸਿੰਘ 'ਚ ਕੋਈ ਕਮਜ਼ੋਰੀ ਸੀ ਜਾਂ ਕੋਈ ਊਣਤਾਈ ਸੀ, ਗੱਲ ਬਿਲਕੁਲ ਵੱਖੋ ਵੱਖਰੀ ਹੈ। ਉਹ ਇੱਕ ਵਿਚਾਰਧਾਰਾ ਲਈ ਸ਼ਹੀਦ ਹੋਇਆ। ਉਹ ਵਿਚਾਰਧਾਰਾ ਸਾਡੇ ਲਈ ਗੁਲਾਮੀ ਦੇ ਸੰਗਲ ਬਣੇ ਨੇ, ਦੇਸ਼ ਲਈ, ਰਾਸ਼ਟਰਵਾਦ ਲਈ, ਵੀ ਦੇਸ਼ ਉੱਪਰ ਹੈ, ਧਰਮ ਉਦੋਂ ਹੇਠਾਂ ਹੈ। ਜਦੋਂ ਧਰਮ ਕਿਤੇ ਉਹ ਝਿੜਕਾ ਬਣਦਾ ਤਾਂ ਉਹ ਧਰਮ ਤੇ ਹਮਲਾ ਬੋਲਿਆ ਜਾ ਸਕਦਾ। ਦਰਬਾਰ ਸਾਹਿਬ ਤੇ ਹਮਲਾ ਕਿਉਂ ਹੋਇਆ? ਬੜੀ ਸੌਖੀ ਜੀ ਸਿੰਪਲ ਜੀ ਗੱਲ ਹੈ ਜਿਹੜੀ ਹਰ ਸਿੱਖ ਸਮਝ ਸਕਦਾ ਹੈ। ਆਮ ਤੌਰ ਤੇ ਜੋ ਪ੍ਰੈਸ 'ਚ ਬਣਾਇਆ ਗਿਆ, ਜੋ ਜਸਪਾਲ ਸਿੰਘ ਨੇ ਵੀ ਦੱਸਿਆ, ਜੋ ਤੁਹਾਨੂੰ ਦੱਸਿਆ ਜਾਂਦਾ ਹੈ ਉਹ ਗੱਲ ਸੱਚੀ ਨਹੀਂ ਹੁੰਦੀ, ਜੋ ਜਚਾ ਦਿੱਤੀ ਜਾਂਦੀ ਹੈ। ਦੱਸਿਆ ਇਹ ਗਿਆ ਕਿ ਦਰਬਾਰ ਸਾਹਿਬ ਦੇ ਵਿੱਚ ਕੁਝ ਅਜਿਹੀਆਂ ਹਰਕਤਾਂ ਹੋ ਰਹੀਆਂ ਸੀ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਜਿਹੀਆਂ ਕਾਰਵਾਈਆਂ ਕਰ ਰਹੇ ਸੀ ਜਿਹ ਤੋਂ ਦੇਸ਼ ਨੂੰ ਖਤਰਾ ਸੀ, ਮੁਜਰਮਾਨਾ ਕਾਰਵਾਈਆਂ ਸੀ, ਗੈਰ ਕਾਨੂੰਨੀ ਸੀ। ਹੁਣ ਜਦੋਂ ਕਿਸੇ ਚੀਜ਼ ਨੂੰ ਅਸੀਂ ਗੈਰ ਕਾਨੂੰਨੀ ਕਹਿੰਦੇ ਆ, ਉਹ ਕਾਨੂੰਨ ਕਿਹਦਾ ਸਿਰਜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ? ਉਹ ਕਾਨੂੰਨ ਬੰਦਿਆਂ ਦੇ ਸਿਰਜੇ ਹੋਏ ਨੇ, ਹੋਰ ਰੱਬ ਨੇ ਤਾਂ ਸਿਰਜ ਕੇ ਨਹੀਂ ਭੇਜੇ। ਕੁਛ ਦਿਮਾਗ ਬੈਠੇ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਰਾਜ ਕਰਨਾ ਹੈ, ਉਹਨਾਂ ਨੇ ਸੰਵਿਧਾਨ ਬਣਾ ਲਿਆ, ਕਾਨੂੰਨ ਬਣਾ ਲਏ। ਕਾਹਦੇ ਵਾਸਤੇ? ਕਿ ਅਸੀਂ ਆਪਦਾ ਗਲਬਾ ਕਿਵੇਂ ਕਾਇਮ ਰੱਖਣਾ। ਉਹ ਕਾਨੂੰਨਾਂ ਦੇ ਸੰਗਲ ਸਾਡੇ ਗਲਾਂ 'ਚ ਪਾਤੇ ਤੇ ਇਹ ਬਣ ਗਿਆ ਕਿ ਜੇ ਇਹ ਕਾਨੂੰਨ ਟੁੱਟ ਗਿਆ ਬਸ ਦੇਸ਼ ਦੇ ਖਿਲਾਫ ਬਹੁਤ ਵੱਡਾ ਕੋਈ ਗੁਨਾਹ ਹੋ ਗਿਆ। ਇਸ ਕਰਕੇ ਉਹ ਨਫ਼ਰਤ ਪੈਦਾ ਹੋ ਜੂ ਕਿ ਇਹ ਤਾਂ ਬੰਦਾ ਬਹੁਤ ਗੜਬੜ ਕਰ ਰਿਹਾ, ਦੇਸ਼ ਦੇ ਕਾਨੂੰਨ ਨੂੰ ਤੋੜ ਰਿਹਾ, ਸੰਵਿਧਾਨ ਨੂੰ ਤੋੜ ਰਿਹਾ। ਪਵਿੱਤਰਤਾ ਦੇ ਅਰਥ ਬਦਲ ਗਏ। ਸਾਡੇ ਲਈ ਧਰਮ ਪਵਿੱਤਰ ਸੀ ਤੇ ਧਰਮ ਦਾ ਗ੍ਰੰਥ ਪਵਿੱਤਰ ਸੀ, ਉਹਦੀ ਜਗ੍ਹਾ ਕੀ ਹੋ ਗਿਆ? ਸੰਵਿਧਾਨ ਪਵਿੱਤਰ ਹੋ ਗਿਆ। ਈਵਨ ਹੁਣ ਤਾਂ ਇਹ ਵੀ ਲਿਆਂਦਾ ਉਹਨਾਂ ਨੇ ਕਿ ਪਾਸਪੋਰਟ ਵੀ ਪਵਿੱਤਰ ਹੈ। ਹਾਂ, ਜਿਹੜਾ ਕਸ਼ਮੀਰ ਦਾ ਆਗੂ ਹੈ ਗਿਲਾਨੀ ਕੀ ਸ਼ਹੀਦ ਅਲੀ ਸ਼ਾਹ ਗਿਲਾਨੀ, ਉਹਨੇ ਜਦੋਂ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਕਹਿੰਦਾ, ਉਹ ਕਹਿੰਦਾ ਮੈਂ ਕਸ਼ਮੀਰੀ ਹਾਂ, ਕਸ਼ਮੀਰ ਦੀ ਆਜ਼ਾਦੀ ਦਾ ਸਮਰਥਕ ਹੈ। ਅਰਬ ਦੇ ਵਿੱਚ ਜਾਣਾ ਸੀਗਾ, ਸਾਊਦੀ ਅਰਬੀਆ ਨੂੰ, ਪਾਸਪੋਰਟ ਦੀ ਲੋੜ ਸੀ। ਪਾਸਪੋਰਟ ਵਾਸਤੇ ਜਦੋਂ ਅਪਲਾਈ ਕਰੋਗੇ ਤਾਂ ਨੈਸ਼ਨੈਲਿਟੀ ਇੰਡੀਅਨ ਭਰਨੀ ਪਊ ਤੇ ਉਹਨੂੰ ਫਿਰ ਉਹਨਾਂ ਨੇ ਫਸਾਉਣ ਦੀ ਕੋਸ਼ਿਸ਼ ਕੀਤੀ ਵੀ ਹੁਣ ਤਾਂ ਮੰਨ ਗਿਆ ਤੂੰ ਮੈਂ ਇੰਡੀਅਨ ਹਾਂ। ਉਹ ਕਹਿੰਦਾ ਨਹੀਂ, ਇਹ ਟੈਕਨੀਕਲ ਗੱਲ ਹੈ। ਇੱਕ ਚੈਨਲ ਤੇ ਡਿਸਕਸ਼ਨ ਹੋਈ ਟਾਈਮਜ਼ ਨਾਓ ਤੇ, ਜਿਹਦੇ ਤੇ ਉਹਦਾ ਐਂਕਰ ਅਰਨ ਗੋਸਵਾਮੀ, ਉਹਨੇ ਸਿੱਧਾ ਕਿਹਾ ਵੀ ਇਹ ਤਾਂ ਹੱਦ ਹੀ ਹੈ, ਇਦੋਂ ਵੱਡੀ ਦੇਸ਼ ਦੇ ਖਿਲਾਫ ਗੱਲ ਕੀ ਹੋ ਸਕਦੀ ਹੈ। ਉਹ ਕਹਿੰਦਾ ਪਾਸਪੋਰਟ ਹੈ, ਇਹ ਕੋਈ ਕਾਨੂੰਨੀ ਗੱਲ ਨਹੀਂ, ਇਹ ਸੇਕਰਡ ਡਾਕੂਮੈਂਟ ਹੈ। ਸੋ ਸੇਕਰਡਨੈਸ ਦੇ ਵੀ ਅਰਥ ਬਦਲਤੇ। ਹੁਣ ਸੇਕਰਡ ਵਾਸਤੇ ਤਾਂ ਬੰਦਾ ਮਰੂਗਾ ਨਾ। ਜਦੋਂ ਸਾਨੂੰ ਇਹ ਲੱਗਦਾ ਸੀ ਵੀ ਧਰਮ ਸੇਕਰਡ ਹੈ, ਧਰਮ ਦਾ ਗ੍ਰੰਥ ਸੇਕਰਡ ਹੈ, ਤਾਂ ਅਸੀਂ ਉਹਦੇ ਪਿੱਛੇ ਮਰਦੇ ਸੀ। ਜਦੋਂ ਇਹ ਬਣ ਗਿਆ ਕਿ ਦੇਸ਼ ਸੇਕਰਡ ਹੈ ਤੇ ਦੇਸ਼ ਦਾ ਸੰਵਿਧਾਨ ਤੇ ਦੇਸ਼ ਦਾ ਕਾਨੂੰਨ ਉਹ ਸੇਕਰਡ ਹੈ, ਤਾਂ ਅਸੀਂ ਉਹਦੇ ਪਿੱਛੇ ਮਰਨ ਲੱਗ ਜਾਵਾਂਗੇ। ਆਹ ਖੇਡ ਵਰਤਾਈ ਜਿਹਦੇ ਪਿੱਛੇ ਉਹ ਸਾਰੇ ਮਰਨ ਦੇ ਅਰਥ ਵੀ ਬਦਲ ਗਏ, ਸ਼ਹਾਦਤ ਦੇ ਅਰਥ ਵੀ ਬਦਲ ਗਏ। ਸੋ ਇਹ ਜਿਹੜੀ ਸਾਰੀ ਵਾਪਰੀ ਗੱਲ, ਜਿੱਥੇ ਆ ਕੇ ਜਿੱਥੇ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਜੇ ਕੱਲੀ ਧਰਮ ਦੇ ਆਧਾਰ ਤੇ ਨੰਗੇ ਚਿੱਟੇ ਰੂਪ 'ਚ ਲੜਾਈ ਹੁੰਦੀ, ਜੇ ਇਹ ਕਿਹਾ ਜਾਂਦਾ ਕਿ ਸਿੱਖਾਂ ਤੋਂ ਹਿੰਦੂਆਂ ਨੂੰ ਖਤਰਾ ਹੈ, ਤਾਂ ਜ਼ਰੂਰੀ ਨਹੀਂ ਸੀ ਕਿ ਸਿੱਖਾਂ ਦਾ ਇੱਕ ਵਰਗ ਉਹਨਾਂ ਦੇ ਨਾਲ ਰਲ। ਇਹ ਨਹੀਂ ਕਿਹਾ, ਦੇਸ਼ ਤੋਂ ਖਤਰਾ ਕਿਹਾ। ਸੋ ਜਿਹੜਾ ਉਹਨਾਂ ਨੇ ਰਾਸ਼ਟਰਵਾਦ ਦੀ ਵਿਚਾਰਧਾਰਾ ਲਿਆਂਦੀ, ਉਹ ਹਿੰਦੂ ਤਬਦ ਦੀ ਇੱਕ ਵੱਖਰਾ ਰੂਪ ਹੈ, ਵੱਧ ਛਲਾਵੇ ਭਰਿਆ, ਧੋਖੇ ਭਰਿਆ। ਜੋ ਸਿੱਧਾ ਕਹਿਣ ਇਸ ਤਾਂ ਹਿੰਦੂ ਰਾਸ਼ਟਰ ਬਣਾਉਣਾ ਕਹਿੰਦੇ ਆ ਉਹਨਾਂ ਵਿੱਚੋਂ ਕੁਝ ਬੰਦੇ, ਪਰ ਉਹ ਉਹਨਾਂ ਕਾਰਗਰ ਨਹੀਂ ਹੋ ਸਕਦਾ। ਉਹਦੇ ਨਾਲ ਮੁਸਲਮਾਨ ਕਿਵੇਂ ਰਲਣਗੇ, ਈਸਾਈ ਕਿਵੇਂ ਰਲਣਗੇ, ਸਿੱਖ ਕਿਵੇਂ ਰਲਣਗੇ। ਸੋ ਇਹ ਇੱਕ ਵਿਚਾਰਧਾਰਾ ਲਿਆਂਦੀ ਹੈ ਨੈਸ਼ਨਲਿਜ਼ਮ ਦੀ, ਤੇ ਅਸੀਂ ਉਦੋਂ ਹੀ ਲੀਹੋਂ ਲੱਥ ਗਏ ਆਜ਼ਾਦੀ ਦੀ ਲੜਾਈ ਵੇਲੇ। ਸਿੰਘ ਸਭਾ ਲਹਿਰ ਚੋਂ ਅਕਾਲੀ ਲਹਿਰ ਨਿਕਲੀ, ਪਰ ਉਹ ਸਿੰਘ ਸਭਾ ਲਹਿਰ ਦੀ ਕੰਟੀਨਿਊਟੀ ਨਹੀਂ ਸੀ, ਉਹ ਤੋਂ ਡਿਪਾਰਚਰ ਸੀ। ਸਿੰਘ ਸਭਾ ਲਹਿਰ ਕੀ ਸੀ ਕਿ ਸਾਡੀ ਪਛਾਣ ਨੂੰ ਖਤਰਾ ਹੈ। ਉਹਦੇ ਸਾਹਮਣੇ ਦੋ ਦੁਸ਼ਮਣ ਸੀ, ਇੱਕ ਪਾਸੇ ਅੰਗਰੇਜ਼ ਹਕੂਮਤ ਜਿਹੜੀ ਪੋਲੀਟੀਕਲ ਆਪਰੇਸ਼ਨ ਦਾ ਸਾਧਨ ਬਣ ਰਹੀ ਹੈ, ਦਬਾ ਕੇ ਰੱਖ ਰਹੀ ਹੈ, ਇੱਕ ਪਾਸੇ ਹਿੰਦੂ ਤਬਦ ਦਾ ਉਭਾਰ ਆਇਆ ਉਦੋਂ ਆਰੀਆ ਸਮਾਜ ਦੇ ਰੂਪ 'ਚ, ਜਿਹੜੇ ਇਹ ਗੱਲ ਲੈ ਕੇ ਆਏ ਕਿ ਜਿਹੜੇ ਸਿੱਖ ਹੈ ਹਿੰਦੂ ਧਰਮ ਦੇ ਖਤਰਾ ਪਾਰਟ। ਸੋ ਉਹਨਾਂ ਨੇ ਸੋਚਿਆ ਕਿ ਸਾਨੂੰ ਅੱਜ ਦੋ ਖਤਰੇ ਹੈ, ਇੱਕ ਪਾਸੇ ਸਾਡੀ ਪਛਾਣ ਹੋਂਦ ਤੇ ਹਸਤੀ ਨੂੰ ਖਤਰਾ ਹੈ, ਸਾਡੀ ਹੋਂਦ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਪਾਸੇ ਵਿਦੇਸ਼ੀ ਹਕੂਮਤ ਹੈ ਜਿਹ ਤੋਂ ਸਾਡੀਆਂ ਕੁਛ ਆਜ਼ਾਦੀਆਂ ਨੂੰ ਖਤਰਾ ਹੈ। ਤੇ ਇਹ ਉਹਨਾਂ ਦੀ ਸੋਚੀ ਵਿਚਾਰੀ 'ਚ ਤਨ ਸੇਧ ਸੀ ਕਿ ਇਸ ਮੌਕੇ ਅਸੀਂ ਸਭ ਤੋਂ ਪਹਿਲਾਂ ਆਪਦੀ ਹੋਂਦ ਤੇ ਹਸਤੀ ਬਚਾਉਣੀ ਹੈ। ਜੇ ਅਸੀਂ ਉਹ ਬਚਾ ਲਈ ਤਾਂ ਅਸੀਂ ਆਜ਼ਾਦੀ ਲੈ ਲਾਂਗੇ, ਤੇ ਜੇ ਉਹ ਵੀ ਗਵਾ ਲਈ ਤਾਂ ਉਹ ਆਜ਼ਾਦੀ ਲੈ ਕੇ ਵੀ ਅਸੀਂ ਕੀ ਕਰ ਲਾਂਗੇ। ਬੜੀ ਸਪਸ਼ਟ ਸੀ ਉਹਨਾਂ ਦੀ ਇਹ ਸੇਧ। ਸੋ ਉਹਨਾਂ ਵਾਸਤੇ ਪ੍ਰਾਇਮਰੀ ਜਿਹੜਾ ਸੀਗਾ ਕੰਸਰਨ,
ਉਹ ਸੀ ਆਪਦੀ ਹੋਂਦ, ਵੱਖਰੀ ਹੋਂਦ, ਆਪਣੀ ਵਿਲੱਖਣਤਾ, ਆਪਦਾ ਨਿਆਰਾਪਣ ਬਚਾਉਣ ਦੀ। ਅਕਾਲੀ ਲਹਿਰ ਆਈ, ਸ਼ੁਰੂ ਤਾਂ ਹੋਈ ਇੱਥੋਂ ਹੀ, ਮਹੰਤਾਂ ਦੇ ਖਿਲਾਫ ਗੁਰਦੁਆਰਾ ਲਹਿਰ ਚੱਲੀ, ਚਾਬੀਆਂ ਦਾ ਮੋਰਚਾ ਜਿੱਤਿਆ। ਜਦੋਂ ਗੁਰੂ ਦਰਬਾਰ ਸਾਹਿਬ ਦੀਆਂ ਚਾਬੀਆਂ ਉਹਨਾਂ ਨੂੰ ਸਿੱਖਾਂ ਦੇ ਹਵਾਲੇ ਕਰਨੀਆਂ ਪਈਆਂ, ਪਹਿਲਾਂ ਉਹ ਅੰਗਰੇਜ਼ਾਂ ਨੇ ਆਪਦੇ ਮੈਨੇਜਰ ਨਿਯੁਕਤ ਕੀਤੇ ਹੁੰਦੇ ਸੀਗੇ। ਚਾਬੀਆਂ ਦਾ ਮੋਰਚਾ ਜਿੱਤਿਆ ਤਾਂ ਮਹਾਤਮਾ ਗਾਂਧੀ ਨੇ ਤਾਰ ਭੇਜੀ ਸਿੱਖਾਂ ਨੂੰ ਕਿ ਤੁਸੀਂ ਇੱਕ ਗੁਰਦੁਆਰਾ ਆਜ਼ਾਦ ਕਰਵਾ ਲਿਆ, ਹੁਣ ਵੱਡੇ ਗੁਰਦੁਆਰੇ ਵਾਸਤੇ ਦੀ ਆਜ਼ਾਦੀ ਲਈ ਸੰਘਰਸ਼ ਕਰੋ। ਕਿਸੇ ਨੂੰ ਇਹ ਗੱਲ ਸਮਝ ਨਾ ਆਈ ਕਿ ਇਦੋਂ ਵੱਡਾ ਗੁਰਦੁਆਰਾ ਕੀ ਹੋਊ ਭਲਾ, ਜਾਂ ਦੇਸ਼ ਨੂੰ ਗੁਰਦੁਆਰਾ ਕਿਹਾ ਜਾ ਸਕਦਾ ਹੈ ਵੀ ਗੁਰਦੁਆਰੇ ਦੇ ਅਰਥ ਇੰਨੇ ਸਸਤੇ ਹੋ ਗਏ, ਇੰਨੇ ਵਲਗਰ ਹੋ ਗਏ। ਉਸ ਗੁਰਦੁਆਰੇ 'ਚ ਜਿਹਨੂੰ ਅਸੀਂ ਗੁਰਦੁਆਰਾ ਕਹਿੰਦੇ ਹਾਂ, ਦਰਬਾਰ ਸਾਹਿਬ ਕਹਿੰਦੇ ਹਾਂ, ਉਹਦੇ 'ਚ ਤਾਂ ਬੜਾ ਕੁਛ ਹੈ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਜਦੋਂ ਦਰਬਾਰ ਸਾਹਿਬ ਜਾਂਦੇ ਹੋ, ਪ੍ਰਕਰਮਾਂ ਦੇ ਉੱਤੇ ਸੰਭਲ ਕੇ ਕਦਮ ਰੱਖੋ, ਕਿਉਂਕਿ ਇੱਕ ਸਿਰ ਅੱਗੇ ਹੇਠਾਂ ਸੈਂਕੜੇ ਸਿਰ ਚਿਣੇ ਪਏ ਆ। ਸੋ ਉਹ ਜਿਹੜਾ ਸਾਡਾ ਗੁਰਦੁਆਰਾ ਸੀ, ਜਿੱਥੋਂ ਸਾਨੂੰ ਸਾਰੀ ਸ਼ਕਤੀ, ਪ੍ਰੇਰਨਾ ਤੇ ਆਤਮਿਕ ਸਾਨੂੰ ਇੱਕ ਪੂਰੀ ਜੀਵਨ ਮਿਲਦਾ ਸੀਗਾ, ਉਹਦੀ ਬਜਾਏ ਮਤਲਬ ਇੰਨਾ ਵਲਗਰਾਈਜ਼ ਕਰਤਾ ਕਿ ਦੇਸ਼ ਉਦੋਂ ਵੱਡਾ, ਉਹਨੂੰ ਵੀ ਇੱਕ ਗੁਰਦੁਆਰਾ ਵੱਡਾ। ਮੈਂ ਹੈਰਾਨ ਹੋਇਆ ਹੁਣ ਜਦੋਂ ਦੁਬਾਰਾ ਪੜ੍ਹਦੇ ਹਾਂ ਸਾਰਾ ਇਤਿਹਾਸ, ਵੀ ਕਿਸੇ ਨੂੰ ਇਹ ਗੱਲ ਖਟਕੀ ਨਾ, ਤੇ ਕਿੰਨੀ ਆਰਾਮ ਨਾਲ, ਕਿੰਨੀ ਮੌਜ ਦੇ ਨਾਲ ਉਹ ਸਾਰੇ ਕੁਛ ਨੂੰ ਲਹਿਰ ਦਾ ਰੁਖ ਮੋੜ ਕੇ ਦੇਸ਼ ਦੀ ਆਜ਼ਾਦੀ ਦੇ ਰਾਹ ਪਾਤਾ ਸੀ। ਆਜ਼ਾਦੀ ਦੇ ਰਾਹ ਪੈਣਾ, ਆਜ਼ਾਦੀ ਲਈ ਲੜਨਾ ਕੋਈ ਮਾੜੀ ਗੱਲ ਨਹੀਂ ਸੀ, ਲੜਨਾ ਚਾਹੀਦਾ ਸੀ, ਸਾਰਿਆਂ ਨੂੰ ਲੜਨਾ ਚਾਹੀਦਾ ਸੀ, ਮੁਸਲਮਾਨਾਂ ਨੂੰ ਵੀ, ਹਿੰਦੂਆਂ ਨੂੰ ਵੀ, ਈਸਾਈਆਂ ਨੂੰ ਵੀ, ਸਿੱਖਾਂ ਨੂੰ ਵੀ। ਪਰ ਉਦੋਂ ਪਹਿਲਾਂ ਬੈਠ ਕੇ ਕੁਝ ਗੱਲਾਂ ਨਿਤਾਰਨੀਆਂ ਚਾਹੀਦੀਆਂ ਸੀ ਕਿ ਕਿਹੋ ਜਿਹੀ ਆਜ਼ਾਦੀ ਹੋਊ ਤੇ ਕਿਹਦਾ ਉੱਥੇ ਕੀ ਸਥਾਨ ਹੋਊ। ਉਹ ਹੁੰਦਾ ਇੱਕ ਸਾਂਝ ਬਣਾਉਣੀ, ਸਾਂਝਾ ਮੋਰਚਾ, ਸਾਂਝਾ ਫਰੰਟ ਬਣਾ ਕੇ ਲੜਨਾ। ਮੁਸਲਮਾਨਾਂ ਨੂੰ, ਕਿਉਂਕਿ ਉਹਨਾਂ ਕੋਲੇ ਜ਼ਿਆਦਾ ਚਤੰਨ ਆਗੂ ਸੀਗੇ, ਪੜ੍ਹੇ ਲਿਖੇ ਸੀ ਜਨਾਬ ਵਰਗੇ, ਉਹਨਾਂ ਨੇ ਤਾਂ ਇਹ ਗੱਲ ਝੱਟ ਭਾਂਪ ਲਈ ਕਿ ਜਿਹੜਾ ਇਹ ਇੰਡੀਅਨ ਨੇਸ਼ਨ ਦਾ ਸੰਕਲਪ ਲੈ ਕੇ ਆ ਰਹੇ ਹੈ ਕਿ ਅਸੀਂ ਭਾਰਤ ਦੀ ਕੌਮ ਸਿਰਜਣੀ ਹੈ, ਤੇ ਜਦੋਂ ਕੌਮ ਦੀ ਗੱਲ ਆ ਉਹ ਤਾਂ ਕਲਚਰਲ ਯੂਨੀਫਾਰਮਿਟੀ ਦੀ ਮੰਗ ਕਰਦੀ ਹੈ ਵੀ ਸਾਰੇ ਜਿਹੜੇ ਕਲਚਰਲ ਡਿਫਰੈਂਸਸ ਹੈ ਸੁਹਾਗਾ ਫੇਰ ਦਿਆਂਗੇ, ਇੱਕੋ ਹੀ ਸੱਭਿਆਚਾਰ ਹੋਊਗਾ, ਤੇ ਉਹ ਸੱਭਿਆਚਾਰ ਦੇ ਉੱਤੇ ਬਹੁ ਗਿਣਤੀ ਦੇ ਸੱਭਿਆਚਾਰ ਦੀ ਮੋਹਰ ਲੱਗੀ ਹੋਊ। ਤੇ ਮੁਸਲਮਾਨਾਂ ਨੂੰ ਤਾਂ ਲੱਗਿਆ ਕਿ ਉਹਦੇ 'ਚ ਸਾਡੀ ਹੋਂਦ ਕਿੱਥੇ ਹੋਊ। ਇਸ ਕਰਕੇ ਉਹਨਾਂ ਨੇ ਆਪਦਾ ਬਕਾਇਦਾ ਪ੍ਰੋਗਰਾਮ ਲਿਆਂਦਾ, ਏਜੰਡਾ ਲਿਆਂਦਾ, ਉਹ 'ਤੇ ਖੜ੍ਹ ਕੇ ਗੱਲ ਕਰਦੇ ਸੀ ਵੀ ਆਜ਼ਾਦੀ ਤੋਂ ਬਾਅਦ ਦੱਸੋ ਤੁਸੀਂ ਰਾਜ ਦੀ ਬਣਤਰ ਕੀ ਹੋਊ, ਉਹ 'ਤੇ ਗੱਲ ਕਰੀਏ ਤਾਂ ਕਿ ਸਾਡੇ ਹਿੱਤ ਸੁਰੱਖਿਅਤ ਰਹਿ ਸਕਣ। ਸਿੱਖਾਂ ਦੇ ਵਿੱਚੋਂ ਸੋਝੀ ਨਾ ਆਈ, ਅੱਜ ਵੀ ਨਹੀਂ ਆਈ। ਪ੍ਰਕਾਸ਼ ਸਿੰਘ ਬਾਦਲ ਕਿੰਨੀ ਢੀਠਤਾਈ ਨਾਲ ਹਮੇਸ਼ਾ ਹੀ ਕਹਿੰਦਾ ਹੈ ਵੀ ਬੀਜੇਪੀ ਨੂੰ ਸਾਡੀ ਜਿਹੜੀ ਹਮਾਇਤ ਹੈ ਉਹ ਬਿਨਾਂ ਸ਼ਰਤ ਹੈ, ਵੀ ਸਾਡਾ ਸ਼ਰਤ ਹੀ ਕੋਈ ਨਹੀਂ ਜੀ। ਇਹ ਤਾਂ ਕੋਈ ਗੁਲਾਮ ਤੇ ਗੋਲਾ ਵੀ ਨਹੀਂ ਕਹਿੰਦਾ ਹੁੰਦਾ ਵੀ ਤੁਹਾਡੇ ਕੋਈ ਮੰਗਾਂ ਨਹੀਂ, ਤੁਹਾਡੇ ਕੋਈ ਮਸਲੇ ਨਹੀਂ, ਤੁਹਾਡੀਆਂ ਕੋਈ ਸਮੱਸਿਆਵਾਂ ਨਹੀਂ ਭਲਾ ਭਾਰਤ ਦੇ ਵਿੱਚ। ਸੋ ਇਹ ਜਿਹੜੀ ਗੱਲ ਵਾਪਰੀ ਹੈ ਸਾਡੇ ਕਿ ਅਸੀਂ ਉਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪੈ ਗਏ, ਪਰ ਬਿਨਾਂ ਆਪਣੇ ਭਵਿੱਖ ਬਾਰੇ ਕੁਝ ਸੋਚਿਆ। ਸੋ ਇਕੱਠੇ ਹੋ ਕੇ ਲੜਦੇ, ਪਰ ਪਹਿਲਾਂ ਬਹਿ ਕੇ ਮੇਜ਼ 'ਤੇ ਬਹਿ ਕੇ ਗੱਲਾਂ ਨਿਤਾਰੀਆਂ ਜਾਂਦੀਆਂ। ਆਜ਼ਾਦੀ ਆਊਗੀ ਤਾਂ ਭਾਰਤ ਦੇ ਰਾਜ ਦੀ ਆਹ ਬਣਤਰ ਹੋਊਗੀ, ਤੇ ਉਸ ਦੇ ਵਿੱਚ ਕਿਹੜੇ ਵਰਗ ਦੇ ਹਿੱਤ ਕਿਵੇਂ ਸੁਰੱਖਿਅਤ ਰੱਖੇ ਜਾਣਗੇ। ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੀ ਸਿੰਘ ਸਭਾ ਲਹਿਰ ਸੀ, ਉਹਦੀ ਮਾਰਗਸੇਧ ਹੋਰ ਸੀ, ਜਿਹੜੀ ਉਹ 'ਚੋਂ ਅਕਾਲੀ ਲਹਿਰ ਨਿਕਲੀ, ਉਹਦੀ ਮਾਰਗਸੇਧ ਹੋਰ ਬਣ ਗਈ। ਹੌਲੀ ਉੱਥੋਂ ਭਟਕ ਗਏ। ਆਜ਼ਾਦ ਕਰਵਾਤਾ ਦੇਸ਼, ਆਜ਼ਾਦ ਕਰਾਉਂਦੇ ਹੀ ਜਿਹੜਾ ਪਹਿਲਾ ਇਨਾਮ ਮਿਲਿਆ ਉਹ ਸਾਰਿਆਂ ਨੂੰ ਪਤਾ, ਜੋ ਜਰੈਮ ਪੇਸ਼ਾ ਕੌਮ, ਇੱਕਦਮ ਮੱਥੇ ਤੇ ਗੱਲ ਵੱਜੀ ਸਿੱਖਾਂ ਦੇ। ਆ ਕੀ ਹੋ ਗਿਆ ਸਾਡੇ ਨਾਲ? ਅਜੇ 48 ਦੀ ਗੱਲ ਹੀ ਹੈ ਵੀ ਆਜ਼ਾਦੀ ਮਿਲਦੇ ਹੀ ਆਹ ਗੱਲਾਂ ਹੋਣ ਲੱਗ ਗਈਆਂ ਵੀ ਤਾਂ ਜਰੈਮ ਪੇਸ਼ਾ ਕੌਮ ਹੈ, ਕਿਉਂਕਿ ਜੋ ਉਹਨਾਂ ਨੇ ਮਤਲਬ ਲੈਣਾ ਸੀ ਲੈ ਲਿਆ। ਸੋ ਇਹ ਹੈਰਾਨੀ ਵਾਲੀ ਗੱਲ ਨਹੀਂ ਸੀ, ਪਹਿਲਾਂ ਹੀ ਸਮਝਣਾ ਚਾਹੀਦਾ ਸੀ ਉਹਨਾਂ ਦੀ ਮਾਨਸਿਕਤਾ, ਉਹਨਾਂ ਦੇ ਮਨੋਰਥ, ਉਹਨਾਂ ਦੇ ਮਨਸੂਬੇ ਕੀ ਹੈ। ਤੇ ਜੇ ਤੁਸੀਂ ਕਿਸੇ ਦੇ ਨਾਲ ਰਲ ਕੇ ਵੀ ਚੱਲਣਾ, ਉਹਨੂੰ ਸਮਝਣਾ ਪਊ। ਬਿਨਾਂ ਸਮਝੇ ਤੁਸੀਂ ਮਾਰ ਖਾ ਜਾਓਗੇ। ਕਿਸੇ ਦੇ ਨਾਲ ਰਲ ਕੇ ਚੱਲਣਾ ਮਾੜੀ ਗੱਲ ਨਹੀਂ, ਸਾਰੇ ਰਲ ਕੇ ਲੜ ਸਕਦੇ ਨੇ, ਪਰ ਤੁਹਾਨੂੰ ਉਹਦਾ ਪਤਾ ਹੋਵੇ ਉਹਦੀ ਮਾਨਸਿਕਤਾ ਕੀ ਹੈ, ਉਹਦੀ ਸੋਚ ਕੀ ਹੈ, ਉਹ ਕੀ ਹਾਸਲ ਕਰਨਾ ਚਾਹੁੰਦਾ ਹੈ। ਫਿਰ ਉਹਦੇ ਆਧਾਰ 'ਤੇ ਤੁਸੀਂ ਉਹਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਕੋਈ ਨਾ ਕੋਈ ਆਧਾਰ ਸਿਰ ਸਕਦੇ ਹੋ ਵੀ ਆਪਾਂ ਇਸ ਆਧਾਰ ਦੇ ਉੱਤੇ ਇਕੱਠੇ ਚੱਲੀਏ। ਹੁਣ ਅੱਖਾਂ ਮੀਚ ਕੇ ਸਪੋਰਟ ਦੇ ਦੇਣੀ ਤੇ ਮੁੜ ਕੇ ਬਾਰ-ਬਾਰ ਮਿਹਣੇ ਦੇਈ ਜਾਣੇ, ਤੁਸੀਂ ਸਾਡੇ ਨਾਲ ਆਹ ਕੀਤਾ, ਵੀ ਸਾਡੇ ਨਾਲ ਧੋਖਾ ਹੋਇਆ ਜੀ, ਸਾਡੇ ਨਾਲ ਆਹ ਵਾਅਦੇ ਕੀਤੇ ਸੀ, ਸਾਡੇ ਨਾਲ ਉਹ ਵਾਅਦੇ ਨਹੀਂ ਨਿਭਾਏ, ਵੀ ਸਾਡੇ ਨਾਲ ਧੋਖਾ, ਠੱਗੇ ਗਏ ਅਸੀਂ। ਹੁਣ ਠੱਗੇ ਜਾਣਾ ਤੇ ਠੱਗਣਾ ਇਹ ਇੱਕੋ ਹੀ ਚੀਜ਼ ਦੇ ਦੋ ਪਾਸੇ ਹੈ। ਇਕੱਲਾ ਠੱਗਣ ਵਾਲਾ ਗੁਨਾਹਗਾਰ ਨਹੀਂ, ਜਿਹੜਾ ਠੱਗਿਆ ਗਿਆ ਉਹ ਵੀ ਗੁਨਾਹਗਾਰ ਹੋ। ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਕਿ ਜ਼ੁਲਮ ਕਰਨਾ ਇਕੱਲਾ ਪਾਪ ਨਹੀਂ, ਜ਼ੁਲਮ ਸਹਿਣਾ ਵੀ ਪਾਪ ਹੈ। ਚਲੋ ਇੱਕ ਵਾਰ ਹੋ ਗਈ। ਹੁਣ ਕੋਈ ਬੰਦਾ ਮੇਲੇ 'ਚ ਜਾਂਦਾ, ਉਹਦੀ ਜੇਬ ਕੱਟੀ ਜਾਂਦੀ ਹੈ, ਜੇ ਤਾਂ ਇੱਕ ਵਾਰ ਜੇਬ ਕਟਾ ਕੇ ਸੰਭਲ ਗਿਆ ਮੁੜ ਕੇ ਮੈਂ ਜੇਬ ਨਹੀਂ ਕਟਾਊਂਗਾ, ਫਿਰ ਤਾਂ ਠੀਕ ਹੈ, ਹੁਣ ਸੋਝੀ ਆ ਗਈ। ਜੇ ਉਹ ਬਾਰ-ਬਾਰ ਜੇਬਾਂ ਕਟਾਈ ਜਾਂਦਾ ਤੇ ਬਾਰ-ਬਾਰ ਮਿਹਣੇ ਦੇਈ ਜਾਂਦਾ, ਫਿਰ ਆਪਾਂ ਉਹਨੂੰ ਕੀ ਕਹਾਂਗੇ। ਸੋ ਅੱਜ ਵੀ ਸਿੱਖ ਇਸ ਤਰ੍ਹਾਂ ਕਰੀ ਜਾ ਰਹੇ ਨੇ। ਇਹ ਗੱਲਾਂ ਕਿਉਂਕਿ ਸਮਝੀਆਂ ਨਹੀਂ ਗਈਆਂ, ਨਿਤਾਰੀਆਂ ਨਹੀਂ ਗਈਆਂ, ਡਿਸਕਸ ਨਹੀਂ ਕੀਤੀਆਂ ਗਈਆਂ ਤੇ ਗ੍ਰਹਿਣ ਨਹੀਂ ਕੀਤੀਆਂ ਗਈਆਂ, ਇਸ ਕਰਕੇ ਉਹ ਗੱਲਾਂ ਅੱਜ ਵੀ ਵਾਪਰੀ ਜਾ ਰਹੀਆਂ। ਈਵਨ ਜਿਹੜੀਆਂ ਧਿਰਾਂ ਬਾਦਲ ਦੇ ਖਿਲਾਫ ਲੜ ਰਹੀਆਂ, ਦੇਸ਼ ਦੀ ਆਜ਼ਾਦੀ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦੀਆਂ, ਉਹ ਵੀ ਇਹੋ ਜਿਹਾ ਸਾਰਾ ਵਿਹਾਰ ਕਰ ਰਹੀਆਂ, ਉਹਨਾਂ ਦਾ ਅਮਲ ਵੀ ਇਹੀ ਹੋ ਰਿਹਾ। ਮਾੜੀ ਜੀ ਕਿਸੇ ਨੇ ਕੰਨ ਵਿੱਚ ਫੂਕ ਮਾਰਤੀ ਆ ਕੇ, ਬਾਬਾ ਹਰਨਾਮ ਸਿੰਘ ਧੁੰਮਾ ਤੇ ਹੋਰ ਕਿੰਨੀਆਂ ਪੰਥਕ ਧਿਰਾਂ
ਵੀ ਹੁਣ ਜਿਹੜੀ ਭਾਰਤ ਦੀ ਸਰਕਾਰ ਹੈ, ਰਾਜਨਾਥ ਸਿੰਘ ਨਾਲ ਤੁਹਾਡੀ ਮੁਲਾਕਾਤ ਕਰਵਾ ਦਿੰਦੇ ਆ, ਉਹ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਹੈ। ਫਟਾਫਟ ਦੌੜ ਲੱਗ ਗਈ, ਭੱਜ ਕੇ ਦਿੱਲੀ ਜਾ ਵੜੇ, ਉਹਦੇ ਨਾਲ ਮੀਟਿੰਗ ਹੋਈ ਤੇ ਆ ਕੇ ਬਿਆਨ ਦੇਤਾ ਵੀ ਬਸ ਕੁਝ ਦਿਨਾਂ ਦੇ ਅੰਦਰ ਅੰਦਰ ਸਾਡੀਆਂ ਮੰਗਾਂ ਉਹ ਮੰਨ ਲੈਣਗੇ। ਉਸ ਤੋਂ ਬਾਅਦ ਕੀ ਹੋਇਆ? ਕੁਝ ਵੀ ਨਹੀਂ। ਜਦੋਂ ਮਰਜ਼ੀ ਵਰਗਲਾ ਕੇ ਕੋਈ ਲੈ ਜਾਓ ਵੀ ਅਸੀਂ ਆਹ ਕਰਵਾ ਦਿੰਦੇ ਹਾਂ, ਕੋਈ ਵਿਚੋਲਾ ਆ ਜਾਂਦਾ ਉਹਦੀ ਤੁਰ ਜਾਂਦੇ ਹਾਂ, ਕਿਉਂਕਿ ਉਹ ਚੇਤਨਾ ਸਾਡੇ ਵਿੱਚ ਪੈਦਾ ਨਹੀਂ ਹੋਈ, ਉੱਥੋਂ ਅਸੀਂ ਥੜਕੇ ਹਾਂ। ਸੋ ਇਸ ਗੱਲ ਕਰਕੇ ਜਿਹੜਾ ਮੈਂ ਅਕਸਰ ਬਾਰ-ਬਾਰ ਇਸ ਗੱਲ ਨੂੰ ਐਮਫੇਸਾਈਜ਼ ਕਰਦਾ ਕਿ 1984 ਜੂਨ 1984 ਜਾਂ ਨਵੰਬਰ 1984 ਜਾਂ 1984 ਦਾ ਘੱਲੂਘਾਰਾ ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਇਹਨੂੰ ਸਮਝਣਾ, ਇੱਕ ਪੱਖ ਤਾਂ ਇਹਦਾ ਇਹ ਹੈ ਵੀ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਹੈ, ਉਹਦਾ ਦੁੱਖ ਹੈ, ਪਰ ਦੁੱਖ ਵੀ ਸਾਨੂੰ ਕੁਝ ਸਿਖਾ ਕੇ ਜਾਂਦਾ ਹੈ। ਹਮੇਸ਼ਾ ਹੀ ਸਾਨੂੰ ਦ੍ਰਿਸ਼ਟੀ ਇਹੀ ਦਿੱਤੀ ਗਈ ਹੈ ਕਿ ਦੁੱਖ ਵੀ ਜ਼ਿੰਦਗੀ 'ਚ ਜ਼ਰੂਰੀ ਹੈ, ਸੁੱਖ ਦੁੱਖ ਦੋਵੇਂ ਚੱਲਦੇ ਹੈ। ਜ਼ਰੂਰੀ ਤਾਂ ਹੈ ਕਿ ਉਹ ਤੁਹਾਨੂੰ ਤੁਹਾਡੀ ਜਿਹੜੀ ਸੋਚ ਦੇ ਉੱਤੇ ਕੁਝ ਗੱਲਾਂ ਜੰਮ ਚੁੱਕੀਆਂ ਹੁੰਦੀਆਂ ਨੇ, ਜਾਂ ਤੁਹਾਡੀ ਬਿਰਤੀ ਦੇ ਉੱਤੇ ਕੁਝ ਇਹੀਆਂ ਗੱਲਾਂ ਹਾਜ਼ਮ ਹੋ ਜਾਂਦੀਆਂ, ਜਾਂ ਇਹ ਕਹਿ ਲਓ ਵੀ ਦੁੱਖ ਤੁਹਾਨੂੰ ਪਿਉਰੀਫਾਈ ਵੀ ਕਰਦਾ ਹੈ। ਦੁੱਖ ਆਉਣਾ ਬੰਦੇ ਦੀ ਜ਼ਿੰਦਗੀ 'ਚ ਬਹੁਤ ਜ਼ਰੂਰੀ। ਜੇ ਸੁੱਖ ਹੀ ਸੁੱਖ ਆਵੇ ਤਾਂ ਉਹ ਮਨਮੁਖੀ ਬਣਿਆ ਰਹੂਗਾ। ਸੋ ਇਹ ਦੁੱਖ ਸਾਡੇ ਵਾਸਤੇ ਹੈ, ਬਹੁਤ ਵੱਡਾ ਸਦਮਾ ਵੀ ਹੈ, ਪਰ ਇਹ ਬਹੁਤ ਵੱਡਾ ਟੀਚਰ ਵੀ। ਇੱਥੋਂ ਅਸੀਂ ਬਹੁਤ ਕੁਝ ਦੇਖ ਸਕਦੇ ਹਾਂ। ਜਿਹੜੇ ਦੁਸ਼ਮਣ ਬਾਰੇ ਅਸੀਂ ਭੁਲੇਖਿਆਂ 'ਚ ਪਏ ਰਹੇ, ਉਹ ਸਾਰੇ ਭੁਲੇਖੇ ਇੱਥੋਂ ਨਿਕਲ ਸਕਦੇ ਨੇ। ਆਪਦੇ ਆਪ ਬਾਰੇ ਅਸੀਂ ਜੋ ਭੁਲੇਖਿਆਂ 'ਚ ਪਏ ਰਹੇ, ਸਾਡੇ ਆਪਦੇ ਭੁਲੇਖੇ ਵੀ ਨਿਕਲ ਸਕਦੇ ਨੇ। ਅਸੀਂ ਕਿੱਥੋਂ ਗਲਤ ਸੀ, ਸਾਡੀਆਂ ਕਮਜ਼ੋਰੀਆਂ ਵੀ ਉਘਾੜ ਕੇ ਸਾਹਮਣੇ ਲਿਆਂਦੀਆਂ 1984 ਨੇ। ਸੋ ਅੱਜ ਅਸੀਂ ਕੁਝ ਵੀ ਕਰਨਾ ਹੈ ਤਾਂ ਅਸੀਂ 84 ਨੂੰ ਉਸ ਤਰ੍ਹਾਂ ਦੇਖੀਏ ਜਿਵੇਂ ਡਾਕਟਰ ਗੁਰਭਗਤ ਸਿੰਘ ਨੇ ਲਿਖਿਆ ਸੀ ਕਿ ਇਸ ਜ਼ਖਮ ਨੂੰ ਸੂਰਜ ਬਣਨ ਦਿਓ। ਕੱਲਾ ਜ਼ਖਮ ਹੈ, ਰਿਸੀ ਜਾਵੇ ਉਹ ਨਸੂਰ ਬਣ ਜੂ, ਦੁੱਖ ਹੀ ਦੁੱਖ ਦਿਓ। ਤੇ ਜੇ ਉਹ ਜ਼ਖਮ ਸੂਰਜ ਬਣ ਗਿਆ ਫਿਰ ਉਹ ਜ਼ਖਮ ਨਹੀਂ ਰਹਿਣਾ, ਉਹ ਤੁਹਾਨੂੰ ਰੌਸ਼ਨੀ ਦਿਓ। ਉਹ ਸੂਰਜ ਕਿਵੇਂ ਬਣ ਸਕਦਾ? ਬਸ ਆਹ ਗੱਲ ਹੈ ਸਾਡੇ ਵਾਸਤੇ। ਉਹਨੂੰ ਆਪਾਂ ਸਮਝ ਸਕਦੇ ਹਾਂ ਕਿ ਲੜਾਈ ਹੋਈ ਦਰਬਾਰ ਸਾਹਿਬ ਦੀ, ਇੱਕ ਪਾਸੇ ਹਮਲਾਵਰ ਫੌਜਾਂ, ਇੱਕ ਪਾਸੇ ਉਹਦੀ ਰੱਖਿਆ ਕਰਨ ਵਾਲੇ ਨੇ। ਹੁਣ ਆਪਾਂ ਇਹ ਸਮਝ ਲਈਏ ਕਿ ਉਹ ਕੌਣ ਰੱਖਿਆ ਕਰਨ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਨੇ, ਜਿਨ੍ਹਾਂ ਦਾ ਸਭ ਕੁਝ ਗੁਰੂ ਨੂੰ ਸਮਰਪਿਤ ਹੈ ਤੇ ਗੁਰੂ ਤੋਂ ਉੱਪਰ ਉਹਨਾਂ ਵਾਸਤੇ ਹੋਰ ਕੋਈ ਚੀਜ਼ ਹੈ। ਉਹ ਗੁਰੂ ਵਾਸਤੇ ਜਿਉਂ ਰਹੇ ਤੇ ਗੁਰੂ ਵਾਸਤੇ ਮਰ ਰਹੇ। ਹਮਲਾ ਕਰਨ ਵਾਲੇ ਉਹ ਹੈ ਜਿਨ੍ਹਾਂ ਵਾਸਤੇ ਦੇਸ਼ ਸਭ ਕੁਝ ਹੈ, ਉਹਨਾਂ ਦਾ ਸਾਰਾ ਈਮਾਨ ਸਭ ਕੁਝ ਦੇਸ਼ ਨਾਲ ਜੁੜਿਆ ਪਿਆ। ਸੋ ਉਹ ਦੇਸ਼ ਵਾਸਤੇ ਲੜ ਰਹੇ ਨੇ, ਦੂਜੇ ਗੁਰੂ ਵਾਸਤੇ ਲੜ ਰਹੇ। ਹਮਲੇ ਤੋਂ ਬਾਅਦ ਜਰਨੈਲਾਂ ਦਾ ਜਦੋਂ ਇੰਨਾ ਨੁਕਸਾਨ ਹੋਇਆ ਭਾਰਤੀ ਫੌਜ ਦਾ, ਤਾਂ ਉਹਨਾਂ ਨੇ ਉਹਦੀ ਕੋਈ ਸਫਾਈ ਦੇਣੀ ਸੀ, ਤੇ ਉਹਨੇ ਸਫਾਈ ਇਹ ਦਿੱਤੀ ਕਿ ਸਾਨੂੰ ਖੁਫੀਆ ਏਜੰਸੀਆਂ ਨੇ ਗੁੰਮਰਾਹ ਕੀਤਾ, ਸਾਨੂੰ ਦੱਸੇ ਨਹੀਂ ਅੰਦਰ ਕਿੰਨੇ ਬੰਦੇ ਆ, ਕਿੰਨੇ ਹਥਿਆਰ ਆ। ਇਹ ਬਿਲਕੁਲ ਝੂਠ ਹੈ। ਹੁਣ ਤਾਂ ਸਾਰੇ ਡਾਕੂਮੈਂਟ ਬਾਹਰ ਆ ਗਏ ਕਿ ਇਕੱਲਾ ਹਿੰਦੁਸਤਾਨ ਦੀਆਂ ਖੁਫੀਆ ਏਜੰਸੀਆਂ ਨੇ ਨਹੀਂ, ਬਰਤਾਨੀਆ ਦੀ ਜਿਹੜੀ ਸਭ ਤੋਂ ਵੱਡੀ ਖੁਫੀਆ ਏਜੰਸੀ ਹੈ, ਉਹਨਾਂ ਨੇ ਪੂਰੀ ਰਿਪੋਰਟ ਆਪਦੇ ਅੰਦਰ ਬੰਦੇ ਭੇਜ ਕੇ ਇਹਨਾਂ ਨੂੰ ਦੇਤੀ ਸੀ ਕਿ ਅੰਦਰ ਕਿੰਨੇ ਬੰਦੇ ਹਨ ਤੇ ਕਿੰਨੇ ਹਥਿਆਰ। ਹੁਣ ਬੰਦਿਆਂ ਦੀ ਗਿਣਤੀ ਤਾਂ ਪਤਾ ਲੱਗ ਜੂ, ਤੁਹਾਨੂੰ ਹਥਿਆਰਾਂ ਦਾ ਵੀ ਪਤਾ ਲੱਗ ਜੂ, ਪਰ ਜਿਹੜੀ ਮੈਂ ਇੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜੰਗ ਸਰੀਰਾਂ ਨਾਲ ਨਹੀਂ, ਜੰਗ ਹਥਿਆਰਾਂ ਨਾਲ ਨਹੀਂ, ਉਹ ਰੂਹਾਂ ਦੇ ਜ਼ੋਰ ਨਾਲ ਲੜੀ ਜਾਂਦੀ ਹੈ। ਉਹ ਰੂਹ ਦੇ ਜ਼ੋਰ ਦਾ ਕਿਵੇਂ ਪਤਾ ਲਾ ਲੂ ਕੋਈ ਖੁਫੀਆ ਏਜੰਸੀ? ਉਹਨਾਂ ਨੂੰ ਕੀ ਪਤਾ ਕਿ ਜੋ ਸਿੱਖ ਦੇ ਅੰਦਰ ਗੁਰੂ ਦਾ ਪਿਆਰ ਪੈਦਾ ਹੁੰਦਾ, ਪ੍ਰਗਟ ਹੁੰਦਾ, ਤਾਂ ਉਹਦੀ ਸ਼ਕਤੀ ਕੀ ਬਣ ਜਾਂਦੀ ਹੈ। ਉਹ ਤਾਂ ਦੇਸ਼ ਦੀ ਖਾਤਰ ਲੜਨ ਵਾਲੇ ਸਵਾਰਥਾਂ ਵਿੱਚ। ਦੇਸ਼ ਕੀ ਆ? ਉਹ ਸਵਾਰਥ ਜੁੜਿਆ ਹੋਇਆ ਹੈ। ਉਹਨਾਂ ਨੂੰ ਰੁਤਬੇ ਦੀਂਦੇ ਨੇ, ਤਰੱਕੀਆਂ ਦੀਂਦੀਆਂ, ਤਨਖਾਹਾਂ ਦੀਂਦੀਆਂ, ਇੱਥੇ ਕੁਛ ਵੀ ਨਹੀਂ। ਇਹ ਸਭ ਕੁਛ ਖਤਮ ਹੈ ਗੁਰੂ ਦੇ ਸਾਹਮਣੇ। ਬਸ ਸਿਰਫ ਗੁਰੂ ਲਈ ਸੋਚ ਰਹੇ ਆ, ਗੁਰੂ ਲਈ ਜਿਉਂ ਰਿਹਾ, ਗੁਰੂ ਲਈ ਮਰ ਰਿਹਾ। ਕੋਈ ਦੁਨਿਆਵੀ, ਕੋਈ ਪਦਾਰਥ, ਕਿਤੇ ਲਾਲਚੀ ਕੋਈ ਨਹੀਂ। ਹੁਣ ਇਹ ਖੁਫੀਆ ਏਜੰਸੀਆਂ ਇਹਨਾਂ ਗੱਲਾਂ ਦਾ ਕਿਵੇਂ ਅੰਦਾਜ਼ਾ ਲਾ ਲੈਣਗੀਆਂ? ਸੋ ਇਹ ਹੈ ਜਿਹੜਾ ਸਾਡਾ ਅੱਜ ਸਾਰੇ ਥਾਵਾਂ ਦੇ ਉੱਤੇ ਸਾਨੂੰ ਪ੍ਰਗਟ ਹੋ ਰਿਹਾ ਹੈ ਕਿ ਜਦੋਂ ਅਸੀਂ ਆਪਣੇ ਗਿਆਨ ਪ੍ਰਬੰਧ ਨੂੰ ਛੱਡ ਕੇ ਇੱਕ ਬਗਾਨਾ ਗਿਆਨ ਪ੍ਰਬੰਧ, ਜਿਹਨੂੰ ਇਹ ਸਮਝ ਲਿਆ ਕਿ ਉਹ ਉੱਤਮ ਹੈ, ਕਿਉਂਕਿ ਸਾਡੇ ਮਨਾਂ ਦੇ ਵਿੱਚ ਇਹ ਵਾਰਤਾ ਇੱਕ ਸਿਧਾਂਤ ਲਿਆਂਦਾ ਬਕਾਇਦਾ, ਜਿਹਨੂੰ ਕਹਿੰਦੇ ਨੇ ਪ੍ਰੋਗਰੈਸਿਵਿਸਟ ਵਿਊ ਆਫ ਹਿਸਟਰੀ, ਕਿ ਇਤਿਹਾਸ ਹਮੇਸ਼ਾ ਅੱਗੇ ਨੂੰ ਵਿਕਾਸ ਕਰ ਰਿਹਾ ਹੈ। ਬਰਬਰਤਾ ਤੋਂ, ਬਾਰਬੇਰੀਅਨਿਜ਼ਮ ਤੋਂ ਸਿਵਲਾਈਜੇਸ਼ਨ ਵੱਲ ਨੂੰ ਆਇਆ ਸਮਾਜ। ਇੱਕ ਪੂਰਾ ਸਿਧਾਂਤ ਹੈ ਉਹਨਾਂ ਦਾ, ਜਿਵੇਂ ਡਾਰਵਨ ਦੀ ਥਿਓਰੀ ਆਫ ਐਵੋਲੂਸ਼ਨ ਹੈ ਕਿ ਕਿਵੇਂ ਹੌਲੀ ਹੌਲੀ ਜਿਹੜੇ ਜੀਵ ਨੇ ਉਹ ਵਿਕਾਸ ਕਰਦੇ ਨੇ। ਸਰਵਾਈਵਲ ਆਫ ਦੀ ਫਿਟੈਸਟ, ਜਿਉਂਦਾ ਉਹ ਰਹੂਗਾ ਜਿਹੜਾ ਸਮੇਂ ਅਨੁਸਾਰ ਢਲ ਜੂ, ਬਾਕੀ ਸਾਰੇ ਐਕਸਟਿੰਕਟ ਖਤਮ ਹੋ ਜਾਣਗੇ। ਇਸੇ ਤਰ੍ਹਾਂ ਉਹ ਇਹ ਕਹਿੰਦੇ ਨੇ ਕਿ ਪਹਿਲਾਂ ਮੱਧ ਯੁੱਗ ਦੇ ਵਿੱਚ ਧਰਮ ਅਗਵਾਈ ਕਰਦਾ ਸੀਗਾ, ਤੇ ਅੱਜ ਸਾਡੇ ਕੋਲੇ ਬਹੁਤ ਰੌਸ਼ਨ ਖਿਆਲ ਆ ਗਏ ਨੇ। ਐਨਲਾਈਟਨਮੈਂਟ ਦੇ ਵਿੱਚੋਂ ਉਹਨਾਂ ਨੇ ਬਕਾਇਦਾ ਸਿਧਾਂਤ ਸਿਰਜਿਆ, ਤੇ ਜਿਹਦੇ ਨਾਲ ਇਹ ਕਿ ਅੱਜ ਦਾ ਜਿਹੜਾ ਉੱਤਮ ਗਿਆਨ ਹੈ ਉਹ ਪੱਛਮ ਨੇ ਜੋ ਸਿਰਜਤਾ ਉਹ ਹੈ। ਬਾਕੀ ਜਿਹੜੇ ਗਿਆਨ ਸੀਗੇ ਉਹ 18ਵੀਂ ਸਦੀ ਦੇ ਮੱਧ ਯੁੱਗ ਦੇ, ਉਹ ਪਿਛਲੇ ਸਮੇਂ ਦੇ ਸੀ, ਉਹ ਉਸ ਮੌਕੇ ਠੀਕ ਸੀ। ਅੱਜ ਉਹ ਆਊਟਮੋਡਡ ਹੋ ਗਏ, ਅੱਜ ਉਹਨਾਂ ਦੀ ਕੋਈ ਉਪਯੋਗਤਾ ਨਹੀਂ। ਸੋ ਅੱਜ ਉਹਨੂੰ ਆਪਦੇ ਨਿੱਜੀ ਜੀਵਨ ਤੱਕ ਰੱਖ ਲਓ, ਪਾਠ ਕਰ ਲਓ, ਮੱਥਾ ਟੇਕ ਲਓ ਗੁਰੂ ਗ੍ਰੰਥ ਸਾਹਿਬ ਅੱਗੇ, ਪਰ ਜਿਹੜਾ ਜੀਵਨ 'ਚ ਸੇਧ ਲੈਣੀ ਹੈ, ਤੁਹਾਡਾ ਕੋਈ ਵੀ ਕਰਮ, ਉਹ ਦੇਸ਼ ਦੇ ਸੰਵਿਧਾਨ ਤੋਂ, ਦੇਸ਼ ਦੇ ਜੋ ਕਾਇਦੇ ਕਾਨੂੰਨ ਹੈ, ਜੋ ਦਸਤੂਰ ਉਹ ਸਿਰਜ ਦਿੱਤੇ ਨੇ, ਵੀ ਉਹ ਉਹਨਾਂ 'ਤੇ ਹੋਊਗਾ। ਸੋ ਜਦੋਂ ਅਸੀਂ ਇਹ ਪ੍ਰਵਾਨ ਕਰ ਲਿਆ ਕਿ ਇਹ ਸਾਡਾ ਇਨਫੀਰੀਅਰ ਹੈ ਤੇ ਸਾਡੇ ਕੋਲ ਕੋਈ ਉੱਤਮ ਗਿਆਨ ਆ ਗਿਆ,
ਤਾਂ ਸਾਡਾ ਸਾਰਾ ਕੁਝ ਉਧਰ ਨੂੰ ਚੱਲ। ਉਹਦੇ ਵਿੱਚੋਂ ਜੋ ਅੱਜ ਸਾਡੀ ਦਸ਼ਾ ਹੋਈ ਪਈ ਹੈ ਉਹ ਸਭ ਦੇ ਸਾਹਮਣੇ ਹੈ। ਅੱਜ ਤੁਸੀਂ ਜੋ ਵਿਆਹ ਕਰਦੇ ਆ ਅਸੀਂ, ਮੇਰਾ ਖਿਆਲ ਹੈ ਕਿ ਉੱਥੋਂ ਸਾਡਾ ਸਭ ਕੁਝ ਨੰਗਾ ਪ੍ਰਗਟ ਹੋ ਜਾ। ਸਾਡਾ ਬਣ ਕੀ ਗਿਆ, ਕਿੰਨੀ ਬੇਸ਼ਰਮੀ ਦੀ ਲੈਵਲ ਦੇ ਉੱਤੇ, ਮਤਲਬ ਉੱਥੇ ਜੋ ਨਾਚ ਗਾਣੇ ਹੁੰਦੇ ਨੇ, ਕੋਈ ਮੌਕਾ ਹੁੰਦਾ ਸੀ ਜੇ ਪਿੰਡ ਦੇ ਵਿੱਚ ਲਾਊਡ ਸਪੀਕਰ ਵੀ ਵੱਜਦਾ ਸੀ ਤਾਂ ਪਰਿਵਾਰ ਇਕੱਠਾ ਨਹੀਂ ਸੀ ਬੈਠ ਸਕਦਾ ਹੁੰਦਾ, ਜਾਂ ਬਜ਼ੁਰਗ ਉੱਠ ਕੇ ਪਾਸੇ ਚਲੇ ਜਾਂਦੇ ਸੀ ਜਾਂ ਮਾਵਾਂ ਭੈਣਾਂ ਇਕੱਠੇ ਬਹਿ ਕੇ। ਹਾਲਾਂਕਿ ਉਹ ਗੀਤ ਤੇ ਅੱਜ ਦੇ ਗੀਤਾਂ ਦਾ ਬੜਾ ਫਰਕ। ਅੱਜ ਮੈਂ ਤਾਂ ਹੈਰਾਨ ਹੁੰਨਾ ਜਦੋਂ ਕਿਤੇ ਦੇਖਦਾ ਵੀ ਕਿਵੇਂ ਮੂਹਰਲੀਆਂ ਕੁਰਸੀਆਂ ਤੇ ਐਨ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਕਿਵੇਂ ਝਾਕ ਰਹੇ ਆ, ਕਿਵੇਂ ਮਾਣ ਰਹੇ ਨੇ। ਸਾਰਾ ਪਰਿਵਾਰ ਬੈਠਾ, ਦਾਦੇ ਤੋਂ ਲੈ ਕੇ ਪੋਤਿਆਂ ਪੋਤੀਆਂ ਤੱਕ। ਕੋਈ ਸ਼ਰਮ ਨਹੀਂ ਰਹੀ, ਭੁੱਖ ਦਾ ਕੋਈ ਹੱਦ ਬੰਨ੍ਹਣਾ ਹੀ ਨਹੀਂ ਰਿਹਾ। ਦਿਖਾਵਾ, ਖਰਚੇ, ਇਹ ਆਤਮਿਕ ਕੰਗਾਲੀ ਦਾ ਪ੍ਰਦਰਸ਼ਨ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਇੱਕੋ ਅਮੀਰੀ ਬਖਸ਼ੀ ਸੀ, ਆਤਮਿਕ, ਹੋਰ ਤਾਂ ਕੁਝ ਵੀ ਨਹੀਂ ਸੀ। ਉਹੀ ਸਾਡੀ ਵਿਲੱਖਣਤਾ ਸੀ, ਉਹੀ ਸਾਡਾ ਨਿਆਰਾਪਣ ਸੀ, ਉਹੀ ਸਾਡਾ ਮਾਣ ਸੀ। ਤੇ ਜੇ ਅਸੀਂ ਆਤਮਿਕ ਤੌਰ ਤੇ ਕੰਗਾਲ ਹੋ ਕੇ ਪਦਾਰਥਕ ਤੌਰ ਤੇ ਖੁਸ਼ਹਾਲ ਹੋ ਜਾਈਏ ਫਿਰ ਕੀ ਹੈ? ਫਿਰ ਅਸੀਂ ਇਹ ਕਹੀਏ ਵੀ ਅਸੀਂ ਅਜੇ ਵੀ ਅਸੀਂ ਗੁਰੂ ਦੇ ਸਿੱਖ ਹਾਂ। ਇਦੋਂ ਵੱਡਾ ਦੰਭ, ਇਦੋਂ ਵੱਡਾ ਝੂਠ ਹੋਰ ਕੋਈ ਨਹੀਂ ਹੋ ਸਕਦਾ। ਇਹ ਮੰਨਣਾ ਪਊ, ਸਾਨੂੰ ਆਪਦੇ ਅੰਦਰ ਝਾਕਣਾ ਪਊ, ਕੱਲਾ ਦੁਸ਼ਮਣ ਦੇ ਖਿਲਾਫ ਨਹੀਂ। ਦੁਸ਼ਮਣ ਨੂੰ ਵੀ ਸਮਝਣਾ, ਨਾਲ ਆਪਦੇ ਆਪ ਨੂੰ ਵੀ ਸਮਝਣਾ ਹੈ। ਤੇ ਗੁਰੂ ਸਾਹਿਬ ਨੇ ਸਾਨੂੰ ਲੜਨ ਦੀ ਇੱਕ ਜਾਚ ਸਿਖਾਈ ਹੈ ਕਿ ਸਿਰਫ ਬਾਹਰਲੇ ਖਿਲਾਫ ਨਹੀਂ ਲੜਨਾ, ਅੰਦਰਲੇ ਖਿਲਾਫ ਵੀ ਲੜਨਾ। ਉਸ ਲੜਾਈ 'ਚ ਆਪ ਵੀ ਕੁੰਦਨ ਬਣੇ ਆ ਬੰਦੇ। ਆਪਦੀ ਆਤਮਾ ਤੇ ਵੀ ਜੋ ਕੁਝ ਤੁਹਾਡੇ ਪੈ ਗਿਆ ਭਾਰ, ਉਹ ਖੋਟ ਵੀ ਅੰਦਰੋਂ ਕੱਢਣਾ ਹੈ, ਉਹਨੂੰ ਵੀ ਨਿਰਮਲ ਕਰਨਾ ਹੈ। ਇਕੱਲੇ ਦੁਸ਼ਮਣ ਦੇ ਖਿਲਾਫ ਨਹੀਂ, ਬਾਹਰ ਸਾਰੇ ਲੋਕ ਲੜਦੇ ਨੇ ਦੁਸ਼ਮਣਾਂ ਦੇ ਖਿਲਾਫ, ਤਾਂ ਸਾਰੀ ਦੁਨੀਆ ਦੇ ਲੋਕ ਲੜ ਰਹੇ, ਵੱਡੀਆਂ ਜਿੱਤਾਂ ਵੀ ਹਾਸਲ ਕਰ ਰਹੇ ਨੇ। ਇੱਥੇ ਜਿੱਤ ਦੇ ਅਰਥ ਵੀ ਹੋਰ ਹੈ, ਜਿਵੇਂ ਪਹਿਲਾਂ ਕਿਹਾ ਸੀ, ਇੱਥੇ ਦੇਸ਼ ਦੇ ਅਰਥ ਵੀ ਹੋਰ ਹੈ, ਇੱਥੇ ਆਜ਼ਾਦੀ ਦੇ ਅਰਥ ਵੀ ਹੋਰ ਹੈ, ਇੱਥੇ ਸ਼ਹਾਦਤ ਦੇ ਅਰਥ ਵੀ ਹੋਰ ਹੈ, ਤੇ ਇੱਥੇ ਜਿੱਤ ਦੇ ਅਰਥ ਵੀ ਹੋਰ ਹੈ। ਇਸ ਜਿੱਤ ਦੇ ਵਿੱਚ ਤੁਹਾਡੇ ਆਪਦੇ ਮਨ ਦੇ ਉੱਤੇ ਵੀ ਜਿੱਤ, ਆਪਦੇ ਮਨ ਨੂੰ ਵੀ ਜਿੱਤਣਾ। ਜੇ ਤੁਸੀਂ ਮਨ ਨੂੰ ਨਹੀਂ ਜਿੱਤ ਸਕੇ, ਦੂਜੀ ਜਿੱਤ ਦਾ ਕੋਈ ਅਰਥ ਨਹੀਂ ਬਣ ਜਾਂਦਾ। ਇਹ ਜਿਹੜਾ ਹੈਗਾ ਸਾਡੇ ਸਾਹਮਣੇ ਅੱਜ ਜੋ ਸਥਿਤੀ ਪੈਦਾ ਹੋ ਗਈ, ਉਹ ਇੱਥੋਂ ਅਸੀਂ ਸਮਝ ਸਕਦੇ। ਤੇ ਜਿਹੜੇ ਬੰਦੇ ਮੈਨੂੰ ਜਗ੍ਹਾ ਜਗ੍ਹਾ ਦੇ ਉੱਤੇ, ਕਿਉਂਕਿ ਬੰਦੇ ਮੈਂ ਜਿੱਥੇ ਵੀ ਜਾਂਦਾ, ਇੱਕ ਗੱਲ ਤਾਂ ਹੈ ਕਿ ਜੋ ਸਾਡੀ ਅੱਜ ਹਾਲਤ ਬਣ ਚੁੱਕੀ ਹੈ ਉਹਦੇ ਬਾਰੇ ਚਿੰਤਤ ਬਹੁਤ ਹਨ। ਬੜਾ ਫਿਕਰ ਲੱਗਿਆ ਪਿਆ ਵੀ ਦੱਸੋ ਜੀ ਇਹਦਾ ਕੁਝ ਹੋਊ ਕਿ ਨਹੀਂ। ਇਹ ਤਾਂ ਇੰਨੀ ਗੱਲ ਚੰਗੀ ਹੈ, ਨਹੀਂ ਤਾਂ ਕਹਿਣਾ ਆਪਾਂ ਕੀ ਲੈਣਾ, ਇੱਥੇ ਵਧੀਆ ਆਪਦਾ ਚੰਗੇ ਘਰ ਬਣੇ ਨੇ, ਚੰਗਾ ਖਾ ਪੀ ਰਹੇ ਹਾਂ, ਸੋਹਣੀ ਕਮਾਈ ਹੈ। ਇਹਦੇ ਬਾਵਜੂਦ ਜੋ ਕੁਝ ਵਾਪਰ ਰਿਹਾ ਹੈ, ਕੌਮ ਦਾ ਕੀ ਬਣ ਰਿਹਾ ਹੈ, ਪੰਜਾਬ ਦਾ ਕੀ ਬਣ ਰਿਹਾ ਹੈ, ਇੱਕ ਚਿੰਤਾ ਮਨ 'ਚ ਹੈਗੀ ਹੈ। ਫਿਰ ਉਹ ਪੁੱਛਦੇ ਨੇ ਕੀ ਬਣੂ ਜੀ। ਉਹ ਜਦੋਂ ਪੁੱਛਦੇ ਨੇ, ਉਹ ਸਾਰਾ ਜੋ ਉਹਨਾਂ ਦੀ ਇੱਕ ਅਪਰੋਚ ਹੈ, ਉਹਦੇ ਵਿੱਚੋਂ ਇਹ ਗੱਲ ਝਲਕਦੀ ਹੈ ਕਿ ਉਹ ਨਾ ਕੋਈ ਜਿਵੇਂ ਕੋਈ ਗਿੱਦੜ ਸਿੰਘੀ ਵੀ ਛੇਤੀ ਕੀਤਿਆਂ ਕੁਝ ਹੋ ਜੇ। ਕਿਉਂ? ਕਿਉਂਕਿ ਉਹ ਜਵਾਬ ਆਪਦੇ ਮਨ ਤੋਂ ਭਾਲਦੇ ਆ, ਗੁਰੂ ਤੋਂ ਨਹੀਂ। ਗੁਰੂ ਨੇ ਰਾਹ ਦੱਸਿਆ ਹੋਇਆ ਵੀ ਜਦੋਂ ਇਹ ਹਾਲਤ ਬਣ ਜੇ ਤਾਂ ਫਿਰ ਉਹ 'ਚੋਂ ਕੀ ਕਰਨਾ ਹੈ। ਕੰਗਾਲੀ ਆਤਮਕ ਹੋ ਗਈ ਸਾਡੀ, ਤੇ ਅਸੀਂ ਭਾਲੀਏ ਰਾਹ ਕੋਈ ਹੋਰ, ਵੀ ਸਾਨੂੰ ਉੱਥੇ ਕੰਮ ਕਰਨਾ ਪਊਗਾ ਜਾ ਕੇ। ਉਸ ਗਰੀਬੀ ਤੋਂ, ਉਸ ਪਤਨ ਤੋਂ ਮੁਕਤ ਹੋਣਾ ਪਊ, ਫਿਰ ਸਭ ਕੁਝ ਹੋ ਜੂ। ਜੇ ਅਸੀਂ ਉਹ ਕੁਝ ਨਾ ਕੀਤਾ, ਸਾਡੇ ਹੱਥ ਜੇ ਰਾਜ ਵੀ ਆ ਗਿਆ, ਉਸ ਰਾਜ ਦੇ ਕੋਈ ਅਰਥ। ਇੱਥੇ ਮੈਂ ਤੁਹਾਡੇ ਨਾਲ ਇੱਕ ਉਦਾਹਰਨ ਸਾਂਝੀ ਕਰਨਾ ਚਾਹੁੰਦਾ, ਜਿਹੜਾ ਮੈਂ ਬਾਕੀ ਥਾਵਾਂ ਤੇ ਵੀ ਬੋਲਦਾ ਹੁੰਨਾ, ਕਿ ਅਸ਼ਫਾਕ ਉੱਲਾ ਖਾਂ ਹੋਇਆ ਕਕੋਰੀ ਕਾਂਡ ਦਾ ਸ਼ਹੀਦ। ਰਾਮ ਪ੍ਰਸਾਦ ਬਿਸਮਲ ਦਾ ਨਾਂ ਤੁਸੀਂ ਸਾਰੇ ਜਾਣਦੇ ਹੋਵੋਗੇ। ਸ਼ਹੀਦ ਭਗਤ ਸੂਰਿਆਂ ਤੋਂ 3-4 ਸਾਲ 5 ਸਾਲ ਪਹਿਲਾਂ ਸ਼ਹੀਦ ਹੋ ਗਏ ਸੀ ਕਕੋਰੀ ਕਾਂਡ ਦੇ ਵਿੱਚ। ਰਾਮ ਪ੍ਰਸਾਦ ਬਿਸਮਲ ਪੱਕਾ ਆਰੀਆ ਸਮਾਜੀ ਸੀ। ਉਹਦਾ ਬਹੁਤ ਪਿਆਰਾ ਦੋਸਤ ਸੀ ਮੁਸਲਮਾਨ ਅਸ਼ਫਾਕ ਉੱਲਾ ਖਾਂ, ਉਹ ਵੀ ਉਹਨਾਂ ਦੇ ਗਰੁੱਪ 'ਚ ਰਲਿਆ, ਇੱਕੋ ਹੀ ਮੁਸਲਮਾਨ ਰਲਿਆ ਸੀ। ਉਹਨੂੰ ਵੀ ਫਾਂਸੀ ਹੋਈ, ਰਾਮ ਪ੍ਰਸਾਦ ਬਿਸਮਲ ਨੂੰ ਵੀ ਹੋਈ। ਦੋਹਾਂ ਨੇ ਆਪਣੀਆਂ ਮਾਵਾਂ ਨੂੰ ਪੱਤਰ ਲਿਖੇ ਫਾਂਸੀ ਤੋਂ ਪਹਿਲਾਂ, ਜਿਵੇਂ ਲਿਖਦਾ ਬੰਦਾ ਆਪਣੀਆਂ ਸਾਰੀਆਂ ਭਾਵਨਾਵਾਂ ਪ੍ਰਗਟ ਕਰਦਾ। ਉਹ ਦੋਹੇ ਪੱਤਰ ਤੁਸੀਂ ਕੰਪੇਅਰ ਕਰ ਲਓ, ਦੋਵੇਂ ਚਿੱਠੀਆਂ, ਉੱਥੋਂ ਤੁਹਾਨੂੰ ਸਾਰੀ ਗੱਲ ਸਾਫ਼ ਹੋ ਜੂ। ਅਸ਼ਫਾਕ ਉੱਲਾ ਖਾਂ ਆਪਣੀ ਮਾਂ ਨੂੰ ਦਿਲਾਸਾ ਦੇ ਰਿਹਾ ਹੈ, ਕਰਬਲਾ ਦੀ ਉਦਾਹਰਨ ਦੇ ਰਿਹਾ ਹੈ, ਸਾਰਾ ਜੋ ਆਪਦਾ ਫਖਰਯੋਗ ਆ ਉਹ ਦੱਸ ਰਿਹਾ ਹੈ। ਅਖੀਰ ਤੇ ਉਹਦੇ ਇੱਕ ਲਾਈਨ ਹੈ ਜਿੱਥੇ ਉਹ ਆਪਣੀ ਮਾਂ ਨੂੰ ਸਮਝਾ ਰਿਹਾ ਹੈ ਵੀ ਅਸੀਂ ਕਾਹਦੇ ਵਾਸਤੇ ਲੜ ਰਹੇ ਹਾਂ। ਉੱਥੇ ਉਹ ਕਹਿੰਦਾ ਕਿ ਅਸੀਂ ਤਾਂ ਮਨੁੱਖਾਂ ਨੂੰ ਬਰਾਬਰ ਕਰਨ ਵਾਸਤੇ, ਮਨੁੱਖੀ ਬਰਾਬਰੀ, ਉਹਦੇ ਵਾਸਤੇ ਲੜ ਰਹੇ ਹਾਂ। ਇਸ ਕਰਕੇ ਉਹ ਕਹਿੰਦਾ ਵੀ ਹੇ ਐ ਖੁਦਾ, ਜਿੰਨਾ ਚਿਰ ਮੇਰੇ ਮਨ ਦੇ ਅੰਦਰ ਗਰੀਬੀ ਦਾ ਭਾਵ ਬਸਰ ਨਹੀਂ ਕਰਦਾ, ਉਹਨਾਂ ਚਿਰ ਮੈਨੂੰ ਰਾਜ ਕਰਨ ਦਾ ਮੌਕਾ ਨਾ ਦੇ। ਹੁਣ ਦੇਖੋ ਕਿਹੋ ਜਿਹੀ ਸਪਿਰਿਟ ਹੈ। ਇਸ ਸ਼ੀਸ਼ੇ 'ਚ ਅਸੀਂ ਆਪਣੇ ਚਿਹਰੇ ਅੱਜ ਦੇਖੀਏ, ਅਸੀਂ ਰਾਜ ਦੀਆਂ ਗੱਲਾਂ ਕਰ ਰਹੇ ਹਾਂ, ਰਾਜ ਮੰਗ ਰਹੇ ਹਾਂ, ਪਰ ਕੀ ਰਾਜ ਕਰਨ ਦੇ ਸਮਰੱਥ ਹਾਂ? ਅਸੀਂ ਜਿਸ ਕਿਸਮ ਦਾ ਅਮਲ ਦਾ ਅੱਜ ਅਸੀਂ ਪ੍ਰਦਰਸ਼ਨੀ ਕਰ ਰਹੇ ਹਾਂ, ਜੋ ਮੁਜ਼ਾਹਰਾ ਕਰ ਰਹੇ ਹਾਂ, ਇੱਕ ਦੂਜੇ ਦੇ ਖਿਲਾਫ ਕਿਸ ਕਿਸਮ ਦੀਆਂ ਨਫ਼ਰਤ, ਦਵੈਸ਼, ਸਾੜਾ, ਕਿੰਨੀ ਘਟੀਆ ਸੋਚ ਕਿਸ ਪੱਧਰ ਦੇ ਉੱਤੇ, ਉਹ ਸਾਰੇ ਕੁਛ ਜੋ ਜੇ ਅਸੀਂ ਰਾਜ ਲੈ ਲਿਆ, ਜੇ ਸਾਡੇ ਹੱਥ 'ਚ ਤਾਕਤ ਆ ਗਈ ਅੱਜ, ਉਹਦੀ ਵਰਤੋਂ ਕਿਵੇਂ ਹੋਊਗੀ? ਕੀ ਅਸੀਂ ਫਖਰ ਕਰ ਸਕਾਂਗੇ? ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਾਂ ਅਸੀਂ ਜਿੰਨੇ ਫਖਰ ਨਾਲ ਲੈਂਦੇ ਹਾਂ, ਕੀ ਅਸੀਂ ਉਹ ਕਰ ਸਕਾਂਗੇ? ਇੱਥੇ ਕਈ ਬੰਦਿਆਂ ਨੂੰ ਬੜਾ ਝੋਰਾ ਲੱਗਿਆ ਰਹਿੰਦਾ ਜੀ, ਜੇ 1992 ਦੇ ਦਾ ਬਾਈਕਾਟ ਨਾ ਕੀਤਾ ਹੁੰਦਾ ਤਾਂ ਪਤਾ ਨਹੀਂ ਅਸੀਂ ਕੀ ਕਰ ਲੈਂਦੇ, ਪਤਾ ਅਸੀਂ ਕੀ ਕਰ ਲੈਂਦੇ। ਅੱਜ ਅਸੀਂ ਬਹੁਤ ਸ਼ਰਮਸ਼ਾਰ ਹੋਏ ਹੁੰਦੇ। ਹੁਣ ਤਾਂ ਅਸੀਂ ਰੋਣ ਜੋਗੇ ਤਾਂ ਹਾਂ ਕਿ ਦੁਸ਼ਮਣ ਨੇ ਸਾਡੇ ਨਾਲ ਆਹ ਕੀਤਾ। ਤੇ ਜੋ ਸਾਡੀ ਆਤਮਿਕ ਅਵਸਥਾ ਅੱਜ ਹੈ, ਉਦੋਂ ਵੀ ਸੀ, ਤੇ ਜੇ ਸਾਡੇ ਹੱਥ 'ਚ ਉਦੋਂ ਰਾਜ ਆ ਗਿਆ ਹੁੰਦਾ, ਉਹੀ ਕੁਝ ਹੋਣਾ ਸੀ ਜੋ ਅਸੀਂ ਹੁਣ ਅੱਜ ਦੇਖ ਰਹੇ ਹਾਂ ਆਪਦਾ ਅਮਲ।
ਸੋ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇੱਕ ਰਾਹ, ਇੱਕ ਸੇਧ ਦਿੱਤੀ ਹੋਈ ਹੈ। ਰਾਜ ਲੈਣਾ ਹੈ, ਪਰ ਕਿਵੇਂ ਲੈਣਾ ਹੈ, ਉਹਦੇ ਸਮਰੱਥ ਹੋਣਾ ਹੈ ਪਹਿਲਾਂ। ਇਸ ਵਾਸਤੇ ਤੁਸੀਂ ਦੇਖੋ, ਆਪਣਾ ਇਤਿਹਾਸ ਵੀ ਦੇਖੋ, ਕੁਝ ਪੜ੍ਹੋ। ਪਿਛਲੇ ਦਿਨੀ ਮੈਨੂੰ ਇੱਕ ਲੇਖ ਮਿਲਿਆ ਭਾਈ ਰਣਧੀਰ ਸਿੰਘ ਦਾ, ਕੌਮੀਅਤ ਬਾਰੇ। ਉਹਨਾਂ ਨੇ ਬੜੀਆਂ ਗੱਲਾਂ, ਅੱਜ ਤੋਂ 80 ਸਾਲ ਪਹਿਲਾਂ ਦਾ ਸ਼ਾਇਦ ਲਿਖਿਆ ਹੋਇਆ, ਜਦੋਂ ਕੌਮੀਅਤ ਕੂਕ ਰਹੇ ਸੀ ਸਾਰੇ। ਉਹਨਾਂ ਨੇ ਕਿਹਾ ਸੀ ਵੀ ਕੌਮੀਅਤ ਕੀ ਹੁੰਦੀ ਹੈ। ਕਹਿੰਦੇ ਜਿੱਥੇ ਰੂਹਾਨੀ ਚਿੰਗ ਨਹੀਂ, ਉੱਥੇ ਕੌਮੀਅਤ ਕੀ ਕਰੂਗੀ, ਤੇ ਜੇ ਉਸ ਕੌਮੀਅਤ ਆਜ਼ਾਦ ਵੀ ਹੋ ਜਾਵੇ, ਉਹ ਆਜ਼ਾਦੀ ਨਾਲ ਕੀ ਸਵਾਰ ਦੂਗੀ। ਸੋ ਅਸੀਂ ਰੂਹਾਨੀਅਤ ਨਾਲ ਟੁੱਟ ਕੇ ਕੁਝ ਵੀ ਹਾਸਲ ਕਰ ਲਈਏ, ਅਸੀਂ ਆਪਦੀਆਂ ਕੋਈ ਮਨ ਦੀਆਂ ਲਾਲਸਾਵਾਂ ਤਾਂ ਪੂਰੀਆਂ ਕਰ ਲਾਂਗੇ ਜੋ ਮਨ ਦੇ ਅੰਦਰ ਪਈਆਂ, ਪਰ ਅਸੀਂ ਜੋ ਵੀ ਕਰਾਂਗੇ ਗੁਰੂ ਤੋਂ ਬੇਮੁਖ ਹੋ ਕੀ ਕਰਾਂਗੇ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਰੂਹਾਨੀਅਤ ਦੇ ਲੜ ਲਾਇਆ ਸੀ। ਇਹੀ ਸੀ ਜੋ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਇਹਦੇ ਅਰਥ ਬਹੁਤ ਡੂੰਘੇ ਹੈ ਕਿ ਪੰਜਾਬ ਦਾ ਗੁਰੂਆਂ ਨਾਲ ਇੱਕ ਆਤਮਿਕ ਰਿਸ਼ਤਾ ਹੈ। ਉਸ ਆਤਮਿਕ ਰਿਸ਼ਤੇ 'ਚ ਹੀ ਨਿਆਰਾਪਣ ਹੈ ਜਿਹੜੇ ਪੰਜਾਬ ਤੇ ਅਸੀਂ ਮਾਣ ਕਰਦੇ ਹਾਂ। ਜਿੱਦਾਂ ਉਹ ਆਤਮਿਕ ਰਿਸ਼ਤਾ ਟੁੱਟ ਗਿਆ, ਉਹਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹ ਪੰਜਾਬ ਵਸੂਗਾ ਨਹੀਂ, ਪੰਜਾਬ ਉੱਜੜ ਜੂ। ਕਿਉਂਕਿ ਆਤਮਿਕ ਰਿਸ਼ਤੇ ਭਾਵ ਸਾਨੂੰ ਗੁਰੂਆਂ ਨੇ ਕੁਛ ਕਦਰਾਂ ਕੀਮਤਾਂ ਦਿੱਤੀਆਂ ਵੀ ਇਹਨਾਂ ਕਦਰਾਂ ਕੀਮਤਾਂ, ਇਹਨਾਂ ਸਿਧਾਂਤਾਂ, ਇਹਨਾਂ ਅਸੂਲਾਂ ਦੀ ਪਾਲਣਾ ਕਰਨੀ ਹੈ, ਕੁਝ ਵੀ ਕਰਨਾ ਹੋਵੇ। ਤੇ ਜੇ ਅਸੀਂ ਉਹ ਗੱਲਾਂ ਛੱਡ ਗਏ ਤਾਂ ਪੰਜਾਬ ਵਸਦਾ ਨਹੀਂ ਰਹਿ ਸਕਦਾ। ਉੱਥੇ ਹਾਈਵੇ ਬਣ ਸਕਦੇ ਨੇ, ਓਵਰ ਬ੍ਰਿਜ ਬਣ ਸਕਦੇ ਨੇ, ਮਲਟੀਪਲੈਕਸ ਬਣ ਸਕਦੇ ਨੇ, ਏਅਰਪੋਰਟ ਬਣ ਸਕਦੇ ਨੇ, ਸੈਰਗਾਹਾਂ ਬਣ ਸਕਦੀਆਂ, ਜੋ ਕੁਝ ਪੱਛਮ ਨੇ ਸਿਰਜ ਲਿਆ, ਪਰ ਉਹ ਪੰਜਾਬ ਗੁਰੂਆਂ ਦਾ ਪੰਜਾਬ ਨਹੀਂ ਹੋਊਗਾ। ਸੋ ਇਸ ਕਰਕੇ ਬਹੁਤ ਕੁਝ ਦਾਅ ਤੇ ਲੱਗਿਆ ਸਾਡਾ। ਅੱਜ ਆਪਾਂ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਗੁਰੂ ਤੋਂ ਬੇਮੁਖ ਹੋ ਕੇ ਅਸੀਂ ਕੁਝ ਵੀ ਹਾਸਲ ਕਰ ਲਈਏ, ਕੀ ਹੈ ਉਹ। ਇੱਥੇ ਦਾ ਹਕੂਮਤਾਂ, ਕੁਰਸੀਆਂ, ਅਹੁਦਿਆਂ ਨੂੰ ਲੱਤਾਂ ਮਾਰਤੀਆਂ ਸਿੱਖਾਂ ਨੇ ਕਿ ਜੇ ਅਹੁਦਾ ਪ੍ਰਵਾਨ ਹੈ, ਜਦੋਂ ਨਵਾਬੀ ਦੀ ਬਖਸ਼ਿਸ਼ ਜਦੋਂ ਪੇਸ਼ਕਸ਼ ਹੋਈ, ਕਿ ਜੇ ਉਹ ਪ੍ਰਵਾਨ ਸਾਨੂੰ ਇੱਕ ਸ਼ਰਤ ਤੇ ਹੀ ਹੈ ਕਿ ਉਹਦੇ 'ਚ ਕਿਤੇ ਗੁਰੂ ਦੀ ਅਵਹੇਲਨਾ ਨਾ ਹੋਵੇ। ਉਸ ਰਜਾ ਦੇ ਅੰਦਰ ਰਹਿੰਦੇ ਹੀ ਪ੍ਰਵਾਨ ਹੈ। ਸਰਦਾਰ ਕਪੂਰ ਸਿੰਘ ਨੂੰ ਜਦੋਂ ਜ਼ੋਰ ਪਾਇਆ ਗਿਆ ਕਿ ਨਵਾਬੀ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਬਣਨ ਨੂੰ ਤਿਆਰ, ਜਦੋਂ ਪੇਸ਼ਕਸ਼ ਆਈ ਉਹ ਕਹਿਣ ਤੂੰ ਬਣ, ਉਹ ਕਹਿੰਦਾ ਤੂੰ ਬਣ, ਕੋਈ ਲੈਣ ਨੂੰ ਤਿਆਰ ਨਹੀਂ ਸੀ। ਅੱਜ ਖੋਹਦੇ ਆ ਇੱਕ ਦੂਜੇ ਨੂੰ ਮਾਰ ਕੇ ਖੋਹਦੇ ਨੇ। ਉਹ ਸਪਿਰਿਟ ਸੀਗੀ। ਅਖੀਰ ਨੂੰ ਸਰਦਾਰ ਕਪੂਰ ਸਿੰਘ ਦੇ ਉੱਤੇ ਸਹਿਮਤੀ ਹੋਈ ਵੀ ਤੁਹਾਨੂੰ ਲੈਣੀ ਪੈਣੀ ਹੈ, ਤੇ ਇਹ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੋਊ। ਉਹਨਾਂ ਨੇ ਕਿਹਾ ਸੀ 2 ਸ਼ਰਤਾਂ ਮੇਰੀਆਂ, ਫਿਰ ਮੈਂ ਨਵਾਬੀ ਕਬੂਲ ਕਰ ਲੂੰ। ਨੰਬਰ 1 ਕਿ ਮੈਨੂੰ ਸੰਗਤ ਦੀ ਸੇਵਾ ਤੋਂ ਬਿਰਬਾਨਾ ਕੀ, ਨਵਾਬ ਬਣ ਕੇ ਹੀ ਮੈਂ ਪੱਖਾ ਚੱਲੂੰ ਤੇ ਜੁੱਤੀਆਂ ਦੀ ਸੇਵਾ ਕਰੂ ਸੰਗਤ ਦੀ, ਇਹ ਨਾ ਮੈਥੋਂ ਖੋਹ ਲਿਓ। ਦੂਜਾ ਇਹ ਸੀ ਕਿ ਨਵਾਬ ਨੂੰ ਜਾ ਕੇ ਨਜ਼ਰਾਨਾ ਲੈ ਕੇ ਭੇਟ ਕਰਨਾ ਪੈਂਦਾ ਸੀਗਾ ਬਾਦਸ਼ਾਹ ਦੇ ਦਰਬਾਰ। ਹਮੇਸ਼ਾ ਹੀ ਦਸਤੂਰ ਸੀ ਇਹ ਕਿ ਪੇਸ਼ ਹੁੰਦਾ ਬਾਦਸ਼ਾਹ ਅੱਗੇ। ਬਾਬਾ ਬਾਲਾ ਸਿੰਘ ਇਸ ਤਰ੍ਹਾਂ ਹੀ ਪੇਸ਼ ਹੁੰਦਾ ਰਿਹਾ। ਨਵਾਬ ਕਪੂਰ ਸਿੰਘ ਨੇ ਕਿਹਾ ਸੀ ਨਵਾਬੀ ਤਾਂ ਮਨਜ਼ੂਰ ਹੈ, ਮੈਂ ਕਦੇ ਵੀ ਬਾਦਸ਼ਾਹ ਦੇ ਦਰਬਾਰ 'ਚ ਨਹੀਂ ਜਾਣਾ। ਇਹੀ ਪੁਗਾਈ ਉਹਨਾਂ ਨੇ। ਅੱਜ ਜਿਹੜੇ ਬੰਦਿਆਂ ਨੂੰ ਸਰਕਾਰ ਬਣਾਉਣ ਦਾ ਆਉਂਦਾ ਹੈ, ਉਹ ਫਿਰ ਉਦਾਹਰਨ ਦਿੰਦੇ ਨੇ ਕਿ ਉਦੋਂ ਵੀ ਤਾਂ ਨਵਾਬੀ ਕਬੂਲ ਕਰ ਲਈ ਸੀ। ਆਹ ਗੱਲ ਭੁੱਲ ਜਾਂਦੇ ਆ। ਸਾਨੂੰ ਨਵਾਬੀ ਨਾਲ ਨਹੀਂ ਕੋਈ ਇਤਰਾਜ਼, ਪਰ ਉਹ ਪ੍ਰਵਾਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਜੋ ਪਾਤਸ਼ਾਹੀ ਬਖਸ਼ੀ ਕਿ ਅਕਾਲ ਪੁਰਖ ਤੋਂ ਬਿਨਾਂ ਅਸੀਂ ਹੋਰ ਕਿਸੇ ਦੁਨਿਆਵੀ ਤਾਕਤ ਅੱਗੇ ਨਹੀਂ ਝੁਕਣਾ। ਇਹ ਬਹੁਤ ਵੱਡੀ ਗੱਲ ਸੀ। ਇਹ ਤਾਂ ਹੀ ਪੁਗਾ ਸਕੇ ਸਿੱਖ ਜਦੋਂ ਉਸ ਆਤਮਿਕ ਅਵਸਥਾ ਤੇ ਪਹੁੰਚ ਗਏ ਸੀ। ਜੇ ਮਨ 'ਚ ਲਾਲਚ ਪਿਆ, ਡਰ ਪਿਆ ਜਾਂ ਹੋਰ ਇਹੀਆਂ ਪ੍ਰਵਿਰਤੀਆਂ ਪਈਆਂ, ਫਿਰ ਉਹ ਤੁਹਾਡੇ 'ਚ ਇਹ ਹਿੰਮਤ ਨਹੀਂ ਆ ਸਕਦੀ ਕਿ ਅਸੀਂ ਕਿਸੇ ਦੁਨਿਆਵੀ ਤਾਕਤ ਅੱਗੇ ਨਹੀਂ ਝੁਕਣਾ। ਸੋ ਇਸ ਤਰ੍ਹਾਂ ਸਾਨੂੰ ਸਿਰਜਿਆ ਸੀ। ਮੇਰਾ ਖਿਆਲ ਹੈ ਕਿ ਸਮਾਂ ਬਹੁਤ ਹੋ ਗਿਆ, ਤਕਰੀਬਨ ਘੰਟਾ ਹੋ ਗਿਆ। ਵਿਚਾਰਾਂ ਇਹ ਆਪਾਂ ਦਿਨ ਭਰ ਲੱਗੇ ਰਹੀਏ, ਹਫ਼ਤੇ ਭਰ ਲੱਗੇ ਰਹੀਏ, ਗੱਲਾਂ ਹੈ ਹੀ ਇਸ ਤਰ੍ਹਾਂ ਦੀਆਂ। ਇਹਨਾਂ ਦਾ ਅੰਤ ਕਦੇ ਵੀ ਨਹੀਂ ਹੋਣਾ। ਮੇਰਾ ਖਿਆਲ ਹੈ ਕਿ ਹੁਣ ਜਿੰਨੀਆਂ ਕੁ ਆਪਾਂ ਵਿਚਾਰਾਂ ਕਰ ਲਈਆਂ, ਕਿਉਂਕਿ ਮੇਰਾ ਜਿਹੜਾ ਸਾਰਾ ਯਤਨ ਹੈ ਕਿਤਾਬ ਲਿਖਣ ਦਾ, ਹਰ ਕਿਤਾਬ ਮੇਰੀ 84 ਦੇ ਦੁਆਲੇ ਘੁੰਮ ਰਹੀ, ਕਿਉਂਕਿ 84 ਨੇ ਸਾਨੂੰ ਬਹੁਤ ਕੁਝ ਦਿਖਾਉਣਾ। ਕੁਝ ਵੀ ਲਿਖਣਾ, ਉਹਦੀਆਂ ਬੜੀਆਂ ਪਰਤਾਂ ਪਈਆਂ, ਬੜੀਆਂ ਤਹਿਾਂ ਪਈਆਂ। ਕੋਈ ਵੀ ਤਹਿ ਚੁੱਕ ਲਓ, ਉਹ ਸਾਡੇ ਵਾਸਤੇ ਵੀ ਸ਼ੀਸ਼ਾ ਹੈ। ਉਹ ਇਕੱਲਾ ਕ੍ਰੋਧ ਜਾਂ ਗੁੱਸੇ 'ਚ ਆਉਣ ਦੀ ਗੱਲ ਨਹੀਂ ਕਿ ਅਸੀਂ ਉੱਠ ਕੇ ਨਾਅਰੇ ਮਾਰ ਲਏ। ਉਹ ਤਾਂ ਬੜਾ ਕੁਝ ਸਾਨੂੰ ਆਪ ਨੂੰ ਵੀ ਦਿਖਾਉਂਦਾ। ਸੋ ਇਹ 84 ਸਾਡੇ ਵਾਸਤੇ ਇੱਕ ਹਿਸਾਬ ਨਾਲ ਵਰਦਾਨ ਵੀ ਬਣਿਆ। ਜਿਵੇਂ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਜਲਿਆਂਵਾਲਾ ਬਾਗ ਸਾਡੇ ਵਾਸਤੇ ਬਹੁਤ ਜ਼ਰੂਰੀ ਸੀ। ਸੋ ਅਸੀਂ ਵੀ ਕਹਿ ਸਕਦੇ ਹਾਂ ਕਿ ਇੱਕ ਪੱਖ ਤਾਂ ਇਹਦਾ ਚਲੋ ਇਹ ਹੈ ਕਿ ਸਾਡੇ ਵਾਸਤੇ ਬੜੀ ਦੁਖਦਾਈ ਘਟਨਾ ਸੀਗੀ, ਪਰ ਅਸੀਂ ਜਿਸ ਰਸਾਤਲ 'ਚ ਜਾ ਪਹੁੰਚੇ ਸੀ ਤੇ ਸਾਡੇ ਵਾਸਤੇ ਉਹ ਇੱਕ ਬਹੁਤ ਵੱਡਾ ਸ਼ੀਸ਼ਾ ਵੀ ਹੈ। ਉਹਦੇ 'ਚੋਂ ਅਸੀਂ ਦੇਖਣਾ ਹੈ। ਸੋ ਮੈਂ ਜਿੰਨੀਆਂ ਵੀ ਮੇਰੀਆਂ ਕਿਤਾਬਾਂ ਨੇ ਉਹ ਲੈ ਦੇ ਕੇ ਘੁੰਮ ਰਹੀਆਂ 84 ਦੁਆਲੇ, ਤੇ ਕਿਉਂਕਿ ਸਾਨੂੰ ਇੱਥੋਂ ਹੀ ਮਿਲਣਾ ਜੋ ਕੁਝ ਵੀ ਮਿਲਣਾ ਹੈ। ਸਾਨੂੰ ਆਪਦਾ ਆਪ ਵੀ ਇੱਥੋਂ ਦਿਸਣਾ ਹੈ ਤੇ ਸਾਨੂੰ ਰਾਹ ਵੀ ਇੱਥੋਂ ਦਿਸਣਾ ਹੈ। ਸੋ ਇਸ ਕਰਕੇ ਜਿੰਨੀਆਂ ਕਿਤਾਬਾਂ ਹੁਣ ਆ ਚੁੱਕੀਆਂ, ਅੱਗੇ ਪਤਾ ਨਹੀਂ 2 ਆਉਣ 3 ਆਉਣ, ਮੈਨੂੰ ਅਜੇ ਕੋਈ ਪਤਾ ਨਹੀਂ, ਕਿਉਂਕਿ ਪਹਿਲਾਂ ਮੈਂ ਕੁਝ ਵੀ ਮਿੱਥ ਕੇ ਨਹੀਂ ਹੁੰਦਾ। ਪਤਾ ਨਹੀਂ ਲਿਖਦਿਆਂ ਕਿਹੜੀ ਪਰਤ ਉੱਧਰ ਪੈਣੀ ਹੈ। ਤੇ ਪਰ ਜੋ ਵੀ ਗੱਲ ਹੋਊਗੀ ਉਹ 84 ਨੂੰ ਆਧਾਰ ਬਣਾ ਕੇ ਕੇਂਦਰ 'ਚ ਰੱਖ ਕੇ ਹੋਊ, ਤੇ ਇਹਦੇ ਵਿੱਚੋਂ ਹੀ ਸਾਨੂੰ ਸਾਰਾ ਆਪਦਾ ਰਾਹ ਤੇ ਰੌਸ਼ਨੀ ਮਿਲਣੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਕਦੇ ਫਿਰ ਮੌਕਾ ਮਿਲਿਆ ਫਿਰ ਸਾਂਝ ਪਾਵਾਂਗੇ। ਤੇ ਕਿਤਾਬ ਨੂੰ, ਜਿਹੜੀ ਇਹ ਕਿਤਾਬ ਹੈ, ਉਹਨੂੰ ਇਸ ਰੋਸ਼ਨੀ 'ਚ ਰੱਖ ਕੇ, ਕਈਆਂ ਨੂੰ ਔਖੀ ਲੱਗ ਸਕਦੀ ਹੈ ਕਿ ਉਹ 'ਚ ਕੁਛ ਟਰਮਾਂ ਇਹ ਜਿਹੀਆਂ, ਕੋਈ ਸ਼ਬਦ ਇਹੋ ਜਿਹੇ, ਸ਼ਬਦਾਂ ਨੂੰ ਭੁੱਲ ਜਾਓ। ਸ਼ਬਦ ਕੀ ਹੁੰਦੇ ਨੇ? ਕੁਛ ਨਹੀਂ। ਆਪਾਂ ਨੂੰ ਕੋਈ ਨਾਂ ਲੈਣਾ ਔਖਾ ਲੱਗਦਾ ਕਿਸੇ ਦਾ,
ਕਿ ਭੂਪ ਬਰਜਿੰਦਰ ਸਿੰਘ ਕਹਿਣਾ, ਅਸੀਂ ਭੂਪਾ ਕਹਿ ਲੈਂਦੇ ਹਾਂ ਉਹਨੂੰ। ਇਸ ਤਰ੍ਹਾਂ ਕੋਈ ਟਰਮ ਦੀ ਗੱਲ ਨਹੀਂ, ਉਹਦੇ ਅਰਥ ਸਮਝੋ, ਮਤਲਬ ਉਹਨੂੰ ਕੋਈ ਨਾਂ ਦੇ ਲਓ। ਆਹ ਗੱਲ ਇੰਨੀ ਕੁ ਹੈ ਜਿਹੜੀ ਮੈਂ ਦੱਸੀ ਹੈ ਕਿ ਅਸੀਂ ਆਪਦੇ ਗਿਆਨ ਨਾਲੋਂ ਟੁੱਟ ਕੇ ਕਿਸੇ ਹੋਰ ਗਿਆਨ ਦੇ ਲੜ ਲੱਗ ਗਏ। ਉਹਦਾ ਸੰਤਾਪ, ਉਹਦੀ ਸਜ਼ਾ ਭੁਗਤ ਰਹੇ ਹਾਂ। ਮਨ 'ਚ ਇਹ ਆ ਗਿਆ ਕਿ ਉਹ ਤਾਂ 18ਵੀਂ, ਉਹ ਤਾਂ ਮੱਧ ਯੁੱਗ ਦੀਆਂ ਗੱਲਾਂ ਸੀ। ਅੱਜ ਨਹੀਂ ਜੀ, ਉਹ ਜ਼ਮਾਨਾ ਹੋਰ ਸੀ, ਉਹ ਜ਼ਮਾਨਾ ਹੋਰ ਨਹੀਂ ਸੀ, ਉਹ ਬੰਦੇ ਹੋਰ ਸੀ, ਅਸੀਂ ਬੰਦੇ ਹੋਰ ਬਣ ਗਏ। ਜ਼ਮਾਨਾ ਬੰਦਿਆਂ ਨਾਲ ਹੀ ਹੈ, ਹੋਰ ਕੁਛ ਨਹੀਂ। ਉਹ ਦੇਖੀਏ ਕਿ ਉਹ ਬੰਦੇ ਕੀ ਸੀ ਤੇ ਅਸੀਂ ਬੰਦੇ ਕੀ ਹਾਂ, ਅਸੀਂ ਕਿਉਂ ਐ ਬਣ ਗਏ। ਅਸੀਂ ਵੀ ਉਹੋ ਜਿਹੇ ਬਣ ਜਾਾਂਗੇ ਤੇ ਬਣਨਾ ਪੈਣਾ। ਅਸੀਂ ਗੁਰੂ ਨੂੰ ਬੇਦਾਵਾ ਨਹੀਂ ਲਿਖ ਸਕਦੇ। ਜੇ ਸਿੱਖ ਕਹਾਉਣਾ ਤਾਂ ਅਸੀਂ ਇੱਥੋਂ ਭੱਜ ਨਹੀਂ ਸਕਦੇ। ਕਿੰਨਾ ਕੁ ਚਿਰ ਆਪਦੇ ਆਪ ਨੂੰ ਧੋਖਾ ਦੇਈ ਜਾਵਾਂ। ਸੋ ਉਹਦੇ ਸਾਨੂੰ ਮੁਖਾਉਣਾ ਪੈਣਾ, ਸਾਨੂੰ ਉਹਦੇ ਵਿੱਚੋਂ ਸਾਡੇ ਰਾਹ ਨਿਕਲਣੇ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।